ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੀ ਇੱਕ ਬਾਡੀ ਹੈ ਜੋ ਧਾਰਮਿਕ ਮਾਮਲਿਆਂ ਨੂੰ ਦੇਖਦੀ ਹੈ ਪੂਰੀ ਤਰ੍ਹਾਂ ਨਾਲ ਸੁਤੰਤਰ। ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਧਾਰਮਿਕ ਮਾਮਲਿਆਂ ਦੇ ਵਿੱਚ ਕੋਤਾਹੀ ਹੁੰਦੀ ਹੈ, ਗਲਤੀਆਂ ਹੁੰਦੀਆਂ ਨੇ, ਉਹਨਾਂ ਉੱਤੇ ਪੈਣੀ ਨਜ਼ਰ ਰੱਖਦੀ ਹੈ। ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ। ਭਾਰਤ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਹਿੰਸਾ ਹੋ ਰਹੀ ਹੈ। ਮਨੀਪੁਰ ਦੀਆਂ ਘਟਨਾਵਾਂ ਸਾਡੇ ਸਾਹਮਣੇ ਨੇ। ਇਸ ਦੇ ਉੱਤੇ ਅਮਰੀਕੀ ਸੰਸਥਾ ਨੇ ਕਠੋਰ ਸਟੈਪ ਲਿੱਤਾ ਹੈ। ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਭਾਰਤ ਵੱਲ ਦੁਨੀਆ ਦੇਖਦੀ ਹੈ ਕਿ ਡੈਮੋਕ੍ਰੇਸੀ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ, ਪਰ ਭਾਰਤ ਦੇ ਅੰਦਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜੋ ਦੁਖਦ ਨੇ। ਔਰ ਜੇ ਇਸੇ ਤਰ੍ਹਾਂ ਵਾਪਰਦਾ ਰਿਹਾ ਤਾਂ ਹੋ ਸਕਦਾ ਹੈ ਕਿ ਸਾਨੂੰ ਸਖਤ ਰਵੱਈਆ ਅਪਣਾਉਣਾ ਪਵੇ, ਕਿਉਂਕਿ ਪਹਿਲਾਂ ਵੀ ਸਖਤ ਰਵੱਈਆ ਕਈ ਘਟਨਾਵਾਂ ਦੇ ਵਿੱਚ ਇਸ ਬਾਡੀ ਨੇ ਅਪਣਾਇਆ ਹੈ ਔਰ ਅਮਰੀਕਾ ਦੀ ਪਾਰਲੀਮੈਂਟ ਨੂੰ ਆਪਣੀ ਰਿਪੋਰਟ ਦਿੱਤੀ ਹੈ ਜਿਹਦੇ ਉੱਤੇ ਕਾਰਵਾਈ ਹੋਈ ਹੈ। ਸੋ ਇਸ ਕਰਕੇ ਭਾਰਤ ਦੀ ਡੈਮੋਕ੍ਰੇਸੀ ਦੇ ਅੰਦਰ ਇਹ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਇਸ ਸੁਤੰਤਰ ਬਾਡੀ ਨੇ ਆਪਣਾ ਫੈਸਲਾ ਸੁਣਾਇਆ, ਨਾਲ ਚੇਤਾਵਨੀ ਵੀ ਦਿੱਤੀ ਹੈ। ਔਰ ਕੁਝ ਦਿਨ ਪਹਿਲਾਂ ਫਰਾਂਸ ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਘਟਨਾ ਦੇ ਉੱਤੇ ਖਾਸ ਬਹਿਸ ਹੋਈ ਕਿ ਭਾਰਤ ਦੇ ਅੰਦਰ ਮਨੀਪੁਰ ਦੇ ਵਿੱਚ ਕੀ ਹੋ ਰਿਹਾ ਹੈ। ਸੋ ਹੁਣ ਸੁਪਰੀਮ ਕੋਰਟ ਨੇ ਵੀ ਸਟੈਂਡ ਲਿੱਤਾ ਹੈ ਔਰ ਕੁਝ ਹੋਰ ਘਟਨਾਵਾਂ ਵੀ ਮਨੀਪੁਰ ਦੇ ਵਿੱਚ ਹੋਈਆਂ ਨੇ, ਜਿਸ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਦੇ ਵਿੱਚ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਅਮਰੀਕਾ ਦੇ ਵਿੱਚ ਜੋ ਆਪਣੀ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਔਰ ਪੂਰੇ ਵਿਸ਼ਵ ਵਿੱਚ ਵੀ ਇਹ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਤੁਸੀਂ ਹੁਣੇ ਬਿਆਨਬਾਜ਼ੀ ਵਿੱਚ ਲਿਆ, ਪਰ ਮੇਰਾ ਖਿਆਲ ਹੈ ਕਿ ਪੰਜਾਬ ਵਿੱਚ ਵੀ ਕਈ ਕੁਛ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਜਾਂਦੀਆਂ ਔਰ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ ਜਦੋਂ ਇਹ ਵਾਪਰਦੀਆਂ ਤਾਂ ਉਹ ਬੜੀਆਂ ਅਕੈਤ ਅਸਹਿ ਹੁੰਦੀਆਂ। ਔਰ ਜਿਸ ਤਰ੍ਹਾਂ ਤੁਸੀਂ ਹੁਣ ਮਣੀਪੁਰ ਦੀ ਗੱਲ ਕੀਤੀ ਹੈ, ਇਹਦੇ 'ਤੇ ਕੀ ਕੁਛ ਹੋਇਆ ਅਤੇ ਕੀ ਕੁਛ ਜਿਹੜਾ ਉਹਦੇ 'ਤੇ ਐਕਸ਼ਨ ਹੋ ਰਿਹਾ, ਉਹਦੇ ਬਾਰੇ ਕੀ ਕੁਛ ਕਹਿ ਰਹੇ ਆਪਾਂ? ਜ਼ਰੂਰ, ਉਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਇੱਕ ਔਰਤ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਉਸ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਹੈ ਔਰ ਸੁਪਰੀਮ ਕੋਰਟ ਨੇ ਸਟੈਂਡ ਲਿੱਤਾ ਹੈ। ਕਿੰਨੀਆਂ ਜਾਨਾਂ ਚਲੀਆਂ ਗਈਆਂ ਔਰ 2 ਮਹੀਨੇ ਦੇ ਕਰੀਬ ਹੋ ਚੁੱਕਿਆ ਹੈ। ਮਨੀਪੁਰ ਨੂੰ ਅੱਗ ਲੱਗੀ ਪਈ ਹੈ ਜੀ, ਉਸ ਦੇ ਉੱਤੇ ਕਿਉਂ ਨਹੀਂ ਕੋਈ ਐਕਸ਼ਨ ਹੋ ਰਿਹਾ ਔਰ ਉਹਨਾਂ ਲੋਕਾਂ ਦੇ ਖਿਲਾਫ ਕੀ ਐਕਸ਼ਨ ਹੋਣ ਜਾ ਰਿਹਾ ਜਿਨ੍ਹਾਂ ਨੇ ਉਸ ਔਰਤ ਦੀ ਬੇਇੱਜ਼ਤੀ ਕੀਤੀ। ਭਾਰਤ ਵਰਗਾ ਦੇਸ਼ ਜਿੱਥੇ ਔਰਤ ਨੂੰ ਅਸੀਂ ਪੂਜਦੇ ਹਾਂ, ਉੱਥੇ ਉਸ ਔਰਤ ਨੂੰ ਤੁਸੀਂ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਬਿਨਾਂ ਕੱਪੜਿਆਂ ਤੋਂ ਪੂਰੇ ਸ਼ਹਿਰ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਘੁਮਾ ਰਹੇ ਹੋ। ਇਹ ਕਿੱਥੋਂ ਦਾ ਇਨਸਾਨੀਅਤ ਦਾ ਸਬਕ ਹੈ ਜਿਹੜਾ ਤੁਸੀਂ ਸਾਰੇ ਸੰਸਾਰ ਨੂੰ ਸਿਖਾਉਣਾ ਚਾਹੁੰਦੇ ਹੋ? ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਸ਼ਵ ਗੁਰੂ ਬਣਨਾ ਹੈ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਕਰਦੇ ਪਏ ਹਾਂ। ਵਿਸ਼ਵ ਗੁਰੂ ਅਸੀਂ ਕਿਹੜੇ ਮੂੰਹ ਨਾਲ ਬਣਨਾ ਹੈ? ਇਹ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੈਂਡ ਲਿੱਤਾ। ਇਹ ਜਿਹੜੀ ਘਟਨਾ ਵਾਪਰੀ ਹੈ ਇਹ ਵਾਇਰਲ ਰੀਸੈਂਟਲੀ ਹੁਣ ਹੋਈ ਹੈ ਔਰ ਇਹ 4 ਮਈ ਦੀ ਘਟਨਾ ਹੈਗੀ ਆ। ਔਰ ਉੱਥੇ ਕੁਕੀਜ਼ ਜਿਹੜੇ ਟਰਾਈਬਲ ਉਹਨਾਂ ਦੀ ਸੰਸਥਾ, ਜਿਹੜੇ ਟਰਾਈਬਲ ਜਾਤੀ ਦੇ ਲੋਕ, ਉਹਨਾਂ ਦੀਆਂ ਇਹ 2 ਮੁਟਿਆਰ ਜਨਾਨੀਆਂ ਜਿਨ੍ਹਾਂ ਨੂੰ ਇਹਨਾਂ ਨੇ ਸ਼ਰੇਆਮ ਪਬਲਿਕ ਦੇ ਵਿੱਚ ਨਿਰਵਸਤਰ ਕਰਕੇ ਉਹਨਾਂ ਨੂੰ ਨਿਰਵਸਤਰ ਨਗਨ ਪਰੇਡ ਲਈ ਘੁਮਾਇਆ ਔਰ ਉਹਦੇ 'ਤੇ ਜਿਹੜੇ ਬਾਕੀ ਟਰਾਈਬਲ ਜਿਹੜੀਆਂ ਉਹਨਾਂ ਦੀਆਂ ਜਾਤੀਆਂ ਨੇ ਉਹਨਾਂ ਨੇ ਰੋਸ ਪ੍ਰਗਟਾਇਆ ਔਰ ਜਿਹੜੇ ਕਰ ਗਏ ਆ ਉਹਨਾਂ ਦਾ ਸਾਰਾ ਉਹ ਸੂਬਾ ਸਰਕਾਰ ਕੋ ਵੀ ਚਿੱਠਾ ਹੈਗਾ ਔਰ ਕੇਂਦਰ ਤੱਕ ਚਲੇ ਗਿਆ ਹੈਗਾ। ਜਿਹੜਾ ਸਮਾਗਮ ਹੋਇਆ ਸਾਡਾ ਹੁਣ ਕੱਲ੍ਹ ਪਾਰਲੀਮੈਂਟ ਦਾ, ਉਹਦੇ 'ਚ ਵੀ ਹੰਗਾਮਾ ਰੱਜ ਕੇ ਹੋਇਆ ਔਰ ਉਹਦੇ 'ਚ ਸੁਪਰੀਮ ਕੋਰਟ ਨੇ ਇੱਕਦਮ ਸਟੈਂਡ ਲੈ ਲਿਆ। ਉਹਨਾਂ ਨੇ ਕਿਹਾ ਕਿ DY ਚੰਦਰਚੂੜ ਜਿਹੜੇ ਚੀਫ ਜਸਟਿਸ ਨੇ, ਉਹਨਾਂ ਨੇ ਕੱਲ੍ਹ ਜਿਊਰੀ ਬਣਾ ਕੇ ਉਹਦੇ ਵਿੱਚ ਐਲਾਨ ਕਰ ਦਿੱਤਾ ਕਿ ਜੇ ਸੂਬਾ ਸਰਕਾਰ ਵੇਖੂਗੀ ਜਾਂ ਕੇਂਦਰ ਸਰਕਾਰ ਵੇਖਦੀ ਹੈ, ਇਹਦੇ 'ਤੇ ਕੋਈ ਐਕਸ਼ਨ ਲੈਂਦੀ ਹੈ, ਨਹੀਂ ਤਾਂ ਅਸੀਂ ਆ ਗਏ ਹਾਂ, ਅਸੀਂ ਕਰਾਂਗੇ ਇਹਦੇ 'ਤੇ। ਉਹਨਾਂ ਨੇ ਬੜਾ ਸਖਤ ਹਦਾਇਤ ਕਰ ਦਿੱਤੀ ਆ ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਉੱਥੋਂ ਦੀ ਫੋਰਸ ਲਾਈ ਆ, ਜਿਹੜੀ ਪੁਲਿਸ ਲਾਈ ਆ, ਜਿਹੜੀ ਫੌਜ ਹੈ, ਉਹ ਕੀ ਕਰਦੀ ਉੱਥੇ? ਉਹਨਾਂ ਨੂੰ ਨਹੀਂ ਸਮਝ ਆਈ, ਉਹਨਾਂ ਨੂੰ ਨਹੀਂ ਨਜ਼ਰ ਆਇਆ ਉੱਥੇ। ਔਰ ਉਹਦੇ ਵਿੱਚ ਜਾਂਦੇ ਕੀ ਮਨਸੂਬਾ ਬਣਾ ਕੇ ਤੁਸੀਂ ਇਹ ਸਾਰਾ ਕੁਝ ਕਰ ਦਿੱਤਾ ਹੈ। ਔਰ ਉਹਦੇ ਵਿੱਚ ਪੰਜਾਬ ਦੀਆਂ ਜਥੇਬੰਦੀਆਂ, ਜਿਹੜੀਆਂ ਧਾਰਮਿਕ ਜਥੇਬੰਦੀਆਂ, ਉਹ ਆ ਗਈਆਂ। ਬਾਹਰਲੇ NRI ਵੀਰ ਜਿਹੜੇ, ਉਹ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਵਾਇਰਲ ਹੋ ਗਈ ਆ ਵੀਡੀਓ। ਇਹ ਮਸਲਾ ਇੰਨਾ ਪੇਚੀਦਾ ਬਣ ਗਿਆ, ਇਹ ਸੰਵਿਧਾਨਕ ਜਿਹੜੀਆਂ ਸਾਡਾ ਢਾਂਚਾ ਉਹ ਢਹਿ ਢੇਰੀ ਹੋ ਗਿਆ। ਕੋਈ ਲੋਕਤੰਤਰ ਨਹੀਂ, ਕੋਈ ਸੰਵਿਧਾਨ ਨਹੀਂ ਗਾ, ਕੁਛ ਨਹੀਂ ਗਾ। ਮਨਮਾਨੀ, ਹਜ਼ਾਰੇਦਾਰੀ ਜੋ ਪਹਿਲੋਂ ਹੁੰਦਾ ਸੀ। ਅੰਗਰੇਜ਼ਾਂ ਦੇ ਟਾਈਮ 'ਤੇ ਵੀ ਇਸ ਤਰ੍ਹਾਂ ਦਾ ਕੋਈ ਵਾਕਿਆਤ ਨਹੀਂ ਹੋਇਆ ਜਿਹੜਾ ਹੁਣੇ ਵਾਪਰਿਆ, ਜਿਹਦੇ ਵਿੱਚ ਜੁਡੀਸ਼ਰੀ ਸਾਹਮਣੇ ਆ ਗਈ ਹੈ, ਜਿਹਦੇ ਵਿੱਚ ਸੰਸਥਾਵਾਂ ਸਾਹਮਣੇ ਆ ਗਈਆਂ। SGPC ਨੇ ਐਕਸ਼ਨ ਲਿਆ ਉਹਦੇ 'ਤੇ, SGPC ਵਾਲੇ 'ਤੇ ਜਾਣਗੇ ਉੱਤੇ। ਸ਼੍ਰੋਮਣੀ ਅਕਾਲੀ ਦਲ ਵਾਲੀ ਜਿਹੜੀ ਪਾਰਟੀ ਆ, ਉਹਨਾਂ ਨੇ ਸੁਖਬੀਰ ਬਾਦਲ ਸਾਹਿਬ ਦਾ ਵੀ ਬੜਾ ਵੱਡਾ ਬਿਆਨ ਆਇਆ ਔਰ ਉਹਦੇ 'ਤੇ ਹਰਸਿਮਰਤ ਬਾਦਲ, ਉਹਨਾਂ ਦਾ ਵੀ ਬਹੁਤ ਵੱਡਾ ਬਿਆਨ ਆ ਗਿਆ ਉਹਨਾਂ ਦੇ ਖੁਦ ਚੈਨਲ 'ਤੇ। ਔਰ NRI ਵੀ ਇਸ ਪ੍ਰੋਗਰਾਮ ਨੂੰ ਸਾਡੇ ਨੂੰ ਵੇਖਦੇ ਵੀ ਹੈ, ਸੁਣਦੇ ਵੀ ਹੈ। ਜਿਸ ਤਰ੍ਹਾਂ ਮੈਂ ਅਮਰੀਕਾ ਦਾ ਜ਼ਿਕਰ ਕੀਤਾ, ਉਹਨਾਂ ਦੀ ਨਜ਼ਰਾਂ ਸਾਰੇ ਹਿੰਦੁਸਤਾਨ ਅਤੇ ਇੰਡੀਆ ਵੱਲ ਹੈਗੀਆਂ
ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਿਆਸਤ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਰਿਹਾ। ਜਦੋਂ ਹੁਣ ਪਹਿਲਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਚੁੱਪ ਰਹੇ ਆ, ਚੁੱਪ ਵੱਟੀ ਰਹੇ ਆ, ਹੁਣ ਇਹਨਾਂ ਨੇ ਕਿਹਾ ਕਿ ਅਸੀਂ ਬਖਸ਼ਾਂਗੇ ਨਹੀਂ, ਅਸੀਂ ਆਹ ਨਹੀਂ ਕਰਾਂਗੇ। ਜਦੋਂ ਵਾਕਿਆਤ ਹੋ ਗਿਆ, ਜਦੋਂ ਗੁਰਬਾਣੀ 'ਚ ਹੈ ਕੁਝ ਕਹੀਏ ਕੁਝ ਸੁਣੀਏ, ਉਹਦੇ ਵਿੱਚ ਹੈ ਕਿ ਕੁਝ ਕਹੀਏ ਤਾਂ ਤਾਦੀ ਹੈ ਨਾ ਜੇ ਕੁਝ ਸੁਣੀਏ। ਜੇ ਤੁਸੀਂ ਸੁਣਦੇ ਨਹੀਂ, ਕਹਿੰਦੇ ਨਹੀਂ ਤਾਂ ਕੀ ਗੱਲ ਹੈਗੀ ਆ। ਚੁੱਪ ਵੱਟੀ ਸੀ ਇਹਨਾਂ ਨੇ, ਹੁਣ ਇਹ ਗੱਲ ਕੀਤੀ ਆ। ਅਮਿਤ ਸ਼ਾਹ ਜੀ ਨੂੰ ਵੀ ਉਹਨਾਂ ਨੇ ਕਹਿ ਦਿੱਤਾ ਵਾ, ਬਾਕੀ ਸੂਬਾ ਪਾਰਟੀਆਂ ਨੇ ਕਿ ਤੁਸੀਂ ਇੱਥੇ ਐਕਸ਼ਨ ਲਓ, ਗ੍ਰਹਿ ਮੰਤਰੀ ਜੇ। ਔਰ ਜੇ ਸਾਡੇ ਦੇਸ਼ ਵਿੱਚ ਹੀ ਜੇ ਅਰਾਜਕਤਾ ਫੈਲ ਜਾਏਗੀ, ਜਿਹਦੇ ਵਿੱਚ ਡਿਕਟੇਟਰਸ਼ਿਪ ਹੋ ਜਾਏਗੀ, ਬ੍ਰੇਨ ਜੀ ਨੇ ਉੱਥੇ, ਬ੍ਰੇਨ ਜੀ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੇ ਕਹਿਤਾ ਕਿ ਮੈਂ ਇੱਥੇ ਐਕਸ਼ਨ ਲਊਂਗਾ। ਪਰ ਹੁਣ ਐਕਸ਼ਨ ਲੈਣ ਦਾ ਕੀ ਮਤਲਬ? ਜਿਹੜੀ ਕਾਂਗਰਸ ਪਾਰਟੀ, ਖੜਗੇ ਸਾਹਿਬ ਨੇ ਕਹਿਤਾ ਕਿ ਇਸਤੀਫਾ ਦੇਣ, ਜਾਂ ਉਹਦੇ ਉੱਤੇ ਜੋ ਪ੍ਰਧਾਨ ਮੰਤਰੀ ਸਾਹਿਬ ਕੀ ਬੋਲਦੇ ਨੇ, ਇਹਨਾਂ ਨੂੰ ਬੋਲ ਕੇ ਪਾਰਲੀਮੈਂਟ 'ਚ ਇਹਦਾ ਸਫਾਇਆ ਦੇਣਾ ਚਾਹੀਦਾ, ਸਫਾਈ ਦੇਣੀ ਚਾਹੀਦੀ ਹੈ ਕਿ ਇਹ ਕਿਉਂ ਹੋਇਆ, ਇਹਦੇ ਪਿੱਛੇ ਕੌਣ ਹੈ, ਕੀ ਸਾਜ਼ਿਸ਼ ਹੈਗੀ ਹੈ। ਉਹ ਜਿਹੜੀ ਹੁਣ ਕਾਂਗਰਸ ਪਾਰਟੀ ਹੈ ਤੇ ਵਿਰੋਧੀ ਪਾਰਟੀਆਂ ਵੀ ਆਪਣਾ ਪੂਰੇ ਦਾ ਪੂਰਾ ਜ਼ੋਰ ਲਾ ਰਹੀਆਂ। ਇਹ ਹਾਲਤ ਹੋ ਗਈ ਆ ਇੰਡੀਆ ਦੀ ਕਿ ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਕਰਦੇ ਹਾਂ, ਉਹਦੇ ਤੋਂ ਵੀ ਅੱਗੇ ਹੋ ਰਿਹਾ। ਪਹਿਲਾਂ ਬਲਡੋਜ਼ਰ ਚਲਾਤੇ ਸੀਗੇ, ਉਹਦੇ 'ਤੇ ਲੋਕਾਂ ਦੇ ਘਰ ਤੋੜ ਦਿੱਤੇ ਸੀਗੇ। ਮੁੜ ਕੇ ਜਿਹੜੀ ਆ ਲੋਕਾਂ ਦੀ ਘੱਟ ਗਿਣਤੀਆਂ, ਉਹਨਾਂ 'ਤੇ ਇਹਨਾਂ ਨੇ ਆਪਣਾ ਸਾਰਾ ਕੁਝ ਕੀਤਾ, ਉਹਨਾਂ ਨੂੰ ਨੁਕਸਾਨ ਪਹੁੰਚਾਇਆ। ਫਿਰ ਉਦੋਂ ਬਾਅਦ ਕਈ ਤਰ੍ਹਾਂ ਦੇ ਕੋਡ ਬਿੱਲ ਆ ਗਏ, ਸਾਂਝੇ ਕੋਡ ਬਿੱਲ ਆ ਗਏ, ਕਈ ਕੁਛ ਹੈਗਾ। ਲੋਕਾਂ ਦੀ ਮਾਨਸਿਕਤਾ ਨੂੰ ਜਿਹੜਾ ਸਥਿਰ ਨਹੀਂ ਰਹਿਣ ਦੇ ਰਹੇ। ਔਰ ਇਸ ਤਰ੍ਹਾਂ ਦੇ ਕਾਨੂੰਨ ਆ ਰਹੇ। 370 ਜਿਹੜਾ ਸੀਗਾ ਉਹਨੂੰ ਪਹਿਲਾਂ ਉੱਥੇ ਲਾਇਆ ਵਾ ਸੈਂਟਰ ਗੌਰਮੈਂਟ ਨੇ, ਹੁਣ ਉਹਨੂੰ ਬਰਖਾਸਤ ਕਰ ਦਿੱਤਾ। ਉਹਦੇ 'ਤੇ ਵੀ ਰੌਲਾ ਪੈ ਗਿਆ। ਹਰ ਸੂਬਾ, ਜਿਹੜਾ ਵੀ ਸੂਬਾ, ਉਹ ਸ਼ਾਂਤੀ ਨਾਲ ਨਹੀਂ ਰਹਿ ਰਿਹਾ। ਜਦੋਂ ਬੰਗਾਲ ਦੇ ਜਿਹੜੇ ਮਮਤਾ ਬੈਨਰਜੀ, ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਹੁਣ ਵਾਰੀ ਪਹਿਲਾਂ ਮਣੀਪੁਰ ਵਾਲੀ ਸਾਰਿਆਂ 'ਚ ਆ ਰਹੀ ਹੈ, ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਪੱਛਮੀ ਬੰਗਾਲ ਹੈ, ਉਹਦੇ 'ਤੇ ਵੀ ਇਹ ਰੌਲਾ ਪੈ ਰਿਹਾ। ਕਹਿੰਦੀ ਕੋਈ ਸੁੱਖ ਦੀ ਨੀਂਦ ਨਹੀਂ ਸੌਂ ਰਹੇ। ਔਰ ਕਿਉਂ ਓਪੋਜੀਸ਼ਨ ਤਾਂ ਉਹਨਾਂ ਨੇ ਕਹਿਣਾ ਹੀ ਹੈਗਾ। ਔਰ ਜਦੋਂ ਇਹਨਾਂ ਦਾ ਗੱਠਜੋੜ ਬਣਿਆ, ਉਹਨੂੰ ਕਹਿੰਦੇ ਇੰਡੀਆ ਦਾ ਨਾਂ ਕੋ ਰੱਖਿਆ ਹੈਗਾ, ਉਹਦੇ 'ਤੇ ਜਾਚਕਾਂ ਦਾਇਰ ਹੋ ਗਈਆਂ। ਇਹ ਜਿਹੜਾ ਰੌਲਾ ਰੱਪਾ, ਨਿਰਕੁੰਸ਼ਤਾ, ਜਾਂ ਜਿਹਦੇ ਵਿੱਚ ਬੇਚੈਨੀ ਆ, ਜਿਹਦੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ, ਇਹ ਸਰਕਾਰਾਂ ਦਾ ਕੋਈ ਬਹੁਤ ਵਧੀਆ ਜਿਹੜਾ ਹੈਗਾ ਕੰਮ ਨਹੀਂ ਹੈਗਾ। ਇਹ ਜੋਖਮ ਭਰਿਆ ਕੰਮ ਹੈਗਾ। ਔਰ ਐਸਾ ਜਿਹੜਾ ਵਾਕਿਆਤ ਹੋ ਗਿਆ, ਜਿਹੜਾ ਹਾਦਸਾ ਹੋ ਗਿਆ, ਇਹਦੇ ਤੋਂ ਲੋਕ ਬੜੇ ਪਰੇਸ਼ਾਨ ਹੋ ਗਿਆ। ਖਾਸ ਕਰਕੇ ਔਰਤ ਜਥੇਬੰਦੀਆਂ, ਮਹਿਲਾ ਮੰਡਲ ਨੇ ਜਿਹੜੇ ਪੰਜਾਬ ਦੇ, ਹਿੰਦੁਸਤਾਨ ਦੇ, ਇਹ ਮਨੁੱਖੀ ਅਧਿਕਾਰਾਂ 'ਤੇ ਡਾਕਾ ਪੈ ਗਿਆ ਬਹੁਤ ਵੱਡਾ। ਜਿਹੜੀ ਹਿਊਮਨ ਰਾਈਟਸ ਆ, ਕੀ ਹਿਊਮਨ ਰਾਈਟਸ ਹੋ ਗਏ, ਕੀ ਲੋਕ ਬੋਲਣਗੇ, ਕੀ ਔਰਤ ਬੋਲੂਗੀ ਜਿਨ੍ਹਾਂ ਨੂੰ ਇਹ ਇਸ ਤਰ੍ਹਾਂ ਕੀਤਾ। ਇਹ ਕਿਹੜੀ ਸੰਸਥਾ ਅਤੇ ਕਿਹੜੀ ਜਿਹੜਾ ਹੈਗਾ ਲੋਕਤੰਤਰ ਹੈਗਾ ਕਿ ਦਿਨ ਦਿਹਾੜੇ ਔਰਤ ਨੂੰ ਜਿਹੜਾ ਨਿਰਵਸਤਰ ਕਰਕੇ ਬਾਜ਼ਾਰਾਂ ਗਲੀਆਂ 'ਚ ਘੁਮਾਇਆ ਗਿਆ ਹੈਗਾ। ਇੱਕ ਦੇਖੋ ਉਹਨਾਂ ਨੇ ਕੀ ਕੀਤਾ ਸੀ, ਇਹਦੇ ਪਿੱਛੇ ਕੀ ਹੈਗਾ। ਔਰ 4 ਮਈ ਦਾ ਹੋਇਆ ਤੇ ਵਾਇਰਲ ਹੋਇਆ, ਹੁਣ ਪਤਾ ਲੱਗਾ। ਸੂਬਾ ਸਰਕਾਰ ਨੂੰ ਨਹੀਂ ਪਤਾ ਉਦੋਂ ਦਾ, ਜਿਹੜੀ ਸਿਕਿਉਰਿਟੀ ਉਹਨਾਂ ਨੂੰ ਪਤਾ ਤੇ ਖੁਫੀਆ ਏਜੰਸੀਆਂ ਕੀ ਕਰਦੀਆਂ ਹੈਗੀਆਂ। ਹੁਣ ਵਾਇਰਲ ਹੋ ਗਿਆ, ਸੋਸ਼ਲ ਮੀਡੀਆ ਅੱਗੇ ਆ ਗਿਆ ਤੇ ਲੋਕ ਹੁਣ ਰੌਲਾ ਪਾਏਗਾ। ਹੁਣ ਪਾਰਲੀਮੈਂਟ 'ਚ ਵੀ ਰੌਲਾ ਹੈਗਾ ਔਰ ਦੇਸ਼ ਦੀ ਜਿਹੜੀ ਆ ਮੰਤਰੀ ਮੰਡਲ, ਉਹ 'ਚ ਵੀ ਰੌਲਾ ਪੈ ਗਿਆ। ਇਹ ਦੇਖ ਲਓ ਖੰਨਾ ਜੀ, ਤੁਸੀਂ ਖੁਦ ਐਂਕਰਿੰਗ ਵੀ ਕਰਦੇ, ਬੜੇ ਅੱਛੇ ਪ੍ਰੋਗਰਾਮ ਕਰਦੇ, ਸਾਰਾ ਕੁਝ ਹੈਗਾ, ਆਪਾਂ ਇਸ ਪ੍ਰੋਗਰਾਮ 'ਚ ਕਰਦੇ। ਪਰ ਇਹ ਜਿਹੜੇ ਹਾਦਸੇ ਨੇ ਲੋਕਾਂ ਦੇ ਜਜ਼ਬੇ ਨੂੰ ਹਲੂਣ ਕੇ ਰੱਖ ਦਿੱਤਾ। ਬਿਲਕੁਲ ਹਲੂਣ ਕੇ ਰੱਖਦੇ ਨੇ। ਤੁਸੀਂ ਦੇਖੋ ਬਲਕਾਰ ਜੀ, ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣਾ, ਮਤਲਬ ਤੁਹਾਡੀ ਆਪਣੀ ਮਾਂ, ਤੁਹਾਡੀ ਆਪਣੀ ਬੇਟੀ, ਧੀ ਹੈ, ਤੁਹਾਡੀ ਆਪਣੀ ਪਤਨੀ ਧੀਆਂ ਘਰ ਦੇ ਵਿੱਚ ਹੈਗੀ ਆ, ਮਤਲਬ ਇਹ ਔਰਤ ਨਾਲ ਤੁਸੀਂ ਇਹ ਜ਼ਿਆਦਤੀ ਕਰਦੇ ਪਏ ਹੋ। ਹਾਂ, ਔਰ ਤੁਸੀਂ ਜੇ ਮਰਦ ਹੈਗੇ ਹੋ ਤਾਂ ਫਿਰ ਮਰਦਾਂ ਨਾਲ ਭਿੜੋ ਨਾ। ਤੇ ਇਹ ਕੀ ਤਰੀਕਾ ਹੋਇਆ? ਔਰ ਦੂਜੀ ਗੱਲ ਇਹ ਹੈ, ਇਹ ਮਰਦ ਵੀ ਕਿਉਂ ਭਿੜਨ? ਸਰਕਾਰ ਕੀ ਕਰਦੀ ਆ ਉੱਥੇ? ਜਿਹੜੀਆਂ ਏਜੰਸੀਆਂ ਬੈਠੀਆਂ ਉਹ ਕੀ ਕਰਦੀਆਂ ਨੇ? ਲਾਅ ਐਂਡ ਆਰਡਰ ਕੀ ਕਰਦਾ ਪਿਆ? ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਔਰ ਅਸੀਂ ਦਮ ਭਰਦੇ ਹਾਂ ਕਿ ਅਸੀਂ ਵਿਸ਼ਵ ਗੁਰੂ ਬਣਨਾ, ਅਸੀਂ ਦਮ ਭਰਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੇ ਕੋਲ ਮੌਜੂਦ ਹੈ ਤੇ ਉਹਦੀ ਰੱਖਿਆ ਕਰਦੇ ਪਏ ਹਾਂ। ਜੇ ਤੁਸੀਂ ਕਹੋ ਕਿ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਪਹੁੰਚੀ, ਤਾਂ ਵੀ ਤੁਹਾਡੀ ਐਡਮਿਨਿਸਟ੍ਰੇਸ਼ਨ ਦੀ ਕਮੀ ਹੈ। ਕਿਉਂ ਨਹੀਂ ਪਹੁੰਚੀ ਇਨਫੋਰਮੇਸ਼ਨ? ਕਿਉਂਕਿ ਤੁਹਾਡੀਆਂ ਏਜੰਸੀਆਂ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਨਹੀਂ ਪਹੁੰਚਾਉਂਦੀਆਂ ਪਈਆਂ। ਤੁਸੀਂ ਸਿਰਫ ਵੋਟਾਂ ਲੈ ਕੇ ਰਾਜ ਕਰਨਾ ਹੀ ਜਾਣਦੇ ਹੋ। ਰਾਜ ਕਰਨਾ ਤਾਂ ਕੀ ਡੈਮੋਕ੍ਰੇਸੀ ਦੇ ਵਿੱਚ ਗਲਤ ਸ਼ਬਦ ਹੈ, ਸੇਵਾ ਕਰਨਾ ਹੁੰਦਾ। ਔਰ ਤੁਸੀਂ ਸਿਰਫ ਵੋਟਾਂ ਲੈਣੀਆਂ ਜਾਣਦੇ ਹੋ ਕਿ ਸੱਤਾ ਦੇ ਉੱਤੇ ਕਾਬਜ਼ ਕਿਹਨੇ ਹੋਣਾ, ਤੇ ਫਿਰ ਇਹ ਕੰਮ ਕੌਣ ਕਰੇਗਾ ਜਿਹੜੇ ਕੰਮ ਕਰਨ ਵਾਲੇ ਨੇ? ਹੁਣ ਇਹ ਸੁਪਰੀਮ ਕੋਰਟ ਜਦੋਂ ਸਖਤ ਹੋਈ ਹੈ ਔਰ ਨਾਲ ਜਨਤਾ ਸਖਤ ਹੋਈ ਹੈ, ਤੇ ਹੁਣ ਜਾ ਕੇ ਤੁਹਾਡੇ ਕੰਨਾਂ ਦੇ ਉੱਤੇ ਜੂੰ ਸਰਕਣੀ ਸ਼ੁਰੂ ਹੋਈ ਹੈ ਕਿ ਵਾਕਈ ਕੁਝ ਹੋਣਾ ਚਾਹੀਦਾ। ਔਰ 2 ਮਹੀਨੇ ਹੋ ਚੁੱਕੇ ਨੇ ਔਰ ਹਜੇ ਤੱਕ ਕੋਈ ਸਟੈਪ ਨਹੀਂ, ਕੁਝ ਨਹੀਂ, ਔਰ ਬਿਲਕੁਲ ਸ਼ਾਂਤ। ਵੈਸੇ ਸਿਆਣੇ ਕਹਿੰਦੇ ਜਦੋਂ ਅੱਗ ਧੁਖਦੀ ਹੈ ਨਾ, ਜਦੋਂ ਧੂਆਂ ਹੁੰਦਾ ਉਹਦੇ 'ਤੇ, ਉਦੋਂ ਤੇ ਚੰਗਿਆੜੀ 'ਤੇ ਕਾਬੂ ਪਾ ਲੈਣਾ ਚਾਹੀਦਾ। ਜਦੋਂ ਇਹ ਭਾਂਬੜ ਬਣ ਜੇ, ਜਦੋਂ ਇਹਦਾ ਲਾਂਬੂ ਬਣ ਜੇ, ਉਦੋਂ ਇਹਨੂੰ ਕੰਟਰੋਲ ਕਰਨਾ ਵੱਸ ਤੋਂ ਬਾਹਰ ਹੋ ਜਾਂਦਾ। ਹੁਣ ਇਹਨਾਂ ਦੇ ਵੱਸ ਤੋਂ ਬਾਹਰ ਹੋ ਗਿਆ। ਜਦੋਂ ਇਹਨਾਂ ਨੇ ਧੁਖਦੀ ਅੱਗ ਸੀ ਉਹਨੂੰ ਨਹੀਂ ਕਾਬੂ ਕੀਤਾ, ਜਦੋਂ ਉੱਥੇ ਕੁਕੀਜ਼, ਨਾਗਾ, ਜਿਹੜੇ ਵੀ ਉੱਥੇ ਦੇ ਲੋਕਲ ਟਰਾਈਬਲ ਜਿਹੜੇ ਜਾਤੀ ਦੇ ਲੋਕ ਨੇ, ਉਹਨਾਂ ਨੂੰ ਰੋਕਣਾ ਚਾਹੀਦਾ ਸੀਗਾ। ਉਹਦੇ 'ਚ ਸਾਡੀ ਜਿਹੜੀਆਂ CRPF ਹੈਗੀ ਆ, ਸਾਡੀ BSF ਹੈਗੀ ਆ, ਸਾਡੀਆਂ ਆਰਮੀ ਹੈਗੀ ਆ। ਕਦੋਂ ਦੀ ਲੜਾਈ ਲੱਗੀ ਆ? ਜਦੋਂ 71 ਤੋਂ ਬਾਅਦ ਤਾਂ ਫੌਜੀ ਵਿਹਲੇ ਆ।
ਆਰਮੀ ਸਾਰੇ ਉੱਥੇ ਡਿਪੋਰਟ ਕਰ ਦਿੰਦੇ, ਉਹਨਾਂ ਨੂੰ ਉੱਥੇ ਭੇਜ ਦਿੰਦੇ। ਮਜਾਲ ਸੀ ਕੋਈ ਹਿਲ ਜਾਂਦਾ। ਆਰਮੀ ਬੜੇ ਸਖਤ ਰੂਲ ਹੁੰਦੇ ਆ। ਔਰ ਉੱਥੇ ਜਿਹੜਾ ਰੌਲਾ ਨਾਗਾਲੈਂਡ 'ਚ ਪਿਆ ਸੀ, ਨਾਗਾਲੈਂਡ 'ਚ ਸਾਰੀਆਂ ਰੈਜੀਮੈਂਟਾਂ ਬੈਠੀਆਂ ਉੱਥੇ ਪੱਕੇ ਤੌਰ ਤੇ ਲਾ ਦਿੰਦੇ, ਆਪਣੇ ਆਪ ਸ਼ਾਂਤੀ ਬਹਾਲ ਹੋ ਜਾਣੀ ਸੀ। ਔਰ ਉਹ ਜਦੋਂ ਹੁਣ ਲਾਂਬੂ ਬਣ ਗਿਆ, ਜਦੋਂ ਪਾਂਬੜ ਬਣ ਗਈ, ਹੁਣ ਇਹ ਕਿਸੇ ਵਾਸ ਤੋਂ ਬਾਹਰ ਹੋਗਾ। ਸਿਵਲ ਨੂੰ ਕੰਟਰੋਲ ਕਰਨਾ ਔਖਾ ਹੁੰਦਾ। ਜੋ ਕਰਦੀ ਆ ਆਰਮੀ ਤੇ ਫੋਰਸਾਂ ਕਰ ਸਕਦੀਆਂ ਡੰਡੇ ਨਾਲ, ਡੰਡੇ ਦੇ ਜ਼ੋਰ ਨਾਲ, ਹੈ ਨਾ, ਜਿਹਨੂੰ ਆਂਦੇ ਅਸੀਂ ਵੀ ਚੰਗੀ ਤਰ੍ਹਾਂ ਮਾਰ ਧਾੜ ਕਰਕੇ। ਔਰ ਇਹਦੇ ਵਿੱਚ ਹੁਣ ਇਹਨਾਂ ਨੇ ਕਿਹਾ ਸਿਆਸਤ ਹੈ, ਇਹਦੇ ਪਿੱਛੇ ਕੁਛ ਨਾ ਕੁਛ ਤਾਂ ਸਿਆਸਤ ਹੈ। ਦੂਜੇ ਪਾਸੇ ਇਲੈਕਸ਼ਨ ਸਿਰ 'ਤੇ ਆ ਗਏ, ਤੀਜੇ ਪਾਸੇ ਇਹ ਰੌਲਾ ਪਾਤਾ ਹੈਗਾ, ਲੋਕਾਂ ਦੀ ਅਟੈਂਸ਼ਨ ਉਹਦੇ ਡਿਵਰਟ ਹੋ ਗਈ ਆ। ਇਲੈਕਸ਼ਨ ਦਾ ਜਿਹੜਾ ਹੈਗਾ ਸੀ ਗੱਠਜੋੜ ਬਣ ਰਹੇ ਸੀ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੋ ਗਿਆ ਹੁਣ ਕੀ ਹੋ ਗਿਆ। ਹੁਣ ਲੋਕਾਂ ਨੇ ਇਹਨਾਂ ਨੂੰ ਜਿਹੜਾ ਦਰਕਾਰਨਾ ਹੈਗਾ, ਲੋਕਾਂ ਨੇ ਇਹਨਾਂ ਨੂੰ ਭਜਾਉਣਾ। ਬਿਲਕੁਲ, ਸਿਆਸਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਲੈਕਸ਼ਨਸ ਕਿਵੇਂ ਜਿੱਤਣੀਆਂ ਨੇ ਤੇ ਸੱਤਾ 'ਚ ਕਿਵੇਂ ਬਣੇ ਰਹਿਣਾ, ਦੂਜੀਆਂ ਸਰਕਾਰਾਂ ਕਿਵੇਂ ਸੁੱਟਣੀਆਂ ਨੇ, ਔਰ ਉੱਥੇ ਫਿਰ ਕਿੱਦਾਂ ਸੱਤਾ ਦੇ ਉੱਤੇ ਕਾਬਜ਼ ਹੋਣਾ, ਆਪਣੀ ਸਰਕਾਰ ਕਿਵੇਂ ਬਣਾਉਣੀ ਹੈ। ਇਲੈਕਸ਼ਨਸ ਦਾ ਮਤਲਬ ਇਹ ਨਹੀਂ ਹੈਗਾ। ਜੀ 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 ਇਲੈਕਸ਼ਨਸ ਦਾ ਮਤਲਬ, ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਲੋਕਤੰਤਰ ਨੂੰ ਕਿਵੇਂ ਕਾਇਮ ਕਰਨਾ। ਜਦੋਂ ਤੁਸੀਂ ਕੰਮ ਵਧੀਆ ਕਰੋਗੇ ਨਾ, ਤਾਂ ਲੋਕ ਤੁਹਾਨੂੰ ਆਪਣੇ ਆਪ ਵੋਟ ਪਾ ਦੇਣਗੇ, ਤੁਹਾਨੂੰ ਦੂਸਰੀਆਂ ਸਰਕਾਰਾਂ ਸੁੱਟਣ ਦੀ ਲੋੜ ਨਹੀਂ ਪੈਣੀ। ਤੁਸੀਂ ਇਲੈਕਸ਼ਨਸ ਦੇ ਉੱਤੇ ਫੋਕਸ ਕਰਕੇ ਤੁਰੋਗੇ, ਤੁਹਾਨੂੰ ਇਹ ਨੌਬਤ ਨਹੀਂ ਆਏਗੀ, ਲੋਕ ਆਪੇ ਤੁਹਾਨੂੰ ਜਿਤਾ ਦਿੰਦੇ ਨੇ ਜਦੋਂ ਤੁਸੀਂ ਕੰਮ ਵਧੀਆ ਕਰਦੇ ਹੋ। ਇਹ ਪੂਰੀ ਦੁਨੀਆ ਜਾਣਦੀ ਹੈ। ਪੂਰੀ ਦੁਨੀਆ ਦੇ ਵਿੱਚ ਜਿਹੜੇ ਵੱਡੇ ਲੀਡਰਸ ਹੋਏ ਨੇ, ਉਹ ਸਿਰਫ ਗੱਲਾਂ ਨਾਲ ਨਹੀਂ ਹੋਏ, ਕੰਮ ਨਾਲ ਹੋਏ ਨੇ। ਉਹਨਾਂ ਦਾ ਕੰਮ ਬੋਲਦਾ ਹੈ, ਇਸ ਕਰਕੇ ਉਹ ਯਾਦ ਕੀਤੇ ਜਾਂਦੇ ਨੇ। ਸੋ ਇਹ ਗੱਲਾਂ ਨੇ ਜਿਹੜੀਆਂ, ਇਹ ਬਹੁਤ ਹੀ ਅਜੀਬ ਨੇ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਜਨਮ ਦਿੱਤਾ, ਸਾਡੇ ਤੋਂ ਡੈਮੋਕ੍ਰੇਸੀ ਚੱਲੀ, ਬਹੁਤ ਅਸੀਂ ਮਹਾਭਾਰਤ ਤੱਕ ਚਲੇ ਜਾਂਦੇ ਹਾਂ, ਪੁਰਾਣੇ ਗ੍ਰੰਥਾਂ ਤੱਕ ਚਲੇ ਜਾਂਦੇ ਹਾਂ। ਪਰ ਅੱਜ ਅਸੀਂ ਕੀ ਕਰਦੇ ਪਏ ਹਾਂ? ਉਹਨਾਂ ਗ੍ਰੰਥਾਂ ਦੀ ਗੱਲ ਠੀਕ ਹੈ ਕਰਦੇ ਹੋ, ਪਰ ਅੱਜ ਅਸੀਂ ਕੀ ਕਰਦੇ ਪਏ ਹਾਂ, ਇਹ ਪੂਰੀ ਦੁਨੀਆ ਚਰਚਾ ਕਰਦੀ ਪਈ ਹੈ, ਔਰ ਪੂਰੀ ਦੁਨੀਆ ਦੇ ਵਿੱਚ ਸਾਡੀ ਨਿੰਦਾ ਹੁੰਦੀ ਪਈ ਹੈ। ਸੋ ਅਸੀਂ ਗ੍ਰੰਥਾਂ ਦੀ ਤੇ ਵੇਦਾਂ ਦੀ ਤੇ ਉਪਨਿਸ਼ਦਾਂ ਦੀ ਗੱਲ ਹੀ ਕਰਦੇ ਆ, ਉਹਨਾਂ ਤੇ ਅਮਲ ਜਿਹੜਾ ਹੈਗਾ ਜ਼ੀਰੋ ਨਹੀਂ ਹੈਗਾ ਕਿਸੇ ਪਾਸੇ ਨਹੀਂ। ਫਿਰ ਕਹਿਣਗੇ ਸਾਡੇ ਇੱਥੇ ਗ੍ਰੰਥ ਨੇ, ਇੱਥੇ ਵੇਦ ਰਚੇ ਗਏ ਆ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ, ਇੱਥੇ ਸਾਰਾ ਜਿਹੜਾ ਇਸ਼ਟ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ। ਐਕਸ਼ਨ ਜਿਹੜਾ ਉਹ ਉਲਟ ਹੁੰਦਾ। ਜੇ ਉੱਤੇ ਅਮਲ ਕੀਤਾ ਜਾਵੇ, ਵੇਦਾਂ ਤੇ ਗ੍ਰੰਥਾਂ ਤੇ ਉਪਨਿਸ਼ਦਾਂ ਤੇ, ਉਹਦੇ ਤੇ ਜੇ ਅਮਲ ਕੀਤਾ ਜਾਵੇ ਤੇ ਇੱਥੇ ਵਾਹ ਨਹੀਂ ਹਿੱਲ ਸਕਦਾ, ਕੋਈ ਪੱਤਾ ਨਹੀਂ ਹਿੱਲ ਸਕਦਾ। ਤੁਸੀਂ ਦੇਖੋ ਨਾ, ਸਾਨੂੰ ਤਾਂ ਸੰਸਕਾਰ ਮਿਲਦੇ ਨੇ ਘਰਾਂ 'ਚੋਂ, ਔਰਤ ਦੀ ਇੱਜ਼ਤ ਕਰੋ। ਜੀ ਜੀ ਜੀ, ਇੰਨੀ ਗੱਲ ਬਹੁਤ ਹੈ, ਔਰਤ ਦੀ ਇੱਜ਼ਤ ਕਰੋ। ਇਹ ਇੱਜ਼ਤ ਕਰਦੇ ਪਏ। ਜਿੰਨੇ ਪੜ੍ਹ ਲੈ ਗਿਆ ਉਹਨੇ ਸਵਾਰਥੀ ਹੋ ਗਿਆ। ਜਿੰਨੇ ਪਹਿਲੇ ਲੋਕ ਸੀਗੇ, ਅਨਪੜ੍ਹ ਵੀ ਸੀਗੇ, ਉਹਨਾਂ 'ਚ ਨਿਮਰਤਾ ਸੀਗੀ, ਉਹਨਾਂ 'ਚ ਪਿਆਰ ਸੀ, ਮੁਹੱਬਤ ਸੀ, ਸਨੇਹ ਸੀ, ਆਪਣਤ ਸੀਗਾ, ਉਹ ਸਾਰਾ ਕੁਝ ਗਵਾਚ ਗਿਆ, ਜ਼ੀਰੋ ਹੋ ਗਿਆ। ਨਾ ਇਹਨਾਂ ਬੱਚਿਆਂ ਨੂੰ ਕੋਈ ਚੰਗੀ ਅਕਲ ਦਿੱਤੀ ਆ, ਨਾ ਇਹਨਾਂ ਨੂੰ ਅਕਲ ਆਈ ਆ, ਤੇ ਨਾ ਇਹਨਾਂ ਨੇ ਅੱਗੇ ਕਿਸੇ ਦੀ ਸਿਆਸਤ ਦੇ ਵਿੱਚ ਭਾਗੀਦਾਰੀ ਹੋ ਕੇ ਉਹਨਾਂ ਤੋਂ ਕੁਝ ਲੈਣਾ, ਨਾ ਕੁਝ ਉਹਨਾਂ ਕੋ ਪ੍ਰਾਪਤ ਕਰਨਾ। ਇਹ ਇਸ ਵੇਲੇ ਸਵਾਰਥੀ ਹੋ ਗਏ ਜਿੰਨੇ ਪੜ੍ਹ ਲਿਖ ਗਏ। ਬਕਾਇਦਾ ਤੌਰ 'ਤੇ ਸਾਡੇ ਜਿਹੜੇ ਪ੍ਰਸ਼ੰਸਕ ਨੇ ਜਾਂ ਜਿਹੜੇ ਸਾਡੇ ਜਿਹੜੇ ਫਿਲਾਸਫਰ ਨੇ, ਉਹ ਕਹਿੰਦੇ ਜਿੰਨਾ ਬੰਦਾ ਪੜ੍ਹ ਜਾਊਗਾ ਉਹਨਾਂ ਸਵਾਰਥੀ ਹੋ ਜਾਊਗਾ, ਉਹਨਾਂ ਸੈਲਫਿਸ਼ਨੈਸ ਹੋ ਜਾਊਗਾ, ਉਹਦੇ ਵਿੱਚ ਸਾਰੀ ਸੈਲਫਿਸ਼ ਆ ਜਾਊਗੀ, ਸਵਾਰਥਪੁਣੇ ਨਾਲ ਤਾਂ ਜੀ ਰਹੇ ਲੋਕ। ਗਿਵ ਐਂਡ ਟੇਕ ਦੀ ਗੱਲ ਹੋ ਗਈ ਬਸ। ਬਿਲਕੁਲ, ਤੁਸੀਂ ਹੁਣ ਪੜ੍ਹੇ ਲਿਖਿਆਂ ਦੀ ਗੱਲ ਕੀਤੀ ਹੈ। ਜੀ ਜੀ, ਪੁਰਾਣੇ ਲੋਕ ਪੜ੍ਹੇ ਹੋਏ ਨਹੀਂ ਸੀ, ਪਰ ਗੁੜੇ ਹੋਏ ਸੀ। ਔਰ ਅੱਜ ਵੀ ਪੜ੍ਹਾਈ ਲਿਖਾਈ ਦੇ ਉੱਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਬਰਤਾਨੀਆ ਨੇ ਉਚੇਰੀ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਈ ਨੁਕਤੇ ਚੁੱਕੇ ਨੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਗ੍ਰੇਟ ਬ੍ਰਿਟੇਨ ਕਿਹਾ ਜਾਂਦਾ। ਉੱਥੇ ਵੀ ਇਹ ਗੱਲ ਹੋਈ ਕਿ ਸਿਰਫ ਗ੍ਰੇਟ ਬ੍ਰਿਟੇਨ ਕਹਿਣ ਨਾਲ ਬ੍ਰਿਟੇਨ ਗ੍ਰੇਟ ਨਹੀਂ ਬਣ ਜਾਏਗਾ, ਗ੍ਰੇਟ ਕੰਮ ਵੀ ਕਰਨੇ ਪੈਣੇ ਨੇ। ਉੱਥੋਂ ਦੇ ਜਿਹੜੇ ਆਲੋਚਕ ਨੇ, ਉੱਥੋਂ ਦੇ ਜਿਹੜੇ ਚਿੰਤਕ ਨੇ, ਇਹ ਗੱਲਾਂ ਖੁੱਲ੍ਹੇਆਮ ਕਰਦੇ ਨੇ। ਸੋ ਸਿੱਖਿਆ ਪ੍ਰਣਾਲੀ ਦੇ ਵਿੱਚ, ਉਚੇਰੀ ਸਿੱਖਿਆ ਦੇ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅਸੀਂ ਜਾਣਦੇ ਹਾਂ ਕਿ ਬ੍ਰਿਟਾਨੀਆ ਦਾ ਜੋ ਇਤਿਹਾਸ ਹੈ, ਉੱਥੇ 500 ਸਾਲ ਪੁਰਾਣੀਆਂ ਯੂਨੀਵਰਸਿਟੀਆਂ ਅੱਜ ਵੀ ਕੰਮ ਕਰ ਰਹੀਆਂ ਨੇ, ਔਰ ਲੋਕ ਇੱਥੋਂ ਪੜ੍ਹਨ ਵਾਸਤੇ ਉੱਥੇ ਜਾਂਦੇ ਨੇ। ਲੰਡਨ ਸਕੂਲ ਆਫ ਕਾਮਰਸ, ਰਿਸ਼ੀ ਸੁਨਕ ਉੱਥੋਂ ਦੇ ਪੜ੍ਹੇ ਹੋਏ ਨੇ, ਜੋ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ, ਔਰ ਪੜ੍ਹ ਕੇ ਆਉਂਦੇ ਨੇ ਉੱਥੋਂ ਲੋਕ। ਸੋ ਇਹ ਸਭ ਚੀਜ਼ਾਂ ਦੇਖਦੇ ਹੋਏ ਹੁਣ ਕਈ ਹੋਰ ਨੁਕਤੇ ਉਹਨਾਂ ਨੇ ਚੁੱਕੇ ਨੇ, ਕਿਉਂਕਿ ਭਾਰਤ ਤੋਂ ਵੀ ਉਚੇਰੀ ਸਿੱਖਿਆ ਵਾਸਤੇ ਅੱਜ ਵੀ ਲੋਕ ਉੱਥੇ ਜਾਂਦੇ ਨੇ। ਅਸੀਂ ਵੀਜ਼ਾ ਦੀ ਗੱਲ ਹਮੇਸ਼ਾ ਕਰਦੇ ਰਹਿੰਦੇ ਹਾਂ। ਸੋ ਇਹ ਜਿਹੜੇ ਉਹਨਾਂ ਨੇ ਨਵੇਂ ਸਟੈਪ ਲੈਣੇ ਨੇ ਅੱਜ ਕੱਲ੍ਹ ਦੇ ਮਾਡਰਨ ਟਾਈਮ ਦੇ ਮੁਤਾਬਿਕ, ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਬਾਕੀ ਇੰਡੀਆ 'ਚ ਵੀ ਜਿਹੜੇ ਸਿਲੇਬਸ ਨੇ ਜਾਂ ਜਿਹੜੇ ਲੋਕਾਂ ਦੀਆਂ ਇੰਸਟੀਟਿਊਸ਼ਨ ਨੇ ਜਿਹਦੇ ਵਿੱਚ ਪੜ੍ਹਦੇ ਨੇ, ਉਹਨਾਂ ਨੇ ਉਹਦੇ 'ਚ ਅਪਡੇਟ ਕੀਤਾ। ਇੰਡੀਆ 'ਚ ਵੀ ਕੀਤਾ, ਕਿਉਂਕਿ ਕਹਿੰਦੇ ਸਭ ਤੋਂ ਟੌਪ 'ਤੇ ਜਿਹੜੀ ਹੈ ਬੰਬੇ, ਪੂਨਾ ਔਰ ਬੰਗਲੌਰ, 2-3 ਜਿਹੜੀ ਜਗ੍ਹਾ ਹੈਗੀ ਹੈ ਪੜ੍ਹਨ ਲਈ, ਹਾਇਰ ਐਜੂਕੇਸ਼ਨ ਮਿਲਦੀ ਉੱਥੇ। ਔਰ ਇਸੇ ਤਰੀਕੇ ਨਾਲ, ਇਸੇ ਜਿਹੜੀ ਪਰੰਪਰਾ ਨੂੰ ਅੱਗੇ ਤੋਰਦਿਆਂ ਬਰਤਾਨੀਆ ਨੇ ਵੀ ਅੱਗੇ ਆ ਗਈ ਇਸੇ ਕੰਮ 'ਤੇ, ਔਰ ਪੂਰੇ ਵਰਲਡ ਤੋਂ ਜਿਹੜੀ ਦੁਨੀਆ ਉੱਥੇ ਪੜ੍ਹਨ ਲਈ ਜਾਂਦੀ ਆ। ਪਹਿਲੇ ਨੰਬਰ 'ਤੇ ਚਾਈਨਾ, ਔਰ ਦੂਜੇ ਨੰਬਰ 'ਤੇ ਇੰਡੀਆ ਤੋਂ ਵੀ ਬਹੁਤ ਪੜ੍ਹਨ ਜਾ ਰਹੇ ਆ। ਅਸੀਂ ਦੂਜੇ ਨੰਬਰ 'ਤੇ ਹਾਂ, ਔਰ ਸਾਡੇ ਜਿੰਨੇ ਵੀ ਵਿਦਿਆਰਥੀ ਉੱਥੇ ਪਹੁੰਚ ਰਹੇ ਨੇ, ਉਹ ਉੱਥੇ ਸੋ ਕਾਲਡ ਜਿਹੜੀਆਂ ਇੰਸਟੀਟਿਊਸ਼ਨ ਵੀ ਹੈ ਸੀ, ਜਿਹੜੀਆਂ ਆਫਰ ਲੈਟਰ ਭੇਜ ਦਿੰਦੀਆਂ। ਔਰ ਉਸ ਤੋਂ ਬਾਅਦ ਜਿਹੜੇ ਇੱਥੇ ਏਜੰਟ ਬੈਠੇ ਨੇ ਇੰਡੀਆ 'ਚ ਜਾਂ ਚਾਈਨਾ 'ਚ, ਉਹ ਬੈਠੇ ਏਜੰਟ ਜਿਹੜੇ ਹੈਗੇ, ਉਹ ਉਹਨਾਂ ਕੋਲ ਪੈਸਾ ਬਟੋਰ ਕੇ ਡਾਕੂਮੈਂਟਸ ਕੋਲੋਂ ਲਾ ਕੇ ਸਾਰਾ ਕੁਝ ਭੇਜ ਦਿੰਦੇ ਸੀ।
ਕੁਝ ਬੱਚਿਆਂ ਦੀ ਮਨਸ਼ਾ ਹੁੰਦੀ ਕਿ ਸਾਨੂੰ ਉੱਥੋਂ ਦੀ ਜਿਹੜੀ ਪੀਆਰ ਮਿਲ ਜੇ, ਅਸੀਂ ਉੱਥੋਂ ਦੇ ਸਿਟੀਜ਼ਨ ਬਣ ਜਾਈਏ ਜੀ। ਉਹ ਵੀ ਕਰ ਕਰਕੇ ਹੈ, ਕਿਉਂਕਿ ਬੇਰੁਜ਼ਗਾਰੀ ਵੀ ਫੈਲੀ ਪਈ ਆ, ਨਸ਼ਾ ਵੀ ਫੈਲਿਆ ਪਿਆ, ਮਾਂ ਪਿਆਂ ਦਾ ਜੋ ਕੁਝ ਵਿਕਦਾ ਵੇਚ ਦਿਓ ਤੇ ਬੱਚਿਆਂ ਨੂੰ ਉੱਥੇ ਭੇਜ ਦਿਓ ਤਾਂ ਕਿ ਬੱਚੇ ਜਿਹੜੇ ਆਪਣਾ ਕੈਰੀਅਰ, ਆਪਣਾ ਜੀਵਨ ਜਿਹੜਾ ਵਧੀਆ ਬਣਾ ਸਕਣ, ਆਬ ਹਵਾ ਅੱਛੀ ਲੈ ਸਕਣ, ਕਿਉਂਕਿ ਇੱਥੇ ਮਿਲਾਵਟੀ ਖਾਣਾ ਖਾ ਕੇ ਨਸ਼ੇ 'ਚ ਗੁਲਚ ਹੋ ਕੇ ਜ਼ਿੰਦਗੀ ਨੂੰ ਅੱਗੇ ਚਲਾਉਣਾ ਔਖਾ ਹੋ ਜਾਂਦਾ। ਇਸੇ ਤਰ੍ਹਾਂ ਦੀਆਂ ਗੱਲਾਂ ਨੂੰ ਉਹਨਾਂ ਨੇ ਜਿਹੜਾ ਰਿਸ਼ੀ ਸੁਨਕ ਦੀ ਤੁਸੀਂ ਗੱਲ ਕੀਤੀ ਹੈ, ਇਹ ਪਹਿਲੇ ਹੁਣ ਭਾਰਤੀ ਮੂਲ ਦੇ ਉੱਥੋਂ ਦੇ ਪ੍ਰਧਾਨ ਮੰਤਰੀ ਆ, ਉਦੋਂ ਪਹਿਲਾਂ ਬੋਰਿਸ ਜੌਨਸਨ ਸੀਗੇ, ਉਹਨਾਂ ਦੇ ਵੇਲੇ ਵੀ ਬੜਾ ਕੁਝ ਇਹ ਫੈਲ ਚੁੱਕਿਆ ਸੀਗਾ। ਉਹਨੂੰ ਇਹਨਾਂ ਨੇ ਕੰਟਰੋਲ ਕਰਨ ਲਈ ਜਦੋਂ ਸ਼ਿਕਾਇਤਾਂ ਆਈਆਂ, ਯੂਨੀਵਰਸਿਟੀਆਂ ਨੂੰ ਇਹਨਾਂ ਨੇ ਹਦਾਇਤਾਂ ਕਰਤੀਆਂ, ਸਕੂਲਾਂ ਨੂੰ ਹਦਾਇਤਾਂ ਕਰਤੀਆਂ, ਕਾਲਜਾਂ ਨੂੰ ਕਰਤੀਆਂ। ਨਾ ਕੇਵਲ ਲੋਕ ਯੂਨੀਵਰਸਿਟੀਆਂ 'ਚ ਜਾਂਦੇ ਆ ਪੜ੍ਹਨ ਲਈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆਕਸਫੋਰਡ ਯੂਨੀਵਰਸਿਟੀ ਆ, ਲੰਡਨ 'ਚ ਬਹੁਤ ਇੰਸਟੀਟਿਊਸ਼ਨ ਹੈਗੀਆਂ, ਪੜ੍ਹਨ ਜਾ ਰਹੇ, ਹਰ ਸਟੱਡੀ ਲਈ ਜਾ ਰਹੇ ਆ। ਉਹਨਾਂ ਨੇ ਹੁਣ ਉਹਨਾਂ ਸਕੂਲਾਂ ਨੂੰ ਵੀ ਕਹਿਤਾ ਪੜ੍ਹਨ ਲਈ, ਸਕੂਲਾਂ 'ਚ ਵੀ ਜਾਂਦੇ ਬੱਚੇ ਛੋਟੀ ਉਮਰ 'ਚ ਵੀ ਜਾ ਰਹੇ ਇੰਗਲੈਂਡ ਪੜ੍ਹਨ ਲਈ। ਅੰਗਰੇਜ਼ੀ ਜਿਹੜੀ ਹੈਗੀ ਆ ਉਹਨੂੰ ਥੋੜ੍ਹਾ ਜਿਹਾ ਫਲੂਐਂਟਲੀ ਬੋਲਣ ਲਈ, ਅੰਗਰੇਜ਼ੀ ਪੜ੍ਹਨ ਲਈ ਲੋਕ ਜਾ ਰਹੇ ਆ, ਕਿਉਂਕਿ ਇਹ ਵਰਲਡ ਲੈਂਗੁਏਜ ਬਣ ਚੁੱਕੀ ਆ, ਹਰ ਜਗ੍ਹਾ ਅੰਗਰੇਜ਼ੀ ਕੰਮ ਆਉਂਦੀ ਆ। ਅਮਰੀਕਾ ਚਲ ਜਾਓ ਤੁਸੀਂ, ਅੰਗਰੇਜ਼ੀ ਹੈ ਪਰ ਅਮਰੀਕਨ ਉੱਥੇ ਉਹਦੇ ਸਪੈਲਿੰਗ ਹੋ ਰਿਹਾ, ਪਰ ਬੋਲਦੇ ਤਾਂ ਇੰਗਲਿਸ਼ ਹੀ ਆ। ਕੈਨੇਡਾ 'ਚ ਵੀ ਇੰਗਲਿਸ਼ ਕੰਮ ਆਉਂਦੀ ਹੈ ਨਾ, ਸਵਿਟਜ਼ਰਲੈਂਡ 'ਚ ਵੀ ਇੰਗਲਿਸ਼ ਕੰਮ ਆਉਂਦੀ ਆ, ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ 'ਚ ਜਿੱਥੇ ਇਹਨਾਂ ਦਾ ਰਾਜ ਰਿਹਾ। ਇੱਥੋਂ ਤੱਕ ਕਿ ਕੰਟੈਕਟ ਕਰਨਾ ਹੋਵੇ ਨਾ, ਭਾਰਤ ਵਿੱਚ ਵੀ ਜੇ ਥਾਂ ਥਾਂ ਤੇ ਵਿਚਰਨਾ ਹੋਵੇ, ਅੰਗਰੇਜ਼ੀ ਤੁਹਾਡਾ ਸਾਥ ਦੇਗੀ। ਇਸ ਕਰਕੇ ਇਹ ਲੈਂਗੁਏਜ ਜਿਹੜੀ ਹੈ ਨਾ, ਮਤਲਬ ਪੂਰੀ ਇੰਟਰਨੈਸ਼ਨਲ ਵੀ ਹੈ, ਨੈਸ਼ਨਲ ਲੈਵਲ ਤੇ ਵੀ ਥਾਂ ਥਾਂ ਦੇ ਉੱਤੇ ਕੰਮ ਆਉਂਦੀ ਹੈ ਸਾਡੇ। ਬਿਲਕੁਲ 26 ਜਿਹੜੇ ਅੱਖਰ ਆ ਜਿਹੜੇ ਹੈਗੇ ਆ ਇਹਨਾਂ ਦੇ, ਇਹਨਾਂ ਨੇ ਇੱਥੋਂ ਤੱਕ ਲੈਂਗੁਏਜ ਨੂੰ ਪਹੁੰਚਾਤਾ। ਡਬਲ ਮੀਨਿੰਗ ਵੀ ਹੈ ਇਹਦੇ ਔਰ ਮੀਨਿੰਗ ਵੀ ਹੈ, ਔਰ ਇਹਦੇ ਤੇ ਪੂਰੀ ਫਲੂਐਂਟਲੀ ਬੋਲ ਵੀ ਸਕਦੇ ਆ। ਜਦੋਂ ਕਿ ਸਾਡੇ ਜਿਹੜੇ ਉੱਥੇ ਬੱਚੇ ਪੜ੍ਹ ਗਏ ਉਹ ਅੰਗਰੇਜ਼ਾਂ ਤੋਂ ਵਧੀਆ ਬੋਲਦੇ ਆ, ਜਿੱਦਾਂ ਅੰਗਰੇਜ਼ ਪੰਜਾਬੀ ਬੋਲਣਾ ਸ਼ੁਰੂ ਕਰ ਦਿੰਦੇ ਆ। ਦੂਸਰੀ ਲੈਂਗੁਏਜ ਵੱਲ ਸਾਡੀ ਖਿੱਚ ਤਾਂ ਹੁੰਦੀ ਆ। ਅਸੀਂ ਕਹਿੰਦੇ ਐਕਸੈਂਟ ਚੇਂਜ ਨਹੀਂ ਹੁੰਦਾ, ਐਕਸੈਂਟ ਬਦਲਦਾ ਨਹੀਂਗਾ, ਬਦਲ ਜਾਂਦਾ ਵਾ। ਜਿਹੜੇ ਬੱਚੇ ਉੱਧਰ ਜਨਮੇ ਆ ਉਹ ਹੈਲੋ ਹਾਏ ਇਸ ਤਰ੍ਹਾਂ ਕਰਦੇ, ਇਸ ਤਰ੍ਹਾਂ ਬੋਲਦੇ, ਇਸ ਤਰ੍ਹਾਂ ਕਰਦੇ ਆ, ਜਸਟ ਲਾਈਕ ਐਜ਼ ਏ ਇੰਗਲਿਸ਼ਮੈਨ ਕਰਦੇ ਆ। ਚਾਹੇ ਸ਼ਕਲੋਂ ਪਤਾ ਲੱਗ ਜੇ ਤੁਹਾਨੂੰ ਵੀ ਇਹ ਪੰਜਾਬੀ ਆ, ਜਾਂ ਕੇਰਲਾ ਦਾ ਜਾਂ ਮਦਰਾਸ ਦਾ ਹੈਗਾ। ਪਰ ਇਸ ਵੇਲੇ ਜਿਹੜਾ ਉਹਨਾਂ ਨੇ ਸਿਲੇਬਸ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਕਮਰਿਆਂ ਦੇ ਵਿੱਚ ਬਣਾਈਆਂ ਇੰਸਟੀਟਿਊਸ਼ਨ ਸੀ ਐਜੂਕੇਸ਼ਨ, ਉਹਨਾਂ ਨੂੰ ਬੰਦ ਕਰਾ ਦਿੱਤਾ। ਹਰ ਐਜੂਕੇਸ਼ਨ ਜਿਹੜੀ ਆ ਟੋਟਲ ਉਹਨਾਂ ਨੇ ਉੱਥੋਂ ਤੱਕ ਉਹ ਬੰਦ ਕਰ ਦਿੱਤੀ ਉੱਥੇ, ਔਰ ਉਹਦਾ ਸਿਲੇਬਸ ਬਦਲ ਕੇ ਜਿਹੜੇ ਬੱਚੇ ਉੱਥੇ ਜਾਣਾ ਚਾਹੁੰਦੇ ਸੀ ਹੁਣ ਉਹਨਾਂ ਨੂੰ ਚਿੰਤਾ ਪੈ ਗਈ ਆ। ਇਹਦੇ 'ਤੇ ਜਿਹੜਾ ਸਭ ਤੋਂ ਜ਼ਿਆਦਾ ਕੈਨੇਡਾ 'ਚ ਲੋਕ ਫਿਰ ਜ਼ਿਆਦਾ ਜਾਣਗੇ ਔਰ ਅਮਰੀਕਾ 'ਚ ਜ਼ਿਆਦਾ ਜਾਣਗੇ, ਕਿਉਂਕਿ ਇੱਥੇ ਥੋੜ੍ਹਾ ਜਿਹਾ ਪਾਬੰਦੀ ਲਾਤੀ ਇਹਨਾਂ ਨੇ। ਉਹ ਹੁਣ ਸਾਰੇ ਸਟੂਡੈਂਟਸ ਨੂੰ ਪਤਾ ਲੱਗਾ ਇੱਥੇ ਜਾਣਾ ਔਖਾ ਲੱਗਦਾ, ਔਰ ਜਿਹੜੇ ਵੀ ਟਰੈਵਲ ਏਜੰਟ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਧੋਖਾਧੜੀ ਵੀ ਨਹੀਂ ਚੱਲਣੀ, ਕਿਉਂਕਿ ਪੰਜਾਬ ਸਰਕਾਰ ਨੇ ਵੀ ਥੋੜ੍ਹੀ ਜਿਹੀ ਸ਼ਾਇਦ ਜਿਹੜਾ ਲੋਕਾਂ ਨੂੰ ਖਿੱਚ ਧੁੱਕ ਪਾਈ ਆ, ਔਰ ਉਹਦੇ 'ਤੇ ਲੋਕਾਂ ਕੋਲ ਮੰਗਿਆ। ਹੁਣ ਉਹਨਾਂ ਦੀ ਮੰਥਲੀ ਰਿਪੋਰਟ ਮੰਗ ਰਹੇ ਆ ਜਿਹੜੇ ਟਰੈਵਲ ਏਜੰਟ ਆ, ਉਹਨਾਂ ਕੋਲ ਜਿਹੜੇ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਸਬਮਿਟ ਕਰਨੀ ਪੈਂਦੀ ਆ। ਜਿਹਦੇ ਕੋਲ ਮੰਥਲੀ ਰਿਪੋਰਟ ਨਹੀਂ ਗਈ ਉਹਦਾ ਫਿਰ ਕੈਂਸਲ ਕਰ ਦਿੰਦੇ ਸਾਰੇ ਦਾ, ਉਹ ਜਿਹੜੀ ਇਮੀਗ੍ਰੇਸ਼ਨ ਲਾਇਸੈਂਸ ਆ ਉਹਨਾਂ ਦਾ। ਔਰ ਇਹ ਸਾਰੇ ਦੇਸ਼ਾਂ 'ਚ ਰੌਲਾ ਤਾਂ ਪਿਆ ਵਾ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਹਾਇਰ ਐਜੂਕੇਸ਼ਨ ਜਿਹੜੀ ਆ ਉੱਥੇ ਹੀ ਕਰਦੇ ਆ, ਉੱਥੇ ਲੰਡਨ ਦੇ ਵਿੱਚ ਆਲੇ ਦੁਆਲੇ ਹੈਗਾ, ਪਰ ਲੰਡਨ ਮਹਿੰਗਾ ਜ਼ਰੂਰ ਹੈਗਾ ਔਰ ਕੰਮ ਦੀ ਘਾਟ ਵੀ ਹੈਗੀ ਆ। 2-2 ਪਾਉਂਡ 'ਤੇ ਵੀ ਬੱਚੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ, ਔਰ ਉੱਥੇ ਕੰਮ ਜਿਹੜਾ ਜ਼ਿਆਦਾ ਦੁਨੀਆ ਜਦੋਂ ਚੱਲ ਜਾਂਦੀ ਹੈ ਫਿਰ ਤੁਹਾਨੂੰ ਕੰਮ ਮਿਲਣਾ ਔਖਾ ਹੋ ਜਾਂਦਾ। ਔਰ ਜੇ ਹਾਇਰ ਸਟੱਡੀ ਦੀ ਗੱਲ ਕਰੀਏ, ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਜਿੰਨੇ ਸਿਆਸਤ ਦੇ ਵੱਡੇ ਲੀਡਰ ਉੱਥੇ ਪੜ੍ਹੇ ਆ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਔਰ ਉਸ ਤੋਂ ਬਾਅਦ ਮਹਾਤਮਾ ਗਾਂਧੀ, ਔਰ ਉਸ ਤੋਂ ਬਾਅਦ ਜਿੰਨੇ ਸਾਡੇ ਸਰਦਾਰ ਪਟੇਲ, ਔਰ ਜਿੰਨੇ ਸਾਡੇ ਵੱਡੇ ਨੇਤਾ ਸੀਗੇ ਸਾਰੇ ਉੱਥੇ ਇੰਗਲੈਂਡ ਤੋਂ ਪੜ੍ਹ ਕੇ ਆਏ। ਤਦੇ ਇੰਗਲਿਸ਼ ਬੋਲਦੇ ਸੀ, ਤਦੇ ਉਹਨਾਂ ਨੂੰ ਪਤਾ ਸੀ, ਔਰ ਉਦੋਂ ਥੋੜ੍ਹਾ ਜਿਹਾ ਖਿੱਚ ਵੀ ਸੀਗੀ ਕਿਉਂਕਿ ਇਹਨਾਂ ਨੇ ਸਾਡੇ 'ਤੇ ਰਾਜ ਕੀਤਾ ਅਤੇ ਸਾਡੇ ਜਿਹੜੇ ਵਿਦਿਆਰਥੀ ਵੀ ਜਾਣਾ ਚਾਹੁੰਦੇ ਸੀ ਵੀ ਉਹਨਾਂ ਨੂੰ ਵੇਖੀ ਉੱਥੇ ਕੀ ਆ, ਔਰ ਸਾਰਾ ਹੋਇਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਲੈ ਕੇ ਹੈ ਨਾ, ਮਹਾਰਾਣੀ ਜਿੰਦਾ ਖੁਦ ਉੱਥੇ ਗਏ ਹੈ ਨਾ, ਉਹਦੇ 'ਤੇ ਜਿੰਨੇ ਵੀ ਸਾਰੇ ਇਹਨਾਂ ਦੇ ਬੱਚੇ ਉਹ ਵੀ ਉੱਥੇ ਗਏ, ਔਰ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਲੈ ਗਏ ਸੀ ਚੁੱਕ ਕੇ, ਔਰ ਕੋਹਿਨੂਰ ਹੀਰਾ ਸਾਰਾ ਕੁਛ ਇੰਡੀਆ ਦਾ ਤਾਂ ਹੁੰਜਾ ਫੇਰ ਦਿੱਤਾ ਉਹਨਾਂ ਨੇ ਸਾਰਾ ਕੁਝ। ਪਰ ਹੁਣ ਅਸੀਂ ਸਿਆਣੇ ਹੋ ਗਏ, ਸਾਡੇ ਲੋਕ ਬੱਚੇ ਸਾਰਾ ਕੁਝ ਆ ਪੜ੍ਹਾਈ ਦੇ ਵਿੱਚ ਤਬਦੀਲੀ ਕਰ ਦਿੱਤੀ ਵੱਡੀ ਦੀ ਵੱਡੀ। ਇਹਦੇ ਵਿੱਚ ਵਿਦਿਆਰਥੀ ਖੁਸ਼ ਨੇ, ਪਰ ਜਿਹੜੇ ਹੇੜਾਂ ਜਿਹਨੂੰ ਪੰਜਾਬੀ ਜਾਂਦੇ ਆ ਉਹ ਜਾਂਦੇ ਸੀ, ਉਹ ਹਟ ਜਾਣਗੇ। ਜਿਹੜੇ ਜਾ ਕੇ ਗਲਤ ਕਾਗਜ਼ ਭੇਜਦੇ ਸੀ, ਗਲਤ ਡਾਕੂਮੈਂਟਸ ਦਿੰਦੇ, ਫੇਕ ਜਾਂਦੇ ਸੀਗੇ, ਉਹ ਰੁਕਾਵਟ ਲਾਤੀ ਆ। ਔਰ ਇਹ ਰਿਸ਼ੀ ਸੁਨਕ ਜਿਹੜੇ ਆ ਜੰਪਲ ਜਿਹੜੇ ਇੰਡੀਆ ਦੇ ਹੀ, ਉਹਨਾਂ ਨੂੰ ਪਤਾ ਹੈਗਾ ਕਿ ਇੰਡੀਆ ਵਾਲੇ ਕੀ ਕਰਦੇ ਤਾਂ ਅਸੀਂ ਕੀ ਕਰਦੇ ਹਾਂ। ਹੁਣ ਉਹਨਾਂ ਨੇ ਇਹ 'ਤੇ ਤਦੀ ਵੱਡੀ ਰੋਕ ਲਾਤੀ ਜੀ। ਹੁਣ ਆਪਾਂ ਅੱਗੇ ਵਧਦੇ ਹਾਂ। ਸੋਸ਼ਲ ਮੀਡੀਆ ਦੀ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਸੋਸ਼ਲ ਮੀਡੀਆ ਕਾਫੀ ਐਕਟਿਵ ਹੈ, ਇਸ ਕਰਕੇ ਸਾਡੇ ਤੱਕ ਸਾਰੀ ਨਿਊਜ਼ ਪਹੁੰਚ ਜਾਂਦੀ ਹੈ। ਪਰ ਅਮਰੀਕਾ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਫੇਕ ਨਿਊਜ਼ ਯਾਨੀ ਕਿ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਸਨ 2024 ਦੀਆਂ, ਉਹਦੇ ਵਿੱਚ ਕੁਝ ਖਤਰਾ ਪੈਦਾ ਹੋ ਸਕਦਾ ਹੈ। ਕਿਸੇ ਪਾਰਟੀ ਨੂੰ ਕੋਈ, ਕਿਸੇ ਕੈਂਡੀਡੇਟ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਸੋ ਇਸ ਕਰਕੇ ਇਸ ਦੇ ਉੱਤੇ ਚੈੱਕ ਰੱਖਣ ਵਾਸਤੇ ਕਿ ਫੇਕ ਨਿਊਜ਼ ਨਾ ਫੈਲੇ ਸੋਸ਼ਲ ਮੀਡੀਆ ਦੇ ਉੱਤੇ, ਅਮਰੀਕਾ ਦੀ ਸਰਕਾਰ ਕਾਫੀ ਜ਼ਿਆਦਾ ਸਰਗਰਮ ਹੋ ਚੁੱਕੀ ਹੈ। ਹਾਂ, ਇਹਦੇ ਵਿੱਚ ਇਹਨਾਂ ਨੇ ਇੱਕ ਏਜੰਸੀ ਬਣਾ ਦਿੱਤੀ ਹੈ ਜਿਹੜੀ ਉਹਨਾਂ 'ਤੇ ਰੋਕ ਲਾਉਣ ਲਈ, ਰੋਕ ਵੇਖਣ ਲਈ, ਜਿਹੜੇ ਗਲਤ ਪੋਸਟਾਂ ਕਰਦੇ ਆ, ਫੇਕ ਨਿਊਜ਼ ਦਿੰਦੇ ਆ, ਜਿਹਦੇ ਵਿੱਚ ਜਿਹੜੀ ਰੋਂਗ ਇਨਫੋਰਮੇਸ਼ਨ ਜਾ ਰਹੀ ਆ ਉਹਦਾ ਕੋਈ ਬੇਸ ਨਹੀਂ ਹੁੰਦਾ,
ਉਹਨਾਂ ਨੇ ਉਹ 'ਤੇ ਵੇਖ ਲਿਆ ਵੀ ਕੌਣ ਕਿੱਧਰੋਂ ਆ ਰਹੀਆਂ, ਉਹਨਾਂ ਦੀ ਆਈਡੀ ਕੀ ਹੈਗੀ ਆ, ਉਹਨਾਂ ਦੇ ਅਕਾਊਂਟਸ ਕੀ ਹੈਗੇ ਆ, ਜਿੱਤੇ ਜਿਹੜੇ ਕਰ ਰਹੇ ਆ। ਫੇਸਬੁੱਕ 'ਤੇ ਵੀ ਹੈਗੇ, ਉਹਨਾਂ ਨੇ ਕੀਤਾ ਹੈਗਾ, ਔਰ ਤੇ YouTube 'ਤੇ ਵੀ ਉਹਨਾਂ ਨੇ ਵੇਖਿਆ ਕਿੱਧਰ ਜਾ ਰਿਹਾ ਹੈਗਾ। ਟਵਿੱਟਰਸ 'ਤੇ ਵੀ ਉਹਨਾਂ ਨੇ ਦੇਖਿਆ ਜਿਹੜੇ ਗਲਤ ਪੋਸਟਾਂ ਪਾ ਰਹੇ ਸੀ, ਉਹਨਾਂ ਨੇ ਉਹਨਾਂ 'ਤੇ ਇਹ ਨੁਕਤਾਚੀਨੀ ਨਹੀਂ ਕੀਤੀ, ਸਗੋਂ ਕੰਟਰੋਲ ਵੀ ਕੀਤਾ ਕਿ ਇਹ ਅਸੀਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਫੜਿਆ ਗਿਆ ਜਾਂ ਤਾਂ ਉਹਦੀਆਂ ਉਹ ਵੋਟਾਂ ਕੈਂਸਲ ਕਰਾਂਗੇ, ਜੇ ਨੇਤਾ ਫੜਿਆ ਗਿਆ ਤਾਂ ਉਹਦਾ ਸਾਰਾ ਕੁਝ ਹੋਊਗਾ। ਖਾਸ ਤੌਰ 'ਤੇ ਇਹਨਾਂ ਨੇ ਉੱਥੋਂ ਦੀਆਂ ਲੋਕਲ ਕੰਪਨੀਆਂ ਜਿਹੜੀਆਂ ਆਪਣੇ ਗਲਤ ਪ੍ਰੋਡਕਟ ਬਣਾ ਕੇ ਵੀ ਵੇਚਦੀਆਂ ਸੀਗੀਆਂ, ਉਹਨਾਂ ਨੂੰ ਇਹ ਅਸਲ 'ਚ ਇਹਨਾਂ ਨੂੰ ਦੇ ਰਿਹਾ ਕਿ ਜਿਹੜੀ ਪੋਸਟ ਪਾਉਂਦੇ ਉਹਦੇ ਵਿੱਚ ਅਟਰੈਕਸ਼ਨ ਦੇਣ ਲਈ ਉਹਨੂੰ ਕਲਰਫੁੱਲ ਬਣਾ ਕੇ ਉਹਦੇ 'ਤੇ ਕਈ ਤਰ੍ਹਾਂ ਦੇ ਪੋਜ਼ ਦੇ ਕੇ ਉਹਨੂੰ ਕਈ ਤਰ੍ਹਾਂ ਦੀ ਜਿਹੜੀਆਂ ਗ੍ਰਾਫਿਕਸ ਡਿਜ਼ਾਈਨ ਦੇ ਕੇ ਜਦੋਂ ਪੇਸ਼ ਕਰਦੇ ਸੀਗੇ। ਬੇਸਿਕਲੀ ਉਹ ਪ੍ਰੋਡਕਟ ਉਸ ਤਰ੍ਹਾਂ ਦੀਆਂ ਨਹੀਂ ਸੀ ਹੈਗੀਆਂ, ਔਰ ਉਹਦੇ 'ਤੇ ਜੋ ਕੁਝ ਪੇਸ਼ ਕਰਦੇ ਸੀਗੇ ਸਲੋਗਨ, ਜਿਹਦੇ 'ਚ ਉਹਨਾਂ ਦੇ ਸਲੋਗਨ ਜਾਂਦੇ ਸੀਗੇ, ਜਿਹਦੇ ਵਿੱਚ ਉਹਨਾਂ ਦੀਆਂ ਪੋਇਟਰੀ ਨਾਲ ਸਲੋਗਨ ਬਣਾ ਕੇ ਭੇਜਦੇ ਸੀ, ਉਹਦੇ ਵਿੱਚ ਉਹ ਫੇਕ ਸੀਗੀ, ਸਾਰਾ ਕੁਝ ਪਿੱਛੇ ਕੁਝ ਵੀ ਨਹੀਂ ਸੀਗਾ। ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਫ੍ਰੀ ਆਫ ਕਾਸਟ ਹੈਗੇ, ਇਸੇ ਕਰਕੇ ਤੇ ਦੇਈ ਜਾ ਰਹੇ ਆ। ਔਰ ਇਹਨਾਂ ਨੇ ਕਿਹਾ ਕਿ ਹੁਣ ਉੱਤੇ ਕੰਟਰੋਲ ਕੀਤਾ ਜਾਊਗਾ। ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਹਦਾਇਤਾਂ ਕਰਤੀਆਂ ਸਾਰੇ ਇਹ ਜਿਹੜੇ ਏਜੰਸੀਆਂ ਨੇ, ਔਰ ਏਜੰਸੀਆਂ ਨੂੰ ਕਹਿਤਾ ਕਿ ਜਿਹੜੀ ਵੀ ਆਉਂਦੀ ਹੈ ਕੰਟਰੋਲ ਕਰਨਾ ਤੁਹਾਡਾ ਫਰਜ਼ ਬਣਦਾ। ਕੰਪਨੀਆਂ ਨੂੰ ਇੰਸਟਰਕਸ਼ਨਾਂ ਚਲੇ ਗਈਆਂ ਜਿਹੜੀਆਂ ਇਹਨਾਂ ਸਪੈਸ਼ਲ ਏਜੰਸੀ ਬਣਾਤੀ ਆ, ਅਮਰੀਕਨ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਸੰਭਾਲਿਆ ਗਿਆ। ਔਰ ਇਹਦੇ ਤਰ੍ਹਾਂ ਹੈਗਾ ਕਿ ਜੇ ਅਮਰੀਕਾ ਇਸ ਤਰ੍ਹਾਂ ਦੀ ਗੱਲ ਕਰ ਰਿਹਾ, ਜਿਸ ਤਰ੍ਹਾਂ ਤੁਸੀਂ ਕਦੀ ਗੱਲ ਕਰਦੇ ਉੱਥੇ ਗਨ ਕਲਚਰ ਦੀ ਜਿਹੜਾ ਜ਼ਿਆਦਾ ਹੋ ਜਾਂਦਾ, ਔਰਤਾਂ ਜ਼ਿਆਦਾ ਗੰਨਾਂ ਖਰੀਦ ਰਹੀਆਂ, ਉੱਤੇ ਕੰਟਰੋਲ ਤਾਂ ਨਹੀਂ ਕੀਤਾ, ਪਰ ਇੱਥੇ ਸੋਸ਼ਲ ਮੀਡੀਆ 'ਤੇ ਕਰਤਾ। ਇਹ ਵੀ ਇੱਕ ਤਰ੍ਹਾਂ ਦੀਆਂ ਗੰਨਾਂ ਹੀ ਚਲਾ ਰਹੇ ਆ, ਇਹ ਵੀ ਇਸ ਤਰ੍ਹਾਂ ਦੀਆਂ ਤੋਪਾਂ ਹੀ ਚਲਾ ਰਹੇ ਆ, ਗਲਤ ਤੋਪਾਂ ਚਲਾ ਰਹੇ ਆ। ਇੰਡੀਆ ਨੂੰ ਵੀ ਚਾਹੀਦਾ ਕਿ ਇੰਡੀਆ ਦੇ ਵਿੱਚ ਵੀ ਜਿਹੜੀ ਲੜਾਈ ਝਗੜਾ ਮਾਰਦੇ ਕੁੱਟਦੇ ਇਹ ਫੇਕ ਜਿਹੜੀਆਂ ਪੋਸਟਾਂ ਹੋ ਰਹੀਆਂ, ਪੋਸਟ ਕਰ ਰਹੇ ਆ, ਉਹਦੇ 'ਤੇ ਹੋ ਰਿਹਾ। ਇੰਡੀਆ ਨੂੰ ਵੀ ਇਸ ਤਰ੍ਹਾਂ ਦੀ ਕੋਈ ਏਜੰਸੀ ਬਣਾਉਣੀ ਚਾਹੀਦੀ ਹੈ ਜਿਹੜਾ ਇੱਥੇ ਕੰਟਰੋਲ ਕਰੇ। ਜਿਹੜਾ ਸੂਚਨਾ ਅਤੇ ਪ੍ਰਸਾਰਣ ਸਾਡਾ ਮਹਿਕਮਾ ਹੈਗਾ, ਇਨਫੋਰਮੇਸ਼ਨ ਬ੍ਰੌਡਕਾਸਟ ਜਿਹੜਾ ਮਹਿਕਮਾ ਹੈਗਾ, ਉਹਨੂੰ ਚਾਹੀਦਾ ਕੰਟਰੋਲ ਕਰ ਇਹਦੇ 'ਤੇ। ਉਹਦੇ ਕੋਲ ਚੈਨਲ ਤਾਂ ਹੈਗੇ, ਡਿਜੀਟਲ ਚੈਨਲ ਜਿਹੜੇ ਹੈਗੇ ਉਹਨਾਂ ਨੂੰ ਰੈਂਟ ਦਿੰਦੇ, ਕਿਰਾਇਆ ਦਿੰਦੇ ਆ, ਉਹਨਾਂ ਦਾ ਤਾਂ ਹੈ, ਪਰ ਇਹਦੇ 'ਤੇ ਵੀ ਚਾਹੀਦਾ ਸੋਸ਼ਲ ਮੀਡੀਆ 'ਤੇ ਕੰਟਰੋਲ ਹੁੰਦਾ ਤਾਂ ਲੜਾਈ ਬੰਦ ਹੋ ਜੂ। ਸੋਸ਼ਲ ਮੀਡੀਆ 'ਤੇ ਕੰਟਰੋਲ ਹੁੰਦਾ ਤੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚੂਗਾ, ਮੈਂਟਲੀ ਅਪਸੈਟ ਨਹੀਂ ਹੋਣਗੇ ਲੋਕ। ਔਰ ਉਹਦੇ ਦੇ ਹੁਣੇ ਆ ਜਿਹੜਾ ਪਾਕਿਸਤਾਨ ਤੋਂ ਸੀਮਾ ਹੈਦਰ ਕੁੜੀ ਆਈ ਹੈ, ਉਹਦੇ ਸੋਸ਼ਲ ਮੀਡੀਆ ਦੇ ਰਾਹੀਂ ਆ ਗਈ, ਉਹਦੇ 'ਤੇ ਰੌਲਾ ਪੈ ਗਿਆ ਪੂਰੇ ਦਾ ਪੂਰਾ। ਸਚਨਾ ਮੁੰਡਾ ਜਿਹੜਾ ਨੋਇਡਾ 'ਚ ਦਿੱਲੀ ਦੇ ਨੇੜੇ ਰਹਿੰਦਾ ਹੈਗਾ, ਪਾਕਿਸਤਾਨ 'ਚ ਉਹਨੇ ਉਹ ਔਨ ਫੋਨ ਹੀ ਉੱਤੇ ਉਹਨੂੰ ਕਹਿਤਾ ਵੀ ਮੇਰਾ ਤਲਾਕ 3 ਵਾਰੀ ਤਲਾਕ ਕਰ ਦਿੱਤਾ। ਇਹ ਹੈਗਾ ਰੌਲਾ। ਹੁਣ ਇਹਦੇ ਵਿੱਚ ਜਿਹੜੀਆਂ ਖੁਫੀਆ ਏਜੰਸੀਆਂ ਕਹਿ ਰਹੀਆਂ ਇਹਦੇ 'ਤੇ ਵੀ ਇਹ ਕੋਈ ਨਾ ਕੋਈ ਏਜੰਟ ਹੋ ਸਕਦੀ ਆ, ਔਰ ਕੋਈ ਕਹਿ ਰਿਹਾ ਆਰਮੀ ਦੀ ਕੈਪਟਨ ਆ, ਕੋਈ ਕੁਛ ਕਹਿ ਰਿਹਾ, ਅਜੇ ਤੱਕ ਕੁਛ ਨਹੀਂ ਪਤਾ ਲੱਗਾ। ਉਹ ਕੁੜੀ ਨੂੰ ਇਹਦੇ ਨਾਲ ਪਿਆਰ ਹੋ ਗਿਆ, ਮੁੰਡੇ ਨੇ ਐਕਸੈਪਟ ਕਰ ਲਿਆ, ਉਹਨੂੰ ਆ ਗਿਆ। ਹੁਣ ਮੁੰਡਾ ਕੋ ਵੀ ਰਿਪੋਰਟਾਂ ਗਲਤ ਦਵਾ ਰਹੇ ਆ ਕਿ ਤੂੰ ਜਿਹੜੀ ਆ ਹੁਣ ਇੱਥੋਂ ਚਲੇ ਜਾ, ਮੈਂ ਤੇਰੇ ਨਾਲ ਕੋਈ ਲਿੰਕ ਨਹੀਂ ਰੱਖਣਾ, ਕੋਈ ਕੋ ਵੀ ਹੁਣ ਜਾ ਰਹੀ ਆ। ਇਹ ਸਾਰਾ ਜਿਹੜਾ ਰੌਲਾ ਰੱਪਾ ਜਿਹੜੀ ਹੈਗੀ ਆ ਨਾ ਹਨੇਰਗਰਦੀ ਆ, ਇਹ ਸੋਸ਼ਲ ਮੀਡੀਆ ਨੇ ਪਾਈ ਹੈ। ਇਹ ਤਦ ਕਰਕੇ ਅਸੀਂ ਗੱਲ ਕੀਤੀ ਅਮਰੀਕਾ ਦੀ, ਤੁਸੀਂ ਗੱਲ ਛੇੜੀ ਹੋਣੇ ਕਿ ਅਮਰੀਕਾ ਦੇ ਵਿੱਚ ਆਉਣ ਵਾਲੀ ਇਲੈਕਸ਼ਨ 'ਚ ਰੌਲਾ ਪਿਆ, ਤੇ ਇੰਡੀਆ 'ਚ ਕਿਹੜੀ ਇਲੈਕਸ਼ਨ ਹੈ, ਨਾਲ ਹੀ ਇਲੈਕਸ਼ਨ ਆ। ਇਹ ਇੰਡੀਆ 'ਚ ਵੀ ਆਗਾਮੀ ਚੋਣਾਂ ਸਿਰ 'ਤੇ ਆ ਗਈਆਂ, ਇਸੇ ਕਰਕੇ ਸਾਰੇ ਸੂਬਿਆਂ 'ਚ ਰੌਲਾ ਪੈ ਰਿਹਾ, ਇਸੇ ਕਰਕੇ ਸੋਸ਼ਲ ਮੀਡੀਆ 'ਤੇ ਪੈ ਰਿਹਾ। ਇਹ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ, ਬਿਲਕੁਲ ਕੰਟਰੋਲ ਕਰਨਾ ਚਾਹੀਦਾ। ਅਸੀਂ ਦੇਖਦੇ ਹਾਂ ਕਿ ਕਈ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਟ੍ਰੋਲ ਆਰਮੀ ਰੱਖੀ ਹੋਈ ਹੈ, ਇੱਕ ਦੂਜੇ ਨੇਤਾਵਾਂ ਨੂੰ ਬਦਨਾਮ ਕਰਨ ਵਾਸਤੇ, ਇਮੇਜ ਖਰਾਬ ਕਰਾਉਣ ਵਾਸਤੇ। ਸੋ ਇਹ ਟ੍ਰੋਲਿੰਗ ਵੀ ਚੱਲਦੀ ਰਹਿੰਦੀ ਹੈ। ਸਹੀ ਗੱਲ। ਸੋ ਸੋਸ਼ਲ ਮੀਡੀਆ ਦੇ ਜਿੰਨੇ ਫਾਇਦੇ ਨੇ ਉਸ ਤੋਂ ਜ਼ਿਆਦਾ ਨੁਕਸਾਨ ਹੋਣ ਲੱਗ ਪੈਂਦੇ ਨੇ ਜਦੋਂ ਉਹਦਾ ਗਲਤ ਇਸਤੇਮਾਲ ਹੋਵੇ। ਬਸ ਉਹੀ ਹੈ, ਸੋਚ ਹੈ। ਇੱਕ ਚੀਜ਼ ਦਾ ਸਹੀ ਇਸਤੇਮਾਲ ਵਧੀਆ ਹੈ, ਇੱਕ ਚੀਜ਼ ਦਾ ਗਲਤ ਇਸਤੇਮਾਲ ਘਟੀਆ ਹੈ। ਸਾਡੀ ਸੋਚ ਕਿੱਦਾਂ ਦੀ ਹੈ, ਅਸੀਂ ਆਪਣੀ ਸੋਚ ਦੇ ਮੁਤਾਬਿਕ ਉਹਨੂੰ ਇਸਤੇਮਾਲ ਕਰਦੇ ਹਾਂ। ਸੋਸ਼ਲ ਮੀਡੀਆ ਬਹੁਤ ਵਧੀਆ ਚੀਜ਼ ਆ, ਪਰ ਜੇ ਉਹਦਾ ਗਲਤ ਇਸਤੇਮਾਲ ਕਰੋਗੇ ਤਾਂ ਫਿਰ ਉਹ ਗਲਤ ਰਿਜ਼ਲਟ ਕੋਈ ਵੀ ਚੀਜ਼ ਜੇ ਨੈਗੇਟਿਵਿਟੀ ਤਰੀਕੇ ਨਾਲ ਉਹਨੂੰ ਤੁਸੀਂ ਯੂਜ਼ ਕਰੋਗੇ ਤਾਂ ਉਹ ਨੈਗੇਟਿਵ ਹੀ ਰਿਜ਼ਲਟ ਆਉਣਗੇ। ਜੇ ਤੁਸੀਂ ਤਰੀਕੇ ਨਾਲ, ਨੀਤੀ ਨਾਲ, ਸਾਫ਼ ਨੀਤੀ ਨਾਲ ਕੰਮ ਕਰੋਗੇ, ਪੋਜ਼ਿਟਿਵਿਟੀ ਦੇ ਨਾਲ ਕਰੋਗੇ ਤਾਂ ਉਹਦੇ 'ਤੇ ਕੋਈ ਨੁਕਸਾਨ ਨਹੀਂ ਹੁੰਦਾ। ਇਹ ਇੱਕ ਇਹਨੂੰ ਕਹਿੰਦੇ ਆ ਜਿਹੜੀ ਆ ਨਾ ਭੇਡ ਚਾਲ, ਦੌੜ ਭੱਜ, ਵੇਖਾ ਵਾਖੀ, ਇਹ ਹੈਗਾ। ਉਹ ਇੱਕ ਵਾਰੀ ਉਹ ਰਿਲਾਇੰਸ ਵਾਲਿਆਂ ਨੇ ਕਰ ਲਓ ਦੁਨੀਆ ਮੁੱਠੀ ਮੇ ਮੋਬਾਈਲ ਦਿੱਤੇ ਸੀਗੇ, ਔਰ ਮੋਬਾਈਲ ਲੋਕਾਂ ਨੇ 500 ਦੇ ਮੋਬਾਈਲ ਲੈ ਲਏ, ਮੁੜ ਕੇ ਕਿਸੇ ਨੇ ਬਿੱਲ ਨਹੀਂ ਦਿੱਤਾ, ਕੁਛ ਨਹੀਂ ਹੋਇਆ, ਰੌਲਾ ਪੂਰਾ ਪਿਆ। ਹਰ ਬੰਦੇ ਦੇ ਹੱਥ 'ਚ ਮੋਬਾਈਲ ਸੀਗਾ। ਜਿਹੜਾ ਸਫਾਈ ਕਰਨ ਵਾਲੇ ਉਹਨਾਂ ਦੇ ਮੋਬਾਈਲ ਸੰਦਾ ਆਇਆ, ਮੈਂ ਗਲੀ ਕਰ ਦਿੱਤੀ, ਦੂਜੀ ਗਲੀ ਤੂੰ ਕਰ ਦੇ। ਜਿਹੜੇ ਰਿਕਸ਼ਾ ਵਾਲੇ ਉਹ ਵੀ ਹੈਗੇ, ਬੈਗਰ ਤੱਕ ਆ ਗਏ ਸੀ, ਬੈਗਰ ਵੀ ਆਉਂਦੇ ਸੀ ਕਿ ਸਾਡੇ ਕੋਲ ਮੋਬਾਈਲ ਆਇਆ, ਸਾਨੂੰ ਇਹ 'ਚ ਬੈਲੈਂਸ ਪਾਉਣ ਲਈ ਦੇ ਦਿਓ। ਇਹੀ ਗੱਲ ਹੁਣ ਸੋਸ਼ਲ ਮੀਡੀਆ 'ਤੇ ਫ੍ਰੀ ਆਫ ਕਾਸਟ ਜਦੋਂ ਆਉਂਦਾ ਸਾਰੇ ਕਰਦੇ। ਜਦੋਂ ਇਹ 'ਤੇ ਪੇਮੈਂਟ ਕਰਨੀ ਪਈ ਉਦੋਂ ਘੱਟ ਕਰਨਗੇ। ਹੁਣ ਜਿਹੜਾ ਤੁਸੀਂ ਆਹ ਮੋਬਾਈਲ 'ਤੇ ਕਰਦੇ ਆ ਇਨਕਮਿੰਗ ਤੇ ਜਿਹੜੀ ਆਊਟਗੋਇੰਗ 2 ਕਾਲ ਹੈਗੀਆਂ, ਸਪਾਈਸ ਸੀਗਾ, ਸਪਾਈਸ ਤੇ ਆਊਟਗੋਇੰਗ ਤੇ ਇਨਕਮਿੰਗ ਦੋਵਾਂ ਦੇ ਪੈਸੇ ਲੱਗਦੇ ਸੀ। ਹੁਣ ਜਿਹੜੇ ਉਹਦੇ ਸੀ ਆਪਾਂ ਬਿੱਲ ਦਿੰਦੇ ਆ ਤਾਂ ਆਪਾਂ ਕਈ ਵਾਰੀ ਮਿਸ ਕਾਲ ਕਰਦੇ ਹਾਂ ਅਗਲੇ ਨੂੰ। ਬਹੁਤ ਲੋਕ ਮਿਸ ਕਾਲ ਕਰਦੇ ਆ, ਆਪ ਨਹੀਂ ਗੱਲ ਕਰਦੇ, ਉਹ ਅਗਲਾ ਉਹਨੂੰ ਫਿਰ ਫੋਨ ਕਰਦਾ ਇਸ ਕਰਕੇ ਕਿ ਮੇਰਾ ਪੈਸਾ ਬਚ ਜੇ। ਮੈਸੇਜ ਕਰਦੇ ਆ ਕਿ ਪੈਸਾ ਬਚ ਜੇ, ਔਰ ਜਦੋਂ ਮੈਸੇਜ ਵੀ ਮਹਿੰਗੇ ਹੋ ਗਏ,
ਫ੍ਰੀ ਆਫ ਕਾਸਟ ਜਾ ਰਹੇ ਆ, ਹੈ ਨਾ, ਮੈਸੇਂਜਰ ਤੇ ਜਾ ਰਹੇ ਆ ਔਰ ਸੋਸ਼ਲ ਮੀਡੀਆ ਤੇ ਜਾ ਰਹੇ ਆ। ਜਦੋਂ ਇਹ ਤੇ ਪੈਸੇ ਲੈਣੇ ਸ਼ੁਰੂ ਕਰਤੇ ਸਾਰੇ ਬੰਦ ਹੋ ਜਾਣਗੇ। ਔਰ ਮੈਂ ਇੱਕ ਗੱਲ ਨਾਲ ਅਗਲੇ ਮੁੱਦੇ ਤੇ ਜਾਵਾਂਗਾ। ਇੱਕ ਰਿਪੋਰਟ ਜਾਂ ਵੈਸੇ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ, ਹੁਣ ਇਹ ਕਿੰਨੀ ਕੁ ਸਹੀ ਹੈ ਕਿੰਨੀ ਕੁ ਸਹੀ ਨਹੀਂ ਹੈ ਇਹ ਤਾਂ ਨਹੀਂ ਪਤਾ, ਪਰ ਇੱਕ ਚਰਚਾ ਆਮ ਹੈ ਕਿ ਜਿਹੜਾ ਤੁਸੀਂ ਰਿਲਾਇੰਸ ਦੀ ਗੱਲ ਕੀਤੀ, ਕਰ ਲਓ ਦੁਨੀਆ ਮੁੱਠੀ ਮੇ, ਔਰ ਲੋਕਾਂ ਦੇ ਵਿੱਚ ਇੱਦਾਂ ਮੋਬਾਈਲ ਵੰਡ ਦਿੱਤੇ ਗਏ ਔਰ ਫਿਰ ਬਾਅਦ ਵਿੱਚ ਮੋਬਾਈਲ ਵੀ ਪਤਾ ਨਹੀਂ ਕਿੱਥੇ ਗਏ, ਸਾਰਾ ਕੁਝ ਗੜਬੜ ਹੋਈ। ਕਹਿੰਦੇ ਨੇ ਕਿ ਰਿਲਾਇੰਸ ਕੰਪਨੀ ਨੇ ਪਹਿਲਾਂ ਹੀ ਇੰਸ਼ੋਰੈਂਸ ਕਰਵਾ ਲਏ ਸੀ ਸਾਰੇ ਦੇ ਸਾਰੇ ਆਪਣੇ ਮੋਬਾਈਲ ਸੈੱਟ, ਯਾਨੀ ਕਿ ਉਹਨਾਂ ਨੇ ਜਿਹੜੀ ਗੇਮ ਖੇਡੀ ਹੈ ਉਹ ਇੰਸ਼ੋਰੈਂਸ ਕੰਪਨੀਆਂ ਦੇ ਸਿਰ ਤੇ ਖੇਡੀ ਹੈ, ਆਪਣੇ ਸਿਰ ਤੇ ਗੇਮ ਨਹੀਂ ਖੇਡੀ, ਆਪਣੇ ਸਿਰ ਤੇ ਬਿਜ਼ਨਸ ਦੀ ਗੇਮ ਉਹਨਾਂ ਨੇ ਬਿਲਕੁਲ ਨਹੀਂ ਖੇਡੀ ਔਰ ਇੰਸ਼ੋਰੈਂਸ ਕੰਪਨੀਆਂ ਨੂੰ ਘਾਟਾ ਪਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਗੇਮ ਐਡ ਇਹ ਲੈ ਗਏ, ਐਡ ਇਹਨਾਂ ਦੀ ਹੋ ਗਈ। ਔਰ ਕਿਹਾ ਜਾਂਦਾ ਕਿ ਬਿਜ਼ਨਸ ਹਮੇਸ਼ਾ ਦੂਜੇ ਦੇ ਪੈਸੇ ਨਾਲ ਹੀ ਖੇਡਿਆ ਜਾਂਦਾ ਹੈ ਔਰ ਇਸ ਚੀਜ਼ ਨੂੰ ਇਹ ਰਿਪੋਰਟਸ ਨੇ ਇਹ ਪਬਲਿਕ ਦੇ ਵਿੱਚ ਚਰਚਾ ਹੈ, ਉਹਨਾਂ ਦੇ ਵਿੱਚ ਅਸਲੀਅਤ ਕਿੰਨੀ ਹੈ ਇਹ ਖੋਜ ਦਾ ਵਿਸ਼ਾ ਰਹੇਗਾ। ਵੈਸੇ ਸਰਕਾਰ ਦੀ ਦਖਲਅੰਦਾਜ਼ੀ ਕਰਦੇ ਆ, ਇਹਨਾਂ ਨੂੰ ਪਤਾ ਹੈਗਾ ਕਿ ਜੋ ਵੀ ਕਾਨੂੰਨ ਜੋ ਵੀ ਬੈਂਕਾਂ ਇਹਨਾਂ ਦੇ ਫੇਵਰ 'ਚ ਹੁੰਦੀਆਂ ਰਿਲਾਇੰਸ ਦੇ, ਔਰ ਜਿਹੜੇ ਵੀ ਇਹਨਾਂ ਨੇ ਇੰਸ਼ੋਰੈਂਸ ਕਰਾਉਣੀ ਹੈ ਇਹਨਾਂ ਦੇ ਫੇਵਰ 'ਚ ਹੁੰਦੀਆਂ। 2 ਮਿੰਟ ਲੱਗਦੇ ਇਹਨਾਂ ਨੂੰ ਇੰਸ਼ੋਰੈਂਸ ਦੇਣ ਲਈ, ਔਰ ਦੂਜਾ ਬੰਦਾ ਬੈਂਕ ਦਾ ਲੋਨ ਲੈਣ ਜਾਊਗਾ ਉਹਦੇ ਵਿੱਚ 36 ਤਰ੍ਹਾਂ ਦੇ ਡਾਕੂਮੈਂਟਸ ਮੰਗੇ ਜਾਣਗੇ ਔਰ ਉਹਦੇ ਤੇ ਐਂਡ ਤੇ ਜਾ ਕੇ ਕੈਂਸਲ ਹੀ ਕਰ ਦੇਣਗੇ ਵੀ ਤੇਰੇ ਕੋਲ ਪ੍ਰਾਪਰਟੀ ਨਹੀਂ, ਪ੍ਰਾਪਰਟੀ ਲਿਆ ਤੈਨੂੰ ਸਾਡੇ ਕੋਲ ਪਲੈਜ ਕਰਾ ਤੇ ਫਿਰ ਤੇਰਾ ਸਾਰਾ ਕੁਝ ਹੋਊਗਾ। ਇਹਨਾਂ ਲਈ ਕੋਈ ਪਲੈਜ ਨਹੀਂ ਹੈ। ਬਲਕਾਰ ਜੀ ਅੱਗੇ ਹੁਣ ਆਪਾਂ ਕੈਨੇਡਾ ਚੱਲਦੇ ਹਾਂ। ਕੈਨੇਡਾ ਦੇ ਵਿੱਚ ਇੱਕ ਗਰੋਹ ਦਾ ਪਰਦਾਫਾਸ਼ ਹੋਇਆ, ਗ੍ਰਿਫਤਾਰ ਕੀਤੇ ਗਏ ਜਿਹੜੇ ਚੋਰ ਨੇ ਉਹਨਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਹੁਣ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਤੁਸੀਂ ਕੈਨੇਡਾ ਜਾ ਕੇ ਚੋਰੀਆਂ ਹੀ ਕਰਨੀਆਂ ਤੇ ਫਿਰ ਇੱਥੇ ਹੀ ਕਰ ਲੈਣੀਆਂ ਸੀ, ਉੱਥੇ ਜਾ ਕੇ ਕਿਉਂ ਕਰਦੇ ਪਏ ਹੋ? ਵੈਸੇ ਜੇ ਆਪਾਂ ਗੱਲ ਕਰੀਏ ਬਿਜ਼ਨਸ ਦੀ ਗੱਲ ਕਰਦੇ ਪੰਜਾਬੀ ਅੱਗੇ ਹੁੰਦੇ ਆ, ਜੇ ਔਰਚਰਡ ਬਾਗਾਂ ਦੀ ਗੱਲ ਕਰਦੇ ਪੰਜਾਬੀ ਅੱਗੇ ਹੁੰਦੇ ਆ, ਸਾਂਸਦ ਬਣੇ ਹੋਏ ਨੇ, ਤੇ ਸਿਆਸਤ ਦੀ ਗੱਲ ਕਰਦੇ ਆ ਤਾਂ ਮੰਤਰੀ ਮੰਡਲ ਦੀ ਗੱਲ ਕਰਦੇ ਆ ਤਾਂ ਸਾਡੇ ਪੰਜਾਬੀ ਅੱਗੇ ਹੁੰਦੇ ਆ। ਜੇ ਹੁਣ ਚੋਰੀ ਦੀ ਗੱਲ ਹੋ ਗਈ ਤੇ ਫਿਰ ਮੋਹਰੀ ਹੋ ਗਏ, ਫਿਰ ਮੋਹਰਲੀ ਕਤਾਰ 'ਚ ਆ ਬੈਠੇ ਆ। ਪਿੱਛੇ ਜੇ ਗੈਂਗਸ ਦੀ ਵੀ ਗੱਲ ਹੋਈ ਸੀ ਉਹਦੇ 'ਚ ਵੀ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਸੀ। ਜੇ ਉੱਥੇ ਗੋਲੀ ਚਲਾਉਂਦੇ ਆ ਮਾਰਦੇ ਆ, ਜਿਹੜੇ ਵੀ ਹੁਣ 2-3 ਮਾਰੇ ਉੱਥੇ ਨੇ ਨਿੱਜਰ ਔਰ ਹੋਰ ਵੀ ਮਾਰੇ ਆ, ਉਹਦੇ 'ਚ ਵੀ ਪੰਜਾਬੀਆਂ ਦੇ ਕਤਲ ਹੋਏ ਆ, ਪੰਜਾਬੀਆਂ ਨੇ ਮਾਰੇ ਆ। ਇਹਨਾਂ ਨੂੰ ਹੁਣ ਪਤਾ ਨਹੀਂ ਗਿਆ ਕਿ ਮੋਹਰਲੀ ਕਤਾਰ ਵਿੱਚ ਰਹਿਣਾ ਕਿਉਂ ਚਾਹੁੰਦੇ ਆ, ਪਰ ਮੋਹਰਲੀ ਕਤਾਰ ਵਿੱਚ ਪੋਜ਼ਿਟਿਵਲੀ ਤਰੀਕੇ ਨਾਲ ਰਹਿਣ। ਜੇ ਹੁਣ ਚੋਰੀ ਦੀ ਗੱਲ ਹੋਈ ਆ, ਇਹ 'ਚ 15 ਜਿਹੜੇ ਚੋਰ ਗ੍ਰਿਫਤਾਰ ਹੋਏ ਆ ਉਹ ਪੰਜਾਬ ਦੇ ਆ ਔਰ ਉਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ ਹੈਗੀ ਆ 30 ਤੋਂ 40-45 ਦੇ ਵਿੱਚ ਹੈਗੇ ਆ, ਜਵਾਨ ਮੁੰਡੇ ਹੀ ਆ। ਇੰਨਾ ਪੈਸਾ ਖਰਚ ਕਰਕੇ ਉੱਥੇ ਆਹ ਕੰਮ ਕਰਨੇ ਸੀ। ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਕੈਨੇਡਾ ਸਰਕਾਰ ਨੇ ਗੱਲ ਕੀਤੀ ਹੈ ਕਿ ਜੇ ਇਦਾਂ ਦੇ ਹਰਕਤ ਕਰੋਗੇ ਅਸੀਂ ਡਿਪੋਰਟ ਕਰ ਦਿਆਂਗੇ, ਬੈਨ ਕਰ ਸਕਦੇ ਹਾਂ। ਮਤਲਬ ਇੰਨਾ ਪੈਸਾ ਖਰਚ ਕਰਕੇ ਤੁਸੀਂ ਕੈਨੇਡਾ ਗਏ ਹੋ, ਉੱਥੇ ਚੋਰ ਬਣਨ ਵਾਸਤੇ ਗਏ ਹੋ, ਗੈਂਗਸ ਚਲਾਉਣ ਵਾਸਤੇ ਗਏ ਹੋ। ਇਹ ਪਤਾ ਕੀ ਕਰਦੇ ਸੀ, ਜਿਹੜਾ ਇਹ ਟੋਰਾਂਟੋ ਦੇ ਜਿਹੜਾ ਏਰੀਆ ਪਾਰਕਿੰਗ ਦਾ, ਜਿੱਥੇ ਗੱਡੀਆਂ ਲੋਕ ਖੜੀਆਂ ਕਰਦੇ ਸੀ, ਟਰੱਕ ਖੜੇ ਕਰਦੇ ਸੀ, ਟਰਾਲੇ ਖੜੇ ਕਰਦੇ ਸੀ, ਉਸ ਏਰੀਏ 'ਚ ਚੋਰੀ ਕਰ ਲੈਂਦੇ ਸੀ, ਨੰਬਰ ਪਲੇਟਾਂ ਬਦਲ ਦਿੰਦੇ ਸੀਗੇ। ਉਹਦੇ ਵਿੱਚ ਫਿਰ ਇਹਨਾਂ ਨੇ ਜਿਹੜੀ ਪੁਲਿਸ ਉੱਥੋਂ ਦੀ ਉਹਨਾਂ ਨੇ ਆਪਣਾ ਇੱਕ ਸਪੈਸ਼ਲ ਸੈੱਲ ਟਾਸਕ ਫੋਰਸ ਬਣਾਈ, ਉਹ ਉਹਨਾਂ 'ਤੇ ਨਜ਼ਰ ਰੱਖਣ ਲੱਗ ਪਏ। ਉਹਨਾਂ ਫਿਰ 1 ਫੜਿਆ, 2 ਫੜ, 4 ਫੜ, 5 ਫੜ, 10 ਫੜ, 12 ਫੜ, 15 ਤੱਕ ਆ ਗਏ ਆ। ਅਜੇ ਹੋਰ ਉਹਨਾਂ ਦੀ ਨਜ਼ਰ ਹੈਗੀ ਆ ਕਿ ਬਾਕੀ ਕਿੰਨੇ ਆ। ਔਰ ਇਹਦੇ ਵਿੱਚ ਬਾਕੀ 23 ਸੂਬੇ ਜਿਹੜੇ ਉਹਨਾਂ 'ਚ ਇੱਕ ਬੰਦਾ ਨਹੀਂ ਹੈਗਾ, ਕੇਵਲ ਪੰਜਾਬ ਦੇ ਹੀ ਬੰਦੇ ਫੜੇ ਗਏ। ਦੇਖ ਲਓ, ਫਿਰ ਆਂਦੇ ਅਸੀਂ ਬੜੇ ਅਮੀਰ ਬਣ ਗਏ, ਅਸੀਂ ਉੱਥੇ ਹਵਾਈ ਜਹਾਜ਼ ਖਰੀਦ ਲਿਆ, ਅਸੀਂ ਉੱਥੇ ਹੈਲੀਕਾਪਟਰ ਖਰੀਦ ਲਿਆ, ਸਾਡੀ ਐਗਰੀਕਲਚਰ ਲੈਂਡ ਦੇਖੋ, ਵੀਡੀਓ ਜਦੋਂ ਬਣਾ ਕੇ ਭੇਜਦੇ ਆ ਪੰਜਾਬ ਨੂੰ, ਆਹ ਵੇਖੋ ਸਾਡਾ ਕੀ। ਫਿਰ ਇਹ ਪਤਾ ਵੀ ਇਹ ਦੁਰਦਸ਼ਾ ਤੁਹਾਡੀ ਕੀ ਹੋ ਰਹੀ ਆ। ਹੁਣ ਇਸ ਵੇਲੇ ਕੀ ਜਿਹੜੀ ਪ੍ਰਸ਼ੰਸਾ ਜਿਹੜੀ ਉਹਨਾਂ ਨੂੰ ਜਾਊਗੀ, ਕੀ ਪ੍ਰਸ਼ੰਸਾ ਪੱਤਰ ਦੇਣਗੇ ਇਹਨਾਂ ਨੂੰ ਸਾਰੇ ਲੋਕ। ਔਰ ਹੁਣ ਜੇ ਲੋਕ ਬੱਚੇ ਖਿੱਚੇ ਜਾ ਰਹੇ ਆ ਜਾਣ ਲਈ ਉੱਥੇ ਵੀ ਅਸੀਂ ਵੈਨਕੂਵਰ ਜਾਣਾ, ਉੱਥੇ ਟੋਰਾਂਟੋ ਜਾਣਾ, ਉੱਥੇ ਹੈ ਨਾ ਸਾਰੇ ਏਰੀਏ 'ਚ ਘੁੰਮਣਾ ਅਸੀਂ, ਹੁਣ ਕੀ ਉੱਥੇ ਜਾ ਕੇ ਲੈਣਗੇ? ਸ਼ਰਮ ਨਾਲ ਨਾ ਜਿਹੜੇ ਆ ਸਿਰ ਨੀਵੇਂ ਹੋਣਗੇ। ਔਰ ਇਹਦੇ ਵਿੱਚ ਇਹ ਪਤਾ ਕਿੰਨੀ ਪ੍ਰਾਪਰਟੀ ਹੈ, 90 ਲੱਖ ਕਰੋੜ ਦਾ ਜਿਹੜਾ ਡਾਲਰ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦਾ ਪੈਸਾ, ਜਿੰਨੀ ਪ੍ਰਾਪਰਟੀ ਉਹਨਾਂ ਕੋਲ ਫੜੀ ਗਈ ਹੈ, ਜਿਹੜੀ ਉਹਨਾਂ ਨੇ ਇਨਪਾਊਂਡ ਕੀਤੀ ਆ ਥਾਣੇ ਦੇ ਵਿੱਚ। ਔਰ ਪੁਲਿਸ ਜਿਹੜੀ ਹੈ, ਔਰ ਉਹਦੇ ਵਿੱਚ 2 ਤਰ੍ਹਾਂ ਦੀ ਪੁਲਿਸ ਹੈ, ਸਰਹੱਦੀ ਪੁਲਿਸ ਵੀ ਹੈ, ਦੂਜੀ ਪੁਲਿਸ ਵੀ, ਉਹਨਾਂ ਨੇ ਆ ਕੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ। ਅਜੇ ਕੋਈ ਟੌਰਚਰ ਨਹੀਂ ਕੀਤਾ, ਕੁਛ ਨਹੀਂ, ਜੁਡੀਸ਼ੀਅਲ ਰਿਮਾਂਡ 'ਚ ਹੈਗੇ ਆ। ਉਹਦੋਂ ਬਾਅਦ ਅੱਗੇ ਦੇਖੋ ਕੀ ਬਕਦੇ ਹੋਰ ਕੁਛ। ਔਰ ਇਹ ਖਬਰ ਜਿਹੜੀ ਹੈਗੀ ਆ, ਜੇ ਸਾਡੇ NRI ਵੀਰਵਾਰ ਸੁਣਦੇ ਹੋਣਗੇ ਪ੍ਰੋਗਰਾਮ ਨੂੰ ਵੇਖਣਗੇ, ਉਹਨਾਂ ਨੂੰ ਇਹ ਪਤਾ ਲੱਗਣਾ ਹੈ ਕਿ ਦੇਖੋ ਸਾਡੇ ਲੋਕ ਜਿਹੜੇ ਹੈਗੇ ਕੀ ਕਰਦੇ ਆ। ਜਿਸ ਮਾਤ ਭੂਮੀ ਦੇ ਜਾਏ ਨੇ, ਜਿਸ ਧਰਤੀ ਤੋਂ ਉੱਠ ਕੇ ਗਏ ਆ, ਉੱਥੇ ਤੇ ਕਈ ਤਰ੍ਹਾਂ ਦੇ ਜਿਹੜੇ ਲੋਕਾਂ ਲਈ ਭਲੇ ਦੇ ਕੰਮ ਕਰਦੇ ਆ, ਉੱਥੇ ਬਹੁਤ ਕੁਝ ਲੋਕਾਂ ਲਈ ਕਰਦੇ ਆ। ਔਰ ਕੁਝ ਜਿਹੜੇ ਵਿੱਚੋਂ ਉਹ ਆਟੇ ਦੇ ਵਿੱਚ ਲੂਣ ਵਾਲੀ ਗੱਲ ਹੁੰਦੀ, ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਆ। ਬਹੁਤਾਤ ਲੋਕ ਤੇ ਜਿਹੜੇ ਆ ਲੋਕਾਂ ਦਾ ਭਲਾ, ਲੋਕਾਂ ਦੇ ਲਈ ਸਰਬੱਤ ਦਾ ਭਲਾ ਮੰਗਦੇ, ਸਾਰਾ ਕੁਝ ਹੈਗਾ। ਇਸ ਤਰ੍ਹਾਂ ਦੇ ਥੋੜ੍ਹੇ ਬਹੁਤ ਨਗੂਣੇ ਲੋਕ ਜਿਹੜੇ ਆ ਉਹ ਮਾੜੀਆਂ ਗੱਲਾਂ ਕਰਕੇ ਵੀ ਉਸ ਕਮਿਊਨਿਟੀ ਨੂੰ ਬਦਨਾਮੀ ਵੱਲ ਲਿਜਾ ਜਾਂਦੇ ਆ। ਜੀ, ਉਸ ਕਮਿਊਨਿਟੀ ਨੂੰ ਬਦਨਾਮੀ ਵੱਲ ਲਿਜਾਂਦੇ ਨੇ ਔਰ ਪੂਰੀ ਕਮਿਊਨਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੰਦੇ ਨੇ। ਔਰ ਰੱਬ ਨਾ ਕਰੇ ਜੇ ਕੱਲ੍ਹ ਨੂੰ ਗਵਰਨਮੈਂਟ ਨੇ, ਕੈਨੇਡਾ ਦੀ ਨੇ ਕੋਈ
ਸਖਤ ਸਟੈਪ ਲੈ ਲਿਆ, ਬੈਨ ਕਰ ਦਿੱਤਾ, ਦੈਨ ਵਾਟ? ਹਾਂ, ਸੋ ਇਸ ਤਰ੍ਹਾਂ ਦੀਆਂ ਹਰਕਤਾਂ ਆਸਟ੍ਰੇਲੀਆ ਯੂਨੀਵਰਸਿਟੀ ਨੇ ਕੁਛ ਆਸਟ੍ਰੇਲੀਆ ਨੇ ਕੀਤਾ ਹੀ ਹੈ। ਕਰਤੇ ਬੰਦ। ਯੂਨੀਵਰਸਿਟੀਆਂ 'ਚ ਪੰਜਾਬ ਹਰਿਆਣਾ ਦਾ ਬੰਦਾ ਸਟੂਡੈਂਟ ਜਾਊਗਾ ਹੀ ਨਹੀਂ। ਸੋ ਆਪਾਂ ਅੱਗੇ ਚੱਲੀਏ। ਜੀ, ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਥੇਬੰਦੀ, ਕਿਉਂਕਿ ਸਿਆਸਤ ਦੀ ਗੱਲ ਤਾਂ ਹੁੰਦੀ ਰਹਿੰਦੀ ਹੈ, ਇੱਕ ਨਵੀਂ ਗੱਲ ਜਿਹੜੀ ਹੈ ਏਜੰਸੀਆਂ ਦੀ, ਵਿਜੀਲੈਂਸ ਬਿਊਰੋ ਦੀ ਵੀ ਗੱਲ ਹੁੰਦੀ ਰਹਿੰਦੀ, ਉਹ ਵੀ ਆਪਾਂ ਗੱਲ ਕਰਾਂਗੇ। ਗੁਰਮੀਤ ਰਾਮ ਰਹੀਮ 7ਵੀਂ ਵਾਰ ਪੈਰੋਲ ਤੋਂ ਬਾਹਰ ਆ ਗਏ ਨੇ ਤੇ ਸਿੱਖ ਜਥੇਬੰਦੀਆਂ ਨਾਰਾਜ਼ ਨੇ। ਤੁਸੀਂ ਵੈਸੇ ਗਿਣਤੀ ਬਹੁਤ ਪੂਰੀ ਕੀਤੀ ਹੈ, 7ਵੀਂ ਵਾਰ ਹੀ ਆਏ ਹੈ। ਇਹ ਜਨਵਰੀ 'ਚ ਪਹਿਲਾਂ ਆ ਚੁੱਕੇ ਸੀ, ਜਨਵਰੀ ਤੋਂ ਬਾਅਦ 30 ਦਿਨ ਦੀ ਫਿਰ ਪੈਰੋਲ 'ਤੇ ਆ ਗਏ ਆ। ਇਹਨਾਂ ਦਾ ਜਨਮ ਦਿਨ ਵੀ ਆ, ਜਨਮ ਦਿਨ ਬਾਹਰ ਮਨਾ ਰਹੇ ਆ। ਔਰ ਜਦੋਂ ਇਹਨਾਂ ਨੂੰ ਲੰਬੀ ਜਿਹੜੀ ਸਜ਼ਾ ਦਿੱਤੀ ਗਈ ਆ ਸਨਾਰੀਆ ਜੇਲ੍ਹ ਰੋਹਤਕ ਦੀ ਹਰਿਆਣੇ ਦੀ, ਉੱਥੇ ਆਏ। ਉਹਦੇ ਬਾਅਦ ਇਹ ਬਾਗਪਤ ਇਹ ਕੁਛ ਏਰੀਆ ਵਾ ਜਿੱਥੇ ਇਹਨਾਂ ਦਾ ਇੱਕ ਡੇਰਾ ਵਾ, ਉੱਥੇ ਆ ਕੇ ਸਟੇ ਕਰਦੇ ਆ ਔਰ ਉੱਥੇ ਆ ਕੇ ਫਿਰ ਪ੍ਰਚਾਰ ਕਰਦੇ ਆ। ਫਿਰ ਉਸੇ ਤਰ੍ਹਾਂ ਦਾ ਧਰਮ ਪ੍ਰਚਾਰ ਇਹਨਾਂ ਦਾ ਜਿਹੜਾ ਹੈਗਾ ਉਹ ਕਰਦੇ ਆ। ਔਰ ਇਹਦੇ ਵਿੱਚ ਵੇਖੋ ਲੋਕ ਕਹਿ ਰਹੇ ਆ ਕਿ ਸਜ਼ਾ ਵਾ ਜਾਂ ਇਹ ਤਮਾਸ਼ਾ ਹੈਗਾ। ਇਹ ਤਮਾਸ਼ੇ ਵਾਲੀ ਗੱਲ ਇਹ ਹੈਗੀ ਕਿ ਜੁਡੀਸ਼ਰੀ ਕੀ ਕਰਦੀ ਉਦੋਂ, ਕਿ ਇਹਦੇ ਵਿੱਚ ਕਿੰਨਾ VVIP ਹੈ, ਕੀ ਕੁਛ ਹੈਗਾ, ਕਾਹਦੀ ਸਜ਼ਾ ਹੈਗੀ ਜਿਹੜਾ ਬੰਦਾ 30 ਦਿਨਾਂ ਬਾਅਦ ਫਿਰ ਵਾਪਸ ਆ ਜਾਂਦਾ, ਕਾਹਦੀ ਡੈਮੋਕ੍ਰੇਸੀ ਹੈ, ਕਿਹੜਾ ਕਨਸਟੀਟਿਊਸ਼ਨ ਹੈ, ਕੀ ਜੁਡੀਸ਼ਰੀ ਹੈ, ਕੀ ਹੈ ਨਾ, ਇਹਦੇ ਪਿੱਛੇ ਕੀ ਲਕੂਨਾ, ਕੀ ਕੁਛ ਹੈਗਾ। ਇਹ ਲੋਕ ਜਿਹੜੇ ਸਾਂਝੇ ਲੋਕ ਨੇ ਉਹ ਕਹਿ ਰਹੇ ਆ। ਇਹਦੇ ਵਿੱਚ ਜਿਹੜਾ ਨੁਕਤਾ ਵੈਸੇ ਚੁੱਕਿਆ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ, ਤੇ ਜਿਹੜੀ SGPC ਆ ਉਸਨੇ ਇਹ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਇਹਦੇ ਲਈ ਬਹੁਤ ਵੱਡਾ ਖਤਰਾ ਵੀ ਹੈਗਾ, ਬਹੁਤ ਕੁਛ ਹੈਗਾ। ਪਰ ਇਹਦੋਂ ਪਹਿਲਾਂ ਜਿਹੜਾ ਗੁਰਮੀਤ ਰਾਮ ਰਹੀਮ ਆ, ਅਕਾਲੀ ਦਲ ਨੇ ਇਹਨਾਂ ਨੂੰ ਦਿੱਤਾ ਸੀ, ਜਦੋਂ ਵੋਟਾਂ ਦੇ ਲਈ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਸੀ। ਉਹਦੇ 'ਤੇ ਜਿਹੜਾ ਇਹਨਾਂ 'ਤੇ ਕੁਝ ਸਾਜ਼ਿਸ਼ ਹੋਈ ਸੀ, ਸਾਰਾ ਕੁਝ ਸੀਗਾ, ਉਹਦੇ ਲਈ ਕਲੀਨ ਚਿੱਟ ਅਕਾਲੀ ਦਲ ਨੇ ਦਿੱਤੀ ਸੀ ਇਹਨਾਂ ਦੇ। ਉਹ ਅਜੇ ਵੀ ਰੌਲਾ ਹੈਗਾ। ਔਰ ਇੱਕ ਪਾਸੇ ਹੁਣ ਇਹ ਵੀ ਕਹਿ ਰਹੇ ਆ, ਹੁਣ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਜੀਂਦੇ ਨਹੀਂ ਹੈਗੇ, ਪਰ ਉਸ ਵੇਲੇ ਸਾਰਾ ਕੁਝ ਇਹਨਾਂ ਕੋਲ ਸੀ, ਆਪ ਡੇਰੇ ਜਾਂਦੇ ਰਹੇ ਆ। ਔਰ ਦੇਖ ਲਓ ਇਹ ਕੀ ਕੁਛ ਹੋ ਰਿਹਾ। ਔਰ ਇਹਦੇ ਪਿੱਛੇ ਵੋਟ ਬੈਂਕ ਹੈਗਾ, ਵੋਟ ਬੈਂਕ ਬੋਲਦਾ ਹੈਗਾ। ਇਹ ਰਾਮ ਰਹੀਮ ਨਹੀਂ ਬੋਲਦਾ, ਉਹਦੇ ਜਿੰਨੇ ਵੀ ਸ਼ਰਧਾਲੂ ਨੇ ਜਿਹੜੇ ਉਹਨਾਂ ਦੇ ਕੋਲ ਆਉਂਦੇ ਨੇ ਉਹ ਬਹੁਤ ਜ਼ਿਆਦਾ ਲੋਕ ਹੈਗੇ। ਹਰਿਆਣਾ ਭਰਿਆ ਪਿਆ, ਪੰਜਾਬ ਉਹਨਾਂ ਭਰਿਆ ਪਿਆ। ਲੋਕਾਂ ਨੂੰ ਪਤਾ ਜਿਹੜੇ ਸਿਆਸਤਦਾਨ ਨੇ ਇਹ ਨਾ ਜਾਈ ਜਾਵੇ। ਇਹ ਜਦੋਂ ਜਾਂਦਾ ਜੁਡੀਸ਼ਰੀ ਨੂੰ, ਇਹਦੇ ਪਿੱਛੇ ਜਾਂਦੀ ਸਿਆਸਤ ਜਿਹੜੇ ਕਹਿੰਦੇ ਆ ਸਿਆਸਤਦਾਨ ਨੇ, ਜਿਹੜੇ ਪ੍ਰਮੁੱਖ ਨੇਤਾ ਨੇ, ਉਹ ਕਹਿੰਦੇ ਵੀ ਇਹਨਾਂ ਨੂੰ ਭੇਜ ਦਿਓ। ਇਹੀ ਇਕੱਲੇ ਰਹਿ ਗਿਆ। ਔਰ ਦੂਜੇ ਪਾਸੇ ਜਿਹੜੇ ਆਲੋਚਕ ਨੇ, ਜਿਹੜੇ ਸਕਾਲਰ ਨੇ, ਜਿਹੜੇ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਦੇ ਸਜ਼ਾ ਭੁਗਤ ਚੁੱਕੇ ਜਿਹੜੇ ਦੋਸ਼ੀ ਨੇ, ਉਹਨਾਂ ਦੇ ਲਈ ਲੱਖਾਂ ਲੋਕਾਂ ਨੇ ਸਾਈਨ ਕਰਕੇ ਭੇਜੇ ਵੀ ਇਹਨਾਂ ਨੂੰ ਛੱਡ ਦਿਓ। ਉਹਨਾਂ ਨੂੰ ਛੱਡਣ ਦਾ ਮੌਕਾ ਨਹੀਂ ਆਇਆ। ਉਹ ਜੁਡੀਸ਼ਰੀ ਉਹਦੇ 'ਤੇ ਕੋਈ ਡਿਸੀਜਨ ਨਹੀਂ ਲਿਆ। ਜਿਨ੍ਹਾਂ ਨੇ ਸਜ਼ਾ ਵੀ ਭੁਗਤ ਲਈ ਹੈ, ਸਾਰਾ ਕੁਝ ਹੋ ਗਿਆ, ਉਹ ਅਜੇ ਤੱਕ ਬਾਹਰ ਨਹੀਂ ਆਏ, ਤੇ ਇਹ ਰੋਜ਼ ਬਾਹਰ ਆ ਜਾਂਦਾ। ਇਹ ਦੇਖ ਲਓ, ਇਹ ਦੇਸ਼, ਇਹ ਲੋਕਤੰਤਰ, ਇਹ ਸੰਵਿਧਾਨ, ਉਦੋਂ ਕਿੱਥੇ ਜਿਹੜਾ ਸੰਵਿਧਾਨਕ ਢਾਂਚਾ ਆਉਂਦਾ, ਉਦੋਂ ਜੁਡੀਸ਼ਰੀ ਦੀ ਜਿਹੜੀਆਂ ਧਾਰਾ ਉਹ ਕਿੱਥੇ ਜਾਂਦੀਆਂ। ਔਰ ਉਦੋਂ ਬਾਅਦ ਜਦੋਂ ਜੱਜ ਬੈਠਦੇ ਨੇ ਉਹ ਕੀ ਕਰਦੇ ਆ, ਵਾਰ-ਵਾਰ ਇਹਨਾਂ ਦਾ ਇੱਥੇ ਆਉਣਾ। ਇਹਦਾ ਮਤਲਬ ਸਜ਼ਾ ਨਹੀਂ, ਤਮਾਸ਼ਾ ਹੀ ਆ। ਲੋਕ ਠੀਕ ਕਹਿ ਰਹੇ ਆ, ਲੋਕਾਂ ਦੀ ਜ਼ੁਬਾਨ ਦੀ ਅਸੀਂ ਜਿਹੜੀ ਤਰਜਮਾਨੀ ਕਰ ਰਹੇ ਹਾਂ। ਲੋਕ ਇਸ ਗੱਲ ਤੋਂ ਬਹੁਤ ਦੁਖੀ ਵੀ ਆ, ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਆ। ਔਰ ਲੋਕ ਵਾਰ-ਵਾਰ ਇਹ ਗੱਲ ਨੂੰ ਦੁਹਰਾਉਂਦੇ ਆ ਕਿ ਵਾਰ-ਵਾਰ ਇੱਕ ਵਾਰੀ ਤਾਂ ਮੰਨ ਲਓ ਆ ਗਿਆ, ਇਹਦੀ ਮਾਂ ਬਿਮਾਰ ਸੀ, ਆ ਗਿਆ, ਫਿਰ ਇਹਦਾ ਜਨਮ ਦਿਨ ਦਾ ਆ ਜਾਂਦਾ, ਜਦੋਂ ਕਿਸੇ ਦਾ ਵਿਆਹ ਹੁੰਦਾ ਆ ਜਾਂਦਾ, ਜਦੋਂ ਇਹਨਾਂ ਦੇ ਕੋਈ ਭੀੜ ਬਣਦੀ ਆ ਜਾਂਦਾ, ਜਦੋਂ ਇਹਨਾਂ ਪ੍ਰਚਾਰ ਕਰਨਾ ਆ ਜਾਂਦਾ। 7 ਵਾਰੀ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਔਰ ਕੀ ਸਜ਼ਾ ਦੇ ਵਿੱਚ ਪਿੱਛੇ ਕੋਈ ਧਾਰਾ ਜਾਂ ਕੀ ਲਕੂਨਾ ਹੈਗਾ, ਇਹ ਤਾਂ ਲੋਕ ਜਾਂ ਜੁਡੀਸ਼ਰੀ ਜਾਂ ਵਕਾਲਤ ਹੀ ਸਮਝ ਸਕਦੇ ਆ। ਦੇਖੋ ਨਾ, ਸਿਆਸਤ ਹੈ, ਸਾਰੇ ਸਿਆਸਤ ਮੰਨਦੇ ਹੀ ਇਹ ਨੇ, ਜਿਹੜੇ ਵੱਡੇ ਸੂਝਵਾਨ ਨੇ, ਜਿਹੜੇ ਪੋਲੀਟੀਕਲ ਪੰਡਿਤਸ ਨੇ, ਜਿਹਨੂੰ ਆਪਾਂ ਮਾਹਿਰ ਕਹਿੰਦੇ ਆ, ਸਹੀ ਗੱਲ, ਉਹ ਇਹੀ ਗੱਲ ਕਹਿੰਦੇ ਨੇ ਕਿ ਸਿਆਸਤ ਹੈ। ਮੈਂ ਤੁਹਾਡੀ ਗੱਲ ਕੱਟ ਰਿਹਾ, ਸਿਆਸਤ ਵੀ ਹੈਗੀ ਹੈ। ਸਿਆਸਤ ਦੇ ਨਾਲ ਜੁੜਦੀ ਗੱਲ ਹੈ ਕਿ ਇਲੈਕਸ਼ਨ ਆ ਰਹੀ ਹੈ, ਤੁਹਾਨੂੰ ਪਤਾ ਹੈ ਇਲੈਕਸ਼ਨ ਆ ਰਹੀ ਹੈ। ਇਸ ਕਰਕੇ ਇਲੈਕਸ਼ਨ ਸਿਰ 'ਤੇ ਆ। ਅਜੇ ਇੱਕ ਵਾਰੀ ਆਇਆ 30 ਦਿਨ, ਉਹਦੋਂ ਬਾਅਦ ਫਿਰ ਆਊਗਾ ਇਲੈਕਸ਼ਨ ਤੱਕ। ਦੇਖ ਲਿਓ ਇਹ ਵੀ ਹੈ, ਅਸੀਂ ਆਪਣੇ ਚੈਨਲ ਤੋਂ ਬੋਲ ਰਹੇ ਹਾਂ ਵੀ ਹੁਣ ਇਹ ਨਹੀਂ ਕਿ ਇਹਨੂੰ ਬੰਦ ਹੋ ਜਾਊਗਾ। ਵੈਸੇ ਜੇ ਇੱਥੇ ਬੰਦ ਕਰ ਦਿੱਤਾ ਜਾਵੇ ਦੈਟ ਇਜ਼ ਗੁੱਡ ਥਿੰਗ, ਪਰ ਇਹ ਤੋਂ ਬਾਅਦ ਜੇ ਫਿਰ ਆਏ ਤਾਂ ਇਹਦਾ ਮਤਲਬ ਪੂਰੀ ਦੀ ਪੂਰੀ ਪੱਕੇ ਤੌਰ 'ਤੇ ਸਿਆਸਤ ਦਾ ਢਾਂਚਾ ਹੀ ਆ ਉਹ ਸਾਰਿਆ ਹੋਇਆ। ਚਲੋ ਆਪਾਂ ਸਿਆਸਤ ਦੇ ਢਾਂਚੇ ਤੋਂ ਅੱਗੇ ਤੁਰੀਏ ਜੀ, ਕਿਉਂਕਿ ਹੁਣ ਅੱਗੇ ਵੀ ਸਿਆਸਤ ਦਾ ਢਾਂਚਾ ਹੀ ਹੈ ਕਿ ਸੰਸਦ ਦੇ ਵਿੱਚ ਜਿਹੜਾ ਮੌਨਸੂਨ ਇਜਲਾਸ ਕੱਲ ਤੋਂ ਸ਼ੁਰੂ ਹੋਇਆ, ਵੀਰਵਾਰ ਤੋਂ ਸ਼ੁਰੂ ਹੋਇਆ, ਵਿਰੋਧੀ ਧਿਰਾਂ ਨੇ ਪੂਰੇ ਲੰਗੋਟੇ ਕੱਸੇ ਹੋਏ ਨੇ ਤੇ ਪੈ ਗਏ ਨੇ ਸਰਕਾਰ ਦੇ ਪਿੱਛੇ। ਕੁਸ਼ਤੀ ਚੱਲਦੀ ਪਈ ਹੈ ਤੇ ਵਿਰੋਧੀ ਧਿਰਾਂ ਨੇ ਹੰਗਾਮਾ ਵੀ ਕੀਤਾ ਤੇ ਘੇਰਿਆ ਵੀ ਹੈ ਰੱਜ ਕੇ ਕਿ ਆਓ ਬਈ ਹੁਣ ਜਾਂਦੇ ਕਿੱਧਰ ਹੋ। ਹਾਂ, ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸੀ ਸਿਆਸਤ ਦੇ ਵਿੱਚ ਜਾਂ ਵਿਰੋਧੀ ਧਿਰਾਂ ਵੱਲੋਂ ਜਿਹੜੇ ਨੁਕਤੇ ਸੀਗੇ। ਇੱਕ ਤਾਂ ਰਾਹੁਲ ਗਾਂਧੀ ਦਾ ਜਿਹੜਾ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੂੰ ਜਿਹੜੀ ਹਾਈ ਕੋਰਟ ਤੱਕ ਜਾਣਾ ਪਿਆ। ਉਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਹੈ ਹੁਣ, ਅੱਜ ਸੁਪਰੀਮ ਕੋਰਟ ਵਿੱਚ 21 ਤਰੀਕ ਨੂੰ ਉਹਨਾਂ ਦੀ ਪੇਸ਼ੀ, ਉਹਨਾਂ ਦੀ ਸੁਣਵਾਈ ਹੈ 21 ਤਰੀਕ ਦੀ।
ਤਾਂ ਅੱਜ 21 ਤਰੀਕ ਹੀ ਹੈ ਜੀ, ਇੱਥੇ ਜਦੋਂ ਆਪਾਂ ਰਿਕਾਰਡ ਕਰ ਰਹੇ ਹਾਂ 21 ਰਿਕਾਰਡ ਕਰ ਰਹੇ 21 ਤਰੀਕ ਆ, ਉਹਦੀ ਸੁਣਵਾਈ ਆ, ਉਹਦਾ ਵੀ ਇਹਨਾਂ ਨੇ ਰੌਲਾ ਪਾਉਣਾ, ਉਹਦਾ ਰੌਲਾ ਪੈ ਚੁੱਕਿਆ ਉੱਥੇ। ਤੀਜਾ ਜਿਹੜਾ ਰੌਲਾ ਸੀਗਾ ਮਣੀਪੁਰ ਦਾ ਸੀਗਾ ਜੋ ਹੋਇਆ ਉੱਥੇ, ਉਹਦਾ ਇਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਸਫਾਈ ਦੇਣ ਤੇ ਬੋਲਣ। ਅਮਿਤ ਸ਼ਾਹ ਨੂੰ ਕਿਹਾ, ਗ੍ਰਹਿ ਮੰਤਰੀ ਜੀ ਉਹ ਬੋਲਣ, ਜਿਹੜੇ ਖੜਕੇ ਸਾਹਿਬ ਨੇ ਉਹਨਾਂ ਕੋਲ ਜਵਾਬ ਮੰਗਿਆ। ਔਰ ਕੱਲ੍ਹ ਤਾਂ ਹੰਗਾਮੇ 'ਚ ਗਈ ਆ। ਪਹਿਲਾਂ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਉਹਨਾਂ 'ਤੇ ਬਹੁਤ ਜਿਹੜਾ ਨੱਡਾ ਸਾਹਿਬ ਨੇ ਸਪੀਕਰ ਉਹ ਬੋਲੇ ਆ, ਉਹਨਾਂ ਦੀਆਂ ਜਿਹੜੀਆਂ ਅਚੀਵਮੈਂਟਸ ਹੈ, ਉਹਨਾਂ ਦੇ ਸਿਆਸਤ ਆ, ਉਹਨਾਂ ਦੇ ਵਿੱਚ ਜੋ ਲੋਕਾਂ ਦਾ ਭਲਾ ਲੋਕਾਂ ਲਈ ਕੀਤਾ ਉਹਨਾਂ ਨੇ। ਔਰ ਐਗਰੀਕਲਚਰ ਮਿਨਿਸਟਰ ਹੈ ਸੈਂਟਰ ਦੇ ਵਿੱਚ, ਔਰ ਜੋ ਕੁਛ ਉਹਨੇ ਲਾਹੌਰ ਤੋਂ ਪੜ੍ਹ ਕੇ ਆਏ ਆ, ਉਹ ਪੂਰੀ ਜੋ ਉਹਨਾਂ ਦੀ ਕਹਾਣੀ ਆ, ਜੋ ਉਹਨਾਂ ਦੀ ਸਕਸੈਸ ਸਟੋਰੀ ਆ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਪੜ੍ਹੀ ਆ, ਬੋਲੇ ਆ। ਔਰ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਡਾਕਟਰ ਲਾ ਵੀ ਉੱਥੇ ਸੀਗੇ, ਔਰ ਉਹਦੇ ਵਿੱਚ ਬਾਕੀ ਪੰਜਾਬ ਦੇ ਵੀ ਸੀਗੇ ਮੰਤਰੀ ਔਰ ਸਾਂਸਦ ਸਾਰੇ ਬੈਠੇ ਸੀਗੇ। ਔਰ ਪੰਜਾਬ ਸਰਕਾਰ ਵੱਲੋਂ ਵੀ ਇਹਦੇ 'ਤੇ ਬੋਲਿਆ ਗਿਆ। ਔਰ ਬਾਕੀ ਰਹੀ ਹੰਗਾਮੇ ਦੀ ਗੱਲ, ਇਹ ਹੰਗਾਮਾ ਬਹੁਤ ਜ਼ੋਰਦਾਰ ਹੋਇਆ। ਪਹਿਲਾਂ ਵੀ ਲੋਕ ਕਹਿ ਰਹੇ ਸੀਗੇ ਕਿ ਜਿਹੜਾ ਵੀ ਪਹਿਲਾ ਸੈਸ਼ਨ ਹੈ ਹੰਗਾਮੇ ਨਾਲ ਹੀ ਜਾਊਗਾ। ਇਹਨਾਂ ਨੇ 30 ਬੈਠਕਾਂ ਕਰਨੀਆਂ, ਉਹਦੇ ਵਿੱਚੋਂ ਜਿਹੜੀ ਬੈਠਕ ਹੈਗੀ ਉਹਦੇ 'ਤੇ ਬੋਲਿਆ ਜਾਊਗਾ। ਔਰ ਉਹਦੇ 'ਚ ਮਣੀਪੁਰ ਦੀ ਜਿਹੜੀ ਖਾਸ ਤੌਰ 'ਤੇ ਜਿਹੜਾ ਹਾਦਸਾ ਹੋਇਆ, ਇਹਦੇ 'ਤੇ ਉਹ ਕੱਲ੍ਹ ਗੱਲ ਜ਼ਿਆਦਾ ਰੌਲਾ ਪਿਆ। ਇਹਦੇ 'ਤੇ ਜਵਾਬ ਦੇਣਾ ਕੇਂਦਰ ਨੂੰ ਔਖਾ ਹੋ ਗਿਆ ਸੀਗਾ। ਉਹ ਕਹਿੰਦੇ ਸੀ ਹੁਣ ਦੱਸੋ ਕਿ ਤੁਸੀਂ ਹੁਣ ਕੀ ਕਰੋਗੇ, ਅੱਗੇ ਤੋਂ ਕੀ ਕੰਟਰੋਲ ਕਰੋਗੇ, ਇਹਦੇ 'ਤੇ ਕੰਟਰੋਲ ਕਰਨ ਲਈ ਕੀ ਕੁਝ ਫੋਰਸਾਂ ਲਾਤੀਆਂ, ਅੱਗੇ ਤੋਂ ਹਾਦਸਾ ਨਾ ਆਵੇ, ਅੱਗੇ ਤੋਂ ਵੱਡਾ ਲਾਂਬੂ ਜਾਂ ਭਾਂਪੜ ਨਾ ਬਣੇ, ਇਹਦੇ 'ਤੇ ਅੱਗ ਦੀ ਲਪੇਟ 'ਚ ਹਿੰਦੁਸਤਾਨ ਨਾ ਆਵੇ। ਇੱਕ ਉਹ ਸੂਬੇ ਨੇ ਲੋਕਾਂ ਦੇ ਸੌਣ ਦੀ ਨੀਂਦ ਹਰਾਮ ਕਰ ਦਿੱਤੀ ਆ, ਤੁਸੀਂ ਇਹਨੂੰ ਕਾਬੂ ਵਿੱਚ ਲਿਆਓ। ਕਾਬੂ ਕੇਂਦਰ ਨੇ ਕਰਨਾ, ਆਪੋਜੀਸ਼ਨ ਨੇ ਨਹੀਂ ਕਰਨਾ। ਆਪੋਜੀਸ਼ਨ ਦੀ ਰਾਹੁਲ ਗਾਂਧੀ ਤੋਂ ਹੋਆਏ ਉੱਥੋਂ, ਰਾਹੁਲ ਗਾਂਧੀ ਜਦੋਂ ਹੋਆਏ ਉਹਨਾਂ ਨੂੰ ਕਹਿੰਦੇ ਖਤਰਾ ਵਾ, ਤੁਸੀਂ ਅੱਗੇ ਨਾ ਜਾਓ। ਉਹਨਾਂ ਨੂੰ ਬਾਈ ਰੋਡ ਨਹੀਂ ਜਾਣ ਦਿੱਤਾ। ਔਰ ਉਹ ਲੋਕਾਂ ਨੂੰ ਮਿਲ ਕੇ ਆਏ ਆ, ਜੱਫੀਆਂ ਪਾ ਕੇ ਆਏ ਆ, ਪਿਆਰ ਕਰਕੇ ਆਏ ਆ। ਪ੍ਰਿਅੰਕਾ ਗਾਂਧੀ ਖੁਦ ਗਈ ਆ, ਸਾਰੇ ਮਿਲ ਕੇ ਆਏ। ਔਰ ਇਸੇ ਤਰ੍ਹਾਂ ਇਹ ਹੰਗਾਮੇ 'ਚ ਹੀ ਜਾਣਗੀਆਂ, ਕਿਉਂਕਿ ਜਦੋਂ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ, ਆਪੋਜੀਸ਼ਨ ਲਊਗੀ ਉਹਨਾਂ ਨੂੰ। ਆਪੋਜੀਸ਼ਨ ਨੇ ਉੱਤੇ ਬੋਲਣਾ ਹੈਗਾ, ਲੋਕਾਂ ਦੇ ਨੂੰ ਰਿਪਰੈਜ਼ੈਂਟ ਕਰਨ ਲਈ, ਪ੍ਰਤੀਨਿਧਤਾ ਕਰਨ ਲਈ ਆਪੋਜੀਸ਼ਨ ਬੈਠੀ ਹੈ, ਉਹਨਾਂ ਨੇ ਗੱਲ ਕਰਨੀ ਹੈ। ਜੋ ਲੋਕ ਕਰਨਗੇ, ਜੋ ਪਬਲਿਕ ਨੇ ਕਰਨਾ, ਉਹਨੂੰ ਉੱਥੇ ਪਹੁੰਚਾਉਣ ਲਈ ਆਪੋਜੀਸ਼ਨ ਦਾ ਕੰਮ ਹੀ ਹੁੰਦਾ। ਔਰ ਇਹਦੇ ਵਿੱਚ ਸਰਕਾਰ ਨੂੰ ਹੁਣ ਜਵਾਬ ਦੇਣਾ ਔਖਾ ਹੋ ਰਿਹਾ। ਬਿਲਕੁਲ, ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਗਿਆ। ਪਰ ਹੁਣ ਜੇ ਸਰਕਾਰ ਪੂਰਾ ਸਖਤ ਸਟੈਪ ਲੈ ਕੇ ਇਹ ਸਾਰੀਆਂ ਘਟਨਾਵਾਂ ਨੂੰ ਰੋਕਦੀ ਹੈ, ਔਰ ਜਿਹੜਿਆਂ ਨੇ ਇਹ ਗਲਤੀਆਂ ਕੀਤੀਆਂ ਨੇ, ਜਿਨ੍ਹਾਂ ਨੇ ਇਹ ਸਾਰੇ ਹੰਗਾਮੇ ਕੀਤੇ ਨੇ, ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਦੀ ਹੈ, ਤਾਂ ਸਰਕਾਰ ਕੋਲ ਹਜੇ ਵੀ ਮੌਕਾ ਹੈਗਾ ਕਿ ਉਹ ਜਵਾਬ ਦੇ ਸਕਦੀ ਹੈ, ਆਪਣੇ ਕੰਮਾਂ ਨਾਲ ਜਵਾਬ ਦੇ ਸਕਦੀ ਹੈ। ਸੋ ਵਿਰੋਧੀ ਧਿਰਾਂ ਨੇ ਇੰਡੀਆ ਬਣਾਇਆ ਹੈ ਇੱਕ ਫਰੰਟ ਜੋ NDA ਨੂੰ ਦੇਗਾ ਟੱਕਰ 2024 ਦੀਆਂ ਇਲੈਕਸ਼ਨਸ ਦੇ ਵਿੱਚ। ਔਰ ਕਿਹਾ ਜਾਂਦਾ ਹੈ ਕਿ 2024 ਦੀਆਂ ਇਲੈਕਸ਼ਨਸ ਮਤਲਬ ਟੀਮ ਇੰਡੀਆ ਵਰਸਸ ਟੀਮ NDA, ਜਿਵੇਂ ਕੋਈ ਕ੍ਰਿਕਟ ਟਰੋਫੀ ਹੋਣੀ ਹੈ, ਇੱਦਾਂ ਹੈਡਲਾਈਨਸ ਆ ਰਹੀਆਂ ਨੇ ਮੀਡੀਆ ਦੇ ਵਿੱਚ। ਸੋ ਵਿਰੋਧੀ ਧਿਰਾਂ ਨੇ ਇਹ ਇੰਡੀਆ ਬਣਾਇਆ ਤੇ ਭਾਜਪਾ NDA ਕਹਿ ਰਹੀ ਹੈ ਕਿ ਇਹ ਇੰਡੀਆ ਨਹੀਂ ਹੈ, ਇਹ 10 ਸਿਰਾਂ ਵਾਲਾ ਰਾਵਣ ਹੈ। ਕਿਉਂਕਿ ਪਹਿਲਾਂ ਵੀ ਇਸ ਗੱਠ ਜੋੜ ਨੂੰ, ਵਿਰੋਧੀਆਂ ਦੇ ਗੱਠ ਜੋੜ ਨੂੰ ਨੈਗੇਟਿਵ ਗੱਠ ਜੋੜ ਕਹਿ ਚੁੱਕੇ ਨੇ ਪ੍ਰਧਾਨ ਮੰਤਰੀ। ਔਰ ਹੁਣ ਇਹ ਨਵਾਂ ਬਿਆਨ ਹੈ ਭਾਜਪਾ ਵੱਲੋਂ ਕਿ ਇਹ 10 ਸਿਰਾਂ ਵਾਲਾ ਰਾਵਣ ਹੈ, ਇਹ ਇੰਡੀਆ ਨਹੀਂ ਹੈ। ਹਾਂ, ਜਿਹੜੀ ਬੰਗਲੁਰੂ ਦੇ ਵਿੱਚ ਮੀਟਿੰਗ ਹੋਈ ਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿੱਚ ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਉੱਥੇ ਇਕੱਠੀਆਂ ਹੋਈਆਂ, ਔਰ ਉਹਨਾਂ ਨੇ ਆਪਣਾ ਗੱਠਜੋੜ ਬਣਾ ਲਿਆ। ਔਰ ਉਹਦੇ ਵਿੱਚ ਨਿਤਿਸ਼ ਕੁਮਾਰ ਜੀ ਜਿਹੜੇ ਅੱਗੇ ਆ ਗਏ, ਰਾਹੁਲ ਗਾਂਧੀ ਜੀ ਨੂੰ ਫੇਵਰਟ ਨੇਤਾ ਕਿਹਾ ਗਿਆ ਮਮਤਾ ਬੈਨਰਜੀ ਵੱਲੋਂ, ਔਰ ਬੋਲੇ ਵੀ ਆ। ਔਰ ਖੜਕੇ ਸਾਹਿਬ ਖੁਦ ਬੋਲੇ ਉੱਥੇ। ਔਰ ਇਹਨਾਂ ਨੇ ਯੂਨਾਈਟ ਹੋਣ ਦੀ ਬੜੀ ਵੱਡੀ ਤਾਕੀਦ ਕਰਤੀ ਸਾਰਿਆਂ ਨੂੰ ਕਿ ਇੱਕ ਏਕਤਾ ਲਿਆਈਏ, ਤਾਂ ਕਿ ਅਸੀਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਉੱਭਰ ਕੇ ਸਾਹਮਣੇ ਆਈਏ। ਜਿਹੜੀ NDA ਹੈਗੀ ਇੱਕ ਪਾਰਟੀ ਆ, ਔਰ ਅਸੀਂ ਇਕੱਠੀਆਂ ਪਾਰਟੀਆਂ ਜੇ ਜੁੜਾਂਗੇ ਉਹਦੇ ਨਾਲ ਅਸੀਂ ਹਰ ਸਟੇਟ 'ਚ ਬੈਠੇ ਹਾਂ, ਹਰ ਖੇਤਰੀ ਪਾਰਟੀਆਂ ਵੀ ਸਾਡੀਆਂ ਨੇ ਉੱਥੇ। ਔਰ ਜਿਹੜੀਆਂ ਇਲੈਕਸ਼ਨ ਹੋਈਆਂ ਵਿਧਾਨ ਸਭਾ ਦੀਆਂ, ਉਹਨਾਂ ਵਿੱਚ ਇਹਨਾਂ ਨੇ ਬਹੁਮਤ ਹਾਸਲ ਵੀ ਕੀਤਾ। ਔਰ ਉਹਨਾਂ ਨੇ ਆਪਣੀ ਪੂਰੀ ਹਿਸਟਰੀ ਇੱਕ ਦੂਜੇ ਨੂੰ ਦੱਸੀ ਹੈ। ਔਰ ਹੁਣ ਜਿਹੜਾ ਦੂਜਾ ਇਹਨਾਂ ਨੇ ਆਪੋਜੀਸ਼ਨ ਦੀ ਜਿਹੜੀ ਸਾਰੀ ਰਿਪੋਰਟ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ, ਭਾਜਪਾ ਨੇ, ਮੋਦੀ ਸਾਹਿਬ ਨੇ ਇਹਨਾਂ ਨੂੰ 10 ਸਿਰਾਂ ਵਾਲਾ ਰਾਵਣ ਕਹਿ ਕੇ ਸੰਕੇਤ ਦਿੱਤਾ। ਉਹਨਾਂ ਕਹਿ ਕੇ ਇਹਨਾਂ ਦੀ ਸੋਚ ਇੱਕ ਨਹੀਂ, ਇਹਨਾਂ ਦੀ ਸੋਚ ਦੇ ਵਿੱਚ ਕਈ ਰਾਵਣ ਫਸੇ ਆ, ਔਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਹੰਗਾਮੇ, ਕਈ ਤਰ੍ਹਾਂ ਦਾ ਤੋੜਪੰਨ, ਕਈ ਕੁਛ ਦੀ ਜਿਹੜੀ ਆ ਤਮਾਸ਼ਾ ਹੋ ਸਕਦਾ। ਔਰ ਇਹਨਾਂ ਨੇ ਇਹਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ, ਕਿਉਂਕਿ ਇਹਨਾਂ ਨੇ ਕਹਿਤਾ ਕਿ ਜੇ ਇਹ ਜਿੱਦਾਂ ਇੱਕ ਗੇਮ ਹੁੰਦੀ ਆ, ਫੁੱਟਬਾਲ ਹੁੰਦਾ, 'ਚ 11 ਪਲੇਅਰ ਹੁੰਦੇ, 11-11, ਔਰ ਉਹਨਾਂ ਨੇ ਕਹਿਤਾ ਇਹ ਵੀ ਮੈਚ ਹੈਗਾ, ਇਹ 'ਤੇ 2 ਟੀਮਾਂ ਹੀ ਆ ਬਣ ਗਈਆਂ ਇਕੱਠੀਆਂ, ਔਰ 2 ਟੀਮਾਂ ਮੈਚ ਹੀ ਬਣਾਤਾ ਉਹਨਾਂ ਨੇ। ਗੱਲ ਤਾਂ ਹਾਸੇ ਵਾਲੀ ਆ ਕਿ ਮੈਚ ਬਣਾਉਣ ਲਈ ਇੱਕ ਟੀਮ ਜਿਹੜੀ ਆ ਉਹਨਾਂ ਨੇ ਬਣਾਤੀ ਆ ਆਪੋਜੀਸ਼ਨ ਦੀ, ਦੂਜੀ NDA ਦੀ ਬਣੀ ਆ, NDA ਦੀ ਬਣਾਤੀ ਉਹਨੇ ਭਾਜਪਾ ਦੀ।
ਔਰ ਉਹਦੇ ਵਿੱਚ ਇਹ ਜੋ ਇਹਨਾਂ ਇੰਡੀਆ ਨਾਂ ਦਿੱਤਾ ਉਹਨੂੰ ਵਿੱਚ ਇਹਦੀ ਐਬਰੀਵੇਸ਼ਨ ਜਿਹੜੀ ਬਣਾਈ ਆ, ਉਹਦੇ ਵਿੱਚ ਜਾਚਕਾ ਦਾਇਰ ਵੀ ਹੋ ਗਈਆਂ। ਦਿੱਲੀ ਪੁਲਿਸ 12 ਖੰਭਾ ਰੋਡ ਦੇ ਨਾਲ ਉਹਨਾਂ ਨੇ ਜਾਚਕਾ ਦਾਇਰ ਕਰਤੀ ਹੈ ਕਿ ਇੰਡੀਆ ਰੱਖਣਾ ਨਾਂ ਗਲਤ ਹੈਗਾ, ਇਹ ਇਹਨਾਂ ਨੇ ਇੱਕ ਵੱਡਾ ਮਨਸੂਬਾ ਬਣਾ ਕੇ ਰੱਖ ਦਿੱਤਾ ਹੈਗਾ। ਜਦੋਂ ਕਿ ਬਾਕੀ ਪਾਰਟੀਆਂ ਦੇ ਨਾਲ ਵੀ ਇੰਡੀਆ ਹੀ ਲੱਗਦਾ, ਜਦੋਂ ਵੀ ਭਾਜਪਾ ਦੇ ਨਾਲ ਵੀ ਭਾਰਤ ਤਾਂ ਲੱਗਦਾ ਹੀ ਆ, ਅਤੇ ਜਿਹਦੇ ਵਿੱਚ ਭਾਰਤ ਤਾਂ ਇੰਡੀਆ ਇੱਕ ਹੀ ਹੈ। ਇੰਡੀਆ ਅੰਗਰੇਜ਼ਾਂ ਨੇ ਦਿੱਤਾ ਨਾਮ, ਔਰ ਭਾਰਤ ਸਾਡਾ ਪ੍ਰਾਚੀਨ ਨਾਂ ਹੈਗਾ ਹਿੰਦੁਸਤਾਨ, ਔਰ ਸਾਰੀਆਂ ਪਾਰਟੀਆਂ ਦੇ ਨਾਲ ਕੁਛ ਨਾ ਕੁਛ ਇਹ ਲੱਗਦਾ ਹੈਗਾ। ਔਰ ਚੋਣ ਕਮਿਸ਼ਨ ਜੇ ਕਰੇਗਾ ਇਤਰਾਜ਼ ਇੱਥੇ ਕਰ ਸਕਦਾ ਸੀਗਾ, ਪਰ ਉਦੋਂ ਤੋਂ ਬਾਅਦ ਜੇ ਇਹਨਾਂ ਨੇ ਇਹ ਬਣਾਇਆ, ਉਹਨੂੰ ਚੋਣ ਕਮਿਸ਼ਨ ਨੇ ਕੁਛ ਨਹੀਂ ਕਿਹਾ। ਇਹ ਜਾਚਕਾ ਕਿਸੇ ਦੀ ਵਿਅਕਤੀਗਤ ਤੌਰ 'ਤੇ ਜਾਚਕਾ ਹੋ ਗਈ ਆ, ਕਿਉਂਕਿ ਇਹਨਾਂ ਦੇ ਬੰਦੇ ਛੱਡੇ ਹੁੰਦੇ ਆ, ਇਹਨਾਂ ਦੇ ਆਪਣੇ ਗਰੁੱਪ ਹੀ ਹੁੰਦੇ ਆ ਜਿਹੜੇ ਜਾਚਕਾ ਦਾਇਰ ਕਰ ਦਿੰਦੇ ਆ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਇਹਨਾਂ ਨੇ ਤਮਾਸ਼ 'ਤੇ ਰੱਖੇ ਹੁੰਦੇ ਕਈ ਤਰ੍ਹਾਂ ਦੇ। ਬਿਲਕੁਲ ਇੰਡੀਆ ਦਾ ਇਹਨਾਂ ਨੇ ਪੂਰਾ ਬਣਾਇਆ ਹੈ, ਹਾਂ, ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਇਨਕਲੂਸਿਵ ਅਲਾਈਅੰਸ। ਹਾਂ, ਉਹੀ ਹੈ। ਸੋ ਇਹ ਸਾਰਾ ਜੋੜ ਕੇ ਇਹਨਾਂ ਨੇ ਐਨਡੀਏ ਵੀ ਅਲਾਈਅੰਸ ਹੀ ਹੈ, ਇੰਡੀਆ ਦੀ ਅਲਾਈਅੰਸ ਹੈ, ਇਹ ਅਲਾਈਅੰਸ ਕੀਤੀ ਹੈ, ਡੈਮੋਕ੍ਰੇਟਿਕ ਅਲਾਈਅੰਸ ਹੈ ਇੰਡੀਆ ਕਰ ਦਿੱਤਾ ਇਹਨਾਂ ਨੇ। ਹੁਣ ਉਹ 'ਚ ਵੀ ਨੈਸ਼ਨਲ ਆਉਂਦਾ, ਨੈਸ਼ਨਲ ਕਿਹੜਾ ਇੰਡੀਆ ਹੀ ਹੈ, ਨੈਸ਼ਨਲ ਡੈਮੋਕ੍ਰੇਟਿਕ ਅਲਾਈਅੰਸ। ਅਲਾਈਅੰਸ ਹੋ ਗਿਆ ਗੱਠਜੋੜ, ਔਰ ਇਹ ਗੱਠਜੋੜ ਦਾ ਨਾਂ ਹੀ ਹੈਗਾ। ਔਰ ਇਹਦੇ ਵਿੱਚ ਇੱਕ ਦੂਜੇ ਨੂੰ ਧੂਆ ਕਲੀਸੀ ਕਰਨੀ, ਖਿੱਚਣਾ ਕਰਨਾ ਉਹੀ ਹੁੰਦਾ। ਇਹਨਾਂ ਨੇ ਕਿਹਾ ਕਿ ਸਾਡੇ ਸਾਹਮਣੇ ਇੱਕ ਫਿਰ ਫੋਰਸ ਆ ਖੜੀ ਹੋਈ, ਦੋ ਫੌਜਾਂ ਜਦੋਂ ਲੜਦੀਆਂ ਤਾਂ ਫਿਰ ਆਪਣੀ ਫੌਜ ਦੀ ਗਿਣਤੀ ਕਰਦੀ ਵੀ ਸਾਡੇ 'ਚ ਫੌਜੀ ਕਿੰਨੇ ਤੇ ਇਹਨਾਂ ਦੇ ਫੌਜੀ ਕਿੰਨੇ। ਇਹ ਸਿਰਫ ਤੇ ਸਿਰਫ ਮਾਰ ਤੜ ਤੇ ਗੋਲੀ ਚਲਾਉਣ ਤੇ ਤੋਪਾਂ ਚਲਾਉਣ ਵਾਲਾ ਹੀ ਮਸਲਾ ਹੱਲ ਹੁੰਦਾ ਵਾ। ਇਹ ਲੜਾਈ ਸਮਝਦੇ ਆ, ਇਹਦੇ ਵਿੱਚ ਇਹ ਨਹੀਂ ਸਮਝਦੇ ਕਿ ਨਿਮਰਤਾ ਵਾ। ਲੋਕ ਜੋ ਚਾਹੁੰਦੇ ਆ ਉਸ ਪਾਰਟੀ ਨੂੰ ਅੱਗੇ ਆਉਣਾ, ਜਿੰਨੀਆਂ ਮਰਜ਼ੀ ਪਾਰਟੀਆਂ ਜਾਂ ਜਿੰਨੇ ਮਰਜ਼ੀ ਗੱਠਜੋੜ ਹੋ ਜਾਣ, ਲੋਕਾਂ ਦੀ ਇਸ ਡਿਸੀਜਨ ਇੱਕ ਵਕਤ ਸਰਵਾਈਵਲ ਦਾ ਕੰਮ ਹੈ। ਕਿ ਜਿਹੜੀ ਇੰਡੀਆ ਫਰੰਟ ਬਣੀ ਹੈ, ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ, ਬਈ ਆ ਜਾਓ ਇਕੱਠੇ ਜੁੜ ਜਾਂਦੇ ਆ, ਕਿਉਂਕਿ ਹੁਣ ਸਿਰ ਤੇ ਆ ਪਈ ਹੈ ਲਿਵਿੰਗ ਔਨ ਦਾ ਐਜ, ਮਤਲਬ ਅਸੀਂ ਬਚ ਜਾਈਏ। ਸਰਵਾਈਵਲ ਦੀ ਗੱਲ ਹੋ ਰਹੀ ਹੈ। ਇਹਨਾਂ ਵਿੱਚੋਂ ਨੇਤਾ ਕੌਣ ਬਣੇਗਾ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੇ ਇੱਜ਼ਤ ਦਿੰਦੇ ਨੇ ਕੌਣ ਬਣੇਗਾ, ਇਹ ਕਹਿੰਦੇ ਬਾਅਦ 'ਚ ਦੇਖਾਂਗੇ, ਪਹਿਲਾਂ ਫਰੰਟ ਬਣਾ ਕੇ ਆਪਣੇ ਆਪ ਨੂੰ ਬਚਾਈਏ। ਔਰ ਐਨਡੀਏ ਦੇ ਨੈਸ਼ਨਲ ਜਿਹੜੀ ਦੂਸਰੀ ਭਾਜਪਾ ਦੀ ਐਨਡੀਏ ਟੀਮ ਹੈ, ਉਹਦੇ ਵਿਰੋਧ ਵਿੱਚ ਅਸੀਂ ਆਪਣੀ ਇੰਡੀਆ ਟੀਮ ਨੂੰ ਉਤਾਰੀਏ। ਇਹਨਾਂ ਗੱਲ ਤਾਂ ਠੀਕ ਕੀਤੀ ਹੈ, ਇਕੱਠੇ ਹੋ ਗਏ ਨਾ। ਹੁਣ ਸਰਵਾਈਵਲ ਦੀ ਗੱਲ ਹੋ ਰਹੀ ਹੈ, ਇਕੱਲੇ ਲੜ ਕੇ, ਕਿਉਂਕਿ ਇਲੈਕਸ਼ਨ ਲੜ ਕੇ ਨਹੀਂ ਸੀ ਜਿੱਤ ਸਕਦੇ। ਉਹਨਾਂ ਨੇ ਇਹ ਕਿਹਾ ਇਟ ਇਜ਼ ਨਾਓ ਔਰ ਨੈਵਰ। ਜੇ ਹੁਣ ਇਕੱਠੇ ਹੋ ਗਏ ਤਾਂ ਹੋ ਗਏ, ਨਹੀਂ ਤਾਂ ਉਸ ਤੋਂ ਬਾਅਦ ਫਿਰ ਕਦੀ ਇਕੱਠੇ ਨਹੀਂ ਹੋ ਸਕਾਂਗੇ। ਔਰ ਜੇ ਦੂਸਰੀ ਵਾਰ ਆ ਗਏ, ਤੀਸਰੀ ਵਾਰ ਫਿਰ ਆ ਗਏ ਭਾਜਪਾ, ਤਾਂ ਫਿਰ ਸਾਡੇ ਉੱਤੇ ਰੇਡਸ ਵੀ ਹੋਣਗੇ, ਏਜੰਸੀਆਂ ਵੀ ਸਾਡੇ ਉੱਤੇ ਆਉਣਗੀਆਂ, ਕਿਉਂਕਿ ਪਹਿਲਾਂ ਵੀ ਆ ਰਹੀਆਂ ਨੇ, ਫਿਰ ਪਤਾ ਨਹੀਂ ਕੀ ਬਣਨਾ। ਇਸ ਕਰਕੇ ਇਹ ਇਕੱਠੇ ਹੋਏ ਨੇ। ਸੋ ਏਜੰਸੀਆਂ ਦੀ ਗੱਲ ਵਿੱਚੋਂ ਨਿਕਲ, ਕਿਉਂਕਿ ਇਹ ਐਕਸਪਰਟਸ ਜਿਹੜੀ ਰਾਏ ਦਿੰਦੇ ਨੇ, ਆਪਾਂ ਉਹ ਸਾਰੀ ਰਾਏ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਕਿ ਐਕਸਪਰਟਸ ਜੋ ਰਾਏ ਦਿੰਦੇ ਨੇ ਕਿ ਏਜੰਸੀਆਂ ਦੀ ਗੱਲ ਹੁੰਦੀ ਪਈ ਹੈ ਹੁਣ, ਔਰ ਏਜੰਸੀਆਂ ਇਸ ਵਕਤ ਪੂਰੀਆਂ ਸਰਗਰਮ ਨੇ। ਔਰ ਵਿਜੀਲੈਂਸ ਬਿਊਰੋ ਇਸ ਵਕਤ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਕੋਲੋਂ ਵੀ ਪੁੱਛਗਿੱਛ ਕਰਦੀ ਪਈ ਹੈ, ਬਈ ਆਓ ਤੁਸੀਂ ਵੀ ਹੁਣ ਸਾਡੇ ਨਾਲ ਗੱਲਬਾਤ ਕਰੋ। ਹਾਂ, ਗੱਲਬਾਤ ਕਰਨ ਲਈ ਇਹ ਪਹੁੰਚੇ ਨੇ, ਪਰ ਇਹ ਪਹਿਲਾਂ ਉਦੋਂ ਕਾਂਗਰਸ ਦੇ ਵਿੱਚ ਸੀਗੇ, 2022 ਦੇ ਵਿੱਚ ਜੀ ਬਿਲਕੁਲ ਵਿੱਤ ਮੰਤਰੀ ਰਹੇ ਆ, ਜਦੋਂ ਕੈਪਟਨ ਸਰਕਾਰ ਰਹੀ ਹੈ, ਔਰ ਉਹਦੇ ਦੇ ਨਾਲ ਇਹਨਾਂ ਨੇ ਚਰਨਜੀਤ ਚੰਨੀ ਦੀ ਸਰਕਾਰ ਰਹੀ ਹੈ। ਔਰ ਉਹਦੇ ਵਿੱਚ ਇਹ ਤੋਂ ਬਾਅਦ ਹੁਣ ਭਾਜਪਾ ਚਲੇ ਗਏ, ਇਸ ਵੇਲੇ ਭਾਜਪਾ ਦੇ ਨੇਤਾ ਬਣ ਗਏ। ਉਦੋਂ ਬਾਅਦ ਕਾਂਗਰਸ ਛੱਡ ਆਇਆ। ਕਾਂਗਰਸ ਨੇ ਭਾਜਪਾ ਦਾ ਜਿਹੜਾ ਕੁਨਬਾ ਵੱਡਾ ਕਰ ਦਿੱਤਾ, ਪਰਿਵਾਰ ਵੱਡਾ ਬਣਾ ਦਿੱਤਾ, ਜੁਆਇੰਟ ਫੈਮਿਲੀ ਨਹੀਂ ਜਿਹੜੀ ਹੁੰਦੀ, ਸੰਯੁਕਤ ਪਰਿਵਾਰ ਬਣਾ ਦਿੱਤਾ। ਔਰ ਉਹਦੇ ਵਿੱਚ ਇਹ ਨਹੀਂ ਕਿ ਕੈਪਟਨ ਸਾਹਿਬ ਵੀ ਉੱਥੇ ਜਾ ਕੇ ਬੈਠ ਗਏ, ਜਾਖੜ ਸਾਹਿਬ ਨੇ ਪ੍ਰਧਾਨਗੀ ਲੈ ਲਈ ਪੰਜਾਬ ਦੀ, ਔਰ ਬੀਜੇਪੀ ਦੀ, ਔਰ ਇਸੇ ਤਰ੍ਹਾਂ ਹੋਰ ਵੀ ਨੇਤਾ ਹੈਗੇ ਆ। ਅਸੀਂ ਗਿਣੀਏ ਤਾਂ ਉਂਗਲਾਂ ਦੇ ਵਿੱਚ ਜਿਹੜੇ ਉਂਗਲਾਂ ਦੀਆਂ ਜਿਹੜੀਆਂ ਨਾ ਲਾਈਨਾਂ ਇਹ ਘੱਟ ਜਾਣਗੀਆਂ, ਪਰ ਨੇਤਾ ਜਿਹੜੇ ਚ ਗਏ ਆ ਉਹ ਵੱਧ ਹੈਗੇ। ਔਰ ਇਸੇ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਆ, ਇਹਨਾਂ ਨੇ ਬਠਿੰਡਾ ਦੇ ਵਿੱਚ ਜਿਹੜੀ ਕਮਰਸ਼ੀਅਲ ਲੈਂਡ ਸੀਗੀ, ਜਿਹੜੀ 1 ਲੱਖ ਤੋਂ ਉੱਪਰ ਸੀਗੀ ਮਰਲਾ ਦੇ ਹਿਸਾਬ ਨਾਲ, ਗਜ ਦੇ ਹਿਸਾਬ ਨਾਲ, ਇਹਨਾਂ ਨੇ ਲਈ ਹੈ 25,000 'ਚ। 25,000 'ਚ ਲੈ ਕੇ ਉਹ ਉੱਥੇ ਉਹਨਾਂ ਨੇ ਆਪਣਾ ਰੈਜ਼ੀਡੈਂਸ਼ੀਅਲ ਜਿਹੜਾ ਏਰੀਆ ਬਣਾ ਦਿੱਤਾ। ਉਹਨੂੰ ਅੱਗੇ ਪਤਾ ਨਹੀਂ ਕਿਸ ਏਰੀਏ 'ਚ ਵੇਖਿਆ। ਉੱਥੇ ਸਰੂਪ ਚੰਦ ਜਿਹੜੇ ਨੇ ਜਿਹਨਾਂ ਜਾਚਕਾ ਦਾਇਰ ਕਰਕੇ ਉਹਦੇ ਉੱਤੇ ਇਹਨਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਆਹ ਕੰਮ ਕੀਤਾ ਗਾ, ਇਹਦੀ ਪੁੱਛ ਪੜਤਾਲ ਕੀਤੀ ਜਾਵੇ। ਫਿਰ ਵਿਜੀਲੈਂਸ ਇਹਨਾਂ ਨੂੰ ਬੁਲਾ ਲਿਆ, ਔਰ ਹੁਣ ਮੰਡੇ ਨੂੰ ਇਹਨਾਂ ਨੂੰ ਪੇਸ਼ ਹੋਣਾ ਪਊਗਾ। ਉਹਨਾਂ ਨੇ ਕਿਹਾ ਕਿ ਕਿੰਨੀ ਜਾਇਦਾਦ ਬਣਾਈ ਹੈ, ਕਿੰਨਾ ਕੁਝ ਵੇਚਿਆ। ਉਹ ਜਿਹੜੇ ਸਰੂਪ ਚੰਦ ਜੀ ਸਿੰਗਲਾ ਨੇ, ਉਹਨਾਂ ਨੇ ਕਹਿਤਾ ਕਿ ਇਹਨਾਂ ਕੋਲ ਹੋਰ ਵੀ ਬਹੁਤ ਕੁਝ ਨਿਕਲੂਗਾ, ਕਿਉਂਕਿ ਆਪ ਫਾਈਨਾਂਸ ਮਿਨਿਸਟਰ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜੋ ਕੁਝ ਵੇਚਿਆ, ਜੋ ਕੁਝ ਕੀਤਾ, ਪੁੱਡਾ ਦੇ ਅਧਿਕਾਰੀ ਨੇ 2 ਮਿੰਟ ਲਾਏ ਉਹਦੇ ਵਿੱਚ ਓਕੇ ਕਰਨ ਲਈ। ਉਹਦੇ ਵਿੱਚ ਜਿਹੜਾ ਨਕਸ਼ਾ ਬਣਾਉਣ ਲਈ 2 ਮਿੰਟ ਲੱਗੇ, ਕਿਉਂਕਿ ਆਪ ਵਿੱਤ ਮੰਤਰੀ ਸੀਗੇ। ਔਰ ਇਹ ਆਪ ਜਿਹੜੇ ਲੋਕਾਂ ਨੂੰ ਫੜਦੇ ਸੀਗੇ। ਕਿਸੇ ਪੁਲਿਸ ਅਫਸਰ ਨੂੰ ਇੱਕ ਵੀਡੀਓ ਜ਼ਾਹਰ ਹੋਈ ਸੀ, ਵਾਇਰਲ ਹੋਈ ਸੀਗੀ, ਉਹਦੇ ਵਿੱਚ ਕੋਈ ਪੁਲਿਸ ਆਫੀਸਰ ਆ ਕੇ ਗੱਡੀ ਰੋਕੀ, ਉਹਨੇ ਨੇ ਗੱਡੀ ਇਹਨਾਂ ਦੀ ਚੱਲ ਰਹੀ ਸੀ, ਵਿੱਚੋਂ ਇਹਨਾਂ ਨੇ ਆਪਣਾ ਮੂੰਹ ਬੰਨਿਆ ਸੀ, ਗੱਡੀ ਆਪ ਡਰਾਈਵ ਕਰਦੇ। ਜਦੋਂ ਵੇਖਿਆ ਉਹ ਪੈਸੇ ਮੰਗਣ ਲੱਗ ਪਿਆ, ਜਦੋਂ ਇਹਨਾਂ ਨੇ ਮੂੰਹ ਖੋਲ੍ਹਿਆ ਤਾਂ ਪੁਲਿਸ ਵਾਲਾ ਤਾਂ ਬੇਹੋਸ਼ ਖਾ ਕੇ ਡਿੱਗਣ ਵਾਲਾ ਹੋ ਗਿਆ ਕਿ ਵਿੱਤ ਮੰਤਰੀ ਆਪ ਆ, ਫਾਈਨਾਂਸ ਮਿਨਿਸਟਰ ਆਪ ਆ।
ਔਰ ਹੁਣ ਦੇਖੋ ਇਹਨਾਂ ਤੇ ਦੂਸ਼ਣ ਲੱਗ ਗਿਆ, ਇਹਨਾਂ ਤੇ ਲੱਗ ਗਿਆ ਉਹਦੇ ਤੇ ਵੀ ਇਹਨਾਂ ਨੇ ਪੈਸਾ ਬਟੋਰਿਆ ਵਾ, ਉਹਦੇ 'ਚ ਕਿੱਧਰ ਗਿਆ ਉਹ ਪ੍ਰਾਪਰਟੀ, ਕਿਹਨੂੰ ਵੇਚੀ ਆ, ਉਹ ਸਾਰਾ ਕੁਝ ਪੁੱਛ ਪੜਤਾਲ ਚਾਹੂਗਾ। ਇਹਨਾਂ ਨੂੰ ਆਪਣਾ ਉਹ ਕਾਰਡ ਪੇਸ਼ ਕਰਨੇ ਪੈਣਗੇ ਕਿਉਂਕਿ ਪ੍ਰਾਪਰਟੀ ਇਹਨਾਂ ਕੋਲ ਬਹੁਤ ਹੈ। ਸੁਖਬੀਰ ਬਾਦਲ ਔਰ ਮਨਪ੍ਰੀਤ ਬਾਦਲ ਇਸ ਵੇਲੇ ਜਿਹੜੇ ਵੈਲ ਨੋਨ ਜਾਂ ਜਿਹੜੇ ਰਿਚੈਸਟ ਲੋਕ ਆ ਉਹਨਾਂ 'ਚ ਨਾਂ ਗਿਣਿਆ ਜਾਂਦਾ। ਇਹਨਾਂ ਦੇ ਹੋਟਲ ਹੈ ਦੁਬਈ ਤੱਕ, ਇਹਨਾਂ ਦੇ ਆਸਟ੍ਰੇਲੀਆ ਤੱਕ, ਇਹਨਾਂ ਕੋਲ ਬਹੁਤ ਪੈਸਾ ਹੈਗਾ ਕਿਉਂਕਿ ਵੈਸੇ ਸ਼ੁਰੂ ਤੋਂ ਹੀ ਖਾਨਦਾਨੀ ਪਰਿਵਾਰ ਹੈਗਾ। ਇਹਨਾਂ ਕੋਲ ਪੈਸੇ, ਜ਼ਮੀਨ, ਭਾਂਡਾ ਬਹੁਤ ਜ਼ਿਆਦਾ ਸੀਗਾ। ਪਰ ਹੁਣ ਜਦੋਂ ਸਰਕਾਰ ਦੇ ਵਿੱਚ ਇਹਨਾਂ ਨੇ ਹਸਤਕਸ਼ੇਪ ਕੀਤਾ, ਜਦੋਂ ਸਰਕਾਰ ਦੇ ਵਿੱਚ ਆ ਗਿਆ, ਉਦੋਂ ਪ੍ਰਾਪਰਟੀ ਸਿਖਰਾਂ ਤੇ ਪਹੁੰਚ ਗਈ ਆ। ਉਦੋਂ ਤੱਕ ਵੀ ਗਿਆ ਜਿਸ ਤਰ੍ਹਾਂ OP ਸੋਨੀ ਸਾਹਿਬ ਅਰੈਸਟ ਕੀਤੇ ਆ, ਹੁਣ ਅੰਦਰ ਨੇ। ਉਹਦੇ ਵਿੱਚ ਉਹਨਾਂ ਨੂੰ ਵੀ ਪਤਾ ਹੈਗਾ, ਉਹ ਹੁਣ ਉਹਦੇ 'ਤੇ ਉਹ ਮੈਡੀਕਲ ਵੀ ਚੱਲ ਰਿਹਾ। ਜਦੋਂ ਉਹ ਬਿਮਾਰ ਹੋ ਜਾਂਦੇ, ਫਿਰ ਜਦੋਂ ਇਹਨਾਂ ਦਾ ਕੋਈ ਕੇਸ ਚੱਲਦਾ, ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਜਾਇਦਾਦ ਬਣਾਈ ਆ, ਉਹ ਆਪਣੇ ਆਮਦਨ ਦੇ ਸਾਧਨਾਂ ਤੋਂ ਕਿਤੇ ਅੱਗੇ ਹੈਗੇ। ਇਹ ਵੀ ਹੁਣ ਇਸੇ 'ਤੇ ਹੈਗਾ। ਹੁਣ ਕਾਂਗਰਸ ਦੇ ਪਤਾ ਨਹੀਂ ਇਹ 7ਵੇਂ 8ਵੇਂ ਲੀਡਰ ਆ ਜਿਹੜੇ ਫੜੇ ਗਏ ਆ, ਔਰ ਜਿਹਦੇ ਵਿੱਚ ਧਰਮਸੋਤ ਦੇ ਬਾਕੀ ਉਹਨਾਂ 'ਤੇ ਜ਼ਮਾਨਤ 'ਤੇ ਬਾਹਰ ਹੈਗੇ ਆ, ਹੋਰ ਵੀ ਨਾਲ ਹੈਗੇ ਨੇ, ਸਿੰਗਲਾ ਜੀ ਹੈ, ਹੋਰ ਕਈ ਤਰ੍ਹਾਂ ਦੇ ਲੀਡਰ ਨੇ ਜਿਹੜੇ ਆਏ ਆ, ਇਹ ਵੀ ਉਹਨਾਂ ਦੇ ਵਿੱਚ ਆ ਗਏ ਆ। ਔਰ ਇਹਨਾਂ ਹੁਣੇ ਛੜਾਪਾ ਮਾਰ ਕੇ ਕਾਂਗਰਸ ਤੋਂ BJP 'ਚ ਆਏ ਵੀ ਚਲੋ ਇਹਦੇ ਵਿੱਚ ਆਈਏ ਕਿਉਂਕਿ ਰੂਲਿੰਗ ਪਾਰਟੀ ਹੈ, ਇਹਦੇ 'ਚ ਕੋਈ ਨਾ ਕੋਈ ਉਪਾਧੀ ਮਿਲ ਜੂਗੀ। ਉਪਾਧੀ ਹੁਣ ਵਿਜੀਲੈਂਸ ਆ ਦੇ ਰਹੀ ਹੈ ਵੀ ਆਓ ਜਰਾ ਪੁੱਛ ਪੜਤਾਲ ਕਰੋ। ਚੰਨੀ ਸਾਹਿਬ ਵੀ ਆਏ ਸੀ, ਚੰਨੀ ਸਾਹਿਬ ਕੋਲ ਇਹਨਾਂ ਨੇ ਬੜਾ ਕੁਛ ਲਿਆ। ਚਰਨਜੀਤ ਚੰਨੀ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਆ, ਉਹਨਾਂ ਦੇ ਵਿੱਚ ਵੀ ਬੜੀ ਪੁੱਛ ਪੜਤਾਲ ਹੋਈ ਆ। ਔਰ ਕਿਹੜਾ ਲੀਡਰ ਨਹੀਂ ਜਿਹੜਾ ਇਸ ਕੰਮ ਤੋਂ ਉਰੇ ਰਿਹਾ ਹੋਵੇ, ਜਿਹੜਾ ਇਸ ਕੰਮ ਦੇ ਨੇੜੇ ਨਾ ਗਿਆ ਹੋਵੇ। ਸਾਰੇ ਲੀਡਰਾਂ 'ਤੇ ਇਹ ਜਿਹੜਾ ਸਾਰਾ ਕੁਝ ਹੋਇਆ ਕਿ ਉਹਨਾਂ ਨੇ ਪੈਸਾ ਬਟੋਰਿਆ, ਪੈਸਾ ਵਰਤਿਆ ਹੈਗਾ ਔਰ ਖਜ਼ਾਨੇ ਨੂੰ ਸਾਫ਼ ਕੀਤਾ। ਦੇਖੋ ਹੁਣ ਕੀ ਬਣਦਾ ਹੈ ਜੀ, ਕਿਉਂਕਿ ਖਜ਼ਾਨਾ ਤਾਂ ਪਬਲਿਕ ਦਾ ਹੈ ਔਰ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕਿਉਂ ਹੋ ਰਹੀ ਹੈ, ਇਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ। ਪੰਜਾਬ ਨੂੰ ਇਸ ਵਕਤ ਸਰਕਾਰ ਮੌਜੂਦਾ ਨੂੰ ਆਪਣੇ ਰਿਸੋਰਸਿਸ ਨੂੰ ਐਲੋਕੇਟ ਕਰਨਾ ਜ਼ਰੂਰੀ ਹੈ ਜੀ। ਟੈਕਸਾਂ ਦੀ ਚੋਰੀ ਕਿਵੇਂ ਰੋਕਣੀ ਹੈ ਉਹ ਜ਼ਰੂਰੀ ਹੈ, ਔਰ ਕਿੱਥੋਂ ਕਿੱਥੋਂ ਸਰਕਾਰ ਪੈਸਾ ਲੈ ਸਕਦੀ ਹੈ, ਬਾਹਰੋਂ ਪੂੰਜੀ ਨਿਵੇਸ਼ ਕਿਵੇਂ ਕਰਵਾ ਸਕਦੀ ਹੈ, ਇਹਦੇ ਉੱਤੇ ਗੱਲ ਕਰਨੀ ਹੈ। ਤਾਂ ਹੀ ਜਾ ਕੇ ਇਹ ਖਜ਼ਾਨਾ ਖੜਾ ਹੋਣਾ ਹੈ, ਕਿਉਂਕਿ ਇਹ ਤੇ ਗੜੇ ਮੁਰਦੇ ਨੇ, ਇਹਨਾਂ ਦੇ ਵਿੱਚੋਂ ਨਿਕਲਣਾ ਕੁਝ ਨਹੀਂ। ਜਿਹੜਾ ਬੰਦਾ ਲੈ ਗਿਆ, ਜਿੰਨਾ ਲੈ ਗਿਆ, ਉਹ ਕਦੋਂ ਮੁੜੂਗਾ ਵੀ ਕਿ ਨਹੀਂ ਮੁੜੂ, ਉਹ ਜਾਂਚ ਕਿੱਥੋਂ ਤੱਕ ਹੋਊਗੀ, ਕਿਹੜੀ ਜਾਂਚ ਕਿੰਨੀ ਨੇਪਰੇ ਚੜੂਗੀ, ਕੋਈ ਕੁਝ ਨਹੀਂ ਕਹਿ ਸਕਦਾ। ਇਸ ਕਰਕੇ ਇਹ ਸੱਜਰੀ ਰੋਟੀ ਪਕਾਉਣੀ ਪੈਣੀ ਆ। ਇਸ ਕਰਕੇ ਅਸੀਂ ਜੋ ਸੱਜਰਾ ਕੰਮ ਹੈ ਉਹਦੇ ਵੱਲ ਧਿਆਨ ਦਈਏ। ਪਰ ਪਬਲਿਕ ਨੂੰ ਪਤਾ ਤਾਂ ਲੱਗ ਰਿਹਾ ਨਾ, ਪਬਲਿਕ ਨੂੰ ਪਤਾ ਲੱਗਣਾ ਜ਼ਰੂਰੀ ਹੈ। ਸਟੇਜਾਂ ਤੇ ਬੋਲਦੇ ਸੀ, ਸਟੇਜਾਂ ਤੇ ਅਸੀਂ ਪੰਜਾਬ ਨੂੰ ਖੁਸ਼ਹਾਲੀ ਵੱਲ ਜਾ ਰਹੇ ਹਾਂ, ਪੰਜਾਬ ਨੂੰ ਇਸ ਵੇਲੇ ਅਸੀਂ ਸਿਖਰਾਂ ਤੇ ਲੈ ਗਏ ਹਾਂ। ਪੰਜਾਬ ਜਿਹੜਾ ਹੈਗਾ ਇਸ ਵੇਲੇ ਜਿਹੜਾ ਹੈਗਾ ਪੈਰ ਨਹੀਂ ਲੱਗ ਰਹੇ, ਪੰਜਾਬ ਤੇ ਸਿਖਰਾਂ ਤੇ ਪਹੁੰਚ ਗਿਆ। ਉਹਨਾਂ ਲੋਕਾਂ ਨੂੰ ਪਤਾ ਲੱਗਾ ਕਿ ਗੱਪਾਂ ਮਾਰਦੇ ਸੀ, ਝੂਠ ਬੋਲਦੇ ਸੀ, ਲਾਰੇ ਲਾਉਂਦੇ ਸੀ, ਝੂਠ ਬੋਲਦੇ ਸੀ, ਤੇ ਇਹ ਆਪਣਾ ਆਪ ਬਣਾਉਂਦੇ ਸੀ, ਆਪਣਾ ਪਰਿਵਾਰ ਨੂੰ ਅੱਗੇ ਲਿਆਉਂਦੇ ਸੀ, ਰਿਸ਼ਤੇਦਾਰਾਂ ਨੂੰ ਅੱਗੇ ਲੈ ਕੇ। ਐਗਜ਼ੈਕਟਲੀ, ਇਹ ਸੱਚ ਪਬਲਿਕ ਦੇ ਸਾਹਮਣੇ ਆਉਣਾ ਚਾਹੀਦਾ ਹੈ ਔਰ ਚੰਗੀ ਗੱਲ ਹੈ। ਸੱਚ ਆਉਂਦਾ ਵੀ ਦੇਰ ਸਵੇਰ ਇਹਨਾਂ ਨੂੰ ਸਜ਼ਾ ਹੁੰਦੀ ਜਾਂ ਨਹੀਂ ਹੁੰਦੀ, ਪਰ ਪਬਲਿਕ ਨੂੰ ਇਹਨਾਂ ਦੀ ਦਿਆਨਤਦਾਰੀ ਦਾ, ਇਹਨਾਂ ਦੀ ਜਿਹੜੀ ਇਮਾਨਦਾਰੀ ਕਹਿੰਦੇ ਸੀ ਉਹਦਾ, ਔਰ ਜੋ ਇਹ ਲੋਕਾਂ ਤੇ ਜਿਹੜਾ ਪੈਸਾ ਬਟੋਰਿਆ ਸੀ ਉਹਦਾ ਪਤਾ ਲੱਗ ਗਿਆ ਕਿ ਆਹ ਬਿਲਕੁਲ ਦੇਰ ਸਵੇਰ ਸੱਚ ਸਾਹਮਣੇ ਆਉਂਦਾ ਹੀ ਆਉਂਦਾ। ਅਸੀਂ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਜ਼ਰੂਰ ਜੀ, ਸਤਿ ਸ੍ਰੀ ਅਕਾਲ।